नानक प्यास मना, चेत मिलाए सो प्रभु, तिस कै पाए लगा। हर दर्शन को मन लोचदा, नानक प्यास मना, चेत मिलाए सो प्रभु, तिस कै पाए लगा। वाहिगुरु जी का खालसा, वाहिगुरु जी की फतेह। सच्चे पातशाह दीन दुनिया दे मालिक, 10 पातशाहियां दे आत्मक स्वरूप, किरपा दे सागर, पतित पावन, जागदी जोत, धन साहिब श्री गुरु ग्रंथ साहिब जी महाराज हजूर दी परम कृपालता सदका आप जी पंथ दे महान पवित्र अस्थान तखत सचखंड श्री हजूर श्री अबचल नगर साहिब विखे दर्शन दीदार करते हुए सतसंगत दीयां घड़ियां दा लाहा प्राप्त कर रहे हो। साध संगत जी, अज चेत्र दी संगरांद दा शुभ पुरब है। संगरांद दा दिहाड़ा जान करके बहुत संगतां सच्चे पातशाह जी दे पवित्र स्थान ते प्यार शरदा नाल हाजरियां भर रही हैं। चेत्र दे महीने तो 12 माह की आरंभता हुंदी है। अज ये नवा साल चढ़िया है, जो कई प्रेमी मन में ख्याल करते हैं जी ये नवा साल विसाखी नूं चढ़दा है कि जां करके चेत्र नूं चढ़दा है, क्योंकि कोई नवे साल नूं जिवें जनवरी तो प्रारंभता हुंदी है, वो उसनूं भी नवा साल मानते हैं। साध संगत जी, आपां संखेप जी विचार करके फिर महाराज जी का उपदेश सरवण करांगे। जिस दिन इस संसार की आरंभता हुई है, महाराज जी ने सिद्धां दे पुछण तो आखिया सी कि थित वार ना जोगी जाना, रुत माहो ना कोई, जा करता सिरठी को साजे, आपे जाना सोई। इस करके वो थित वार किसी नूं नहीं पता। सच्चे पातशाह जी महाराज कहते जे पंडितां नूं पता हुंदी, उन्होंने अपने धार्मिक ग्रंथां विच पुराणां विच लिख देनी सी। जे करके काजियां नूं पता हुंदी तो उन्होंने कुरान विच लिख देनी सी। मुहम्मद साहब नूं पता हुंदा तां इस करके जदों इस सृष्टि की सिरजना कीती है, उस स्थित नूं उस वार नूं वाहिगुरू तो बिना कोई नहीं जानता है। ये जो साल आरंभ हुंदे है, समाप्त हुंदे है, ये साध संगत जी आपो अपने अवतारां नाल जां किसी महान पुरखां दे जन्म नाल उन्हां दी जिहड़ी है ना एक मिथी हुई तरीक है। जिवें हुण 2021 ये चल रहा है, ये जो है इस प्रकार ईसा दी साध संगत जी जिहड़ी है जन्म दी तरीक है, उन्होंने इन्ने साल हो गए है। ते जिहड़ा विसाख विच है वो खालसाई सम्मत है कि जदों खालसे दी महाराज सिरजना कीती है,
ਉਸ ਤੋਂ ਗਿਣਤੀ ਆਰੰਭ ਕਰਦੇ ਹੈ ਤੇ ਫਿਰ ਖਾਲਸਾਈ ਸੰਮਤ ਨਿਕਲ ਆਉਂਦਾ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਧਾਰਨ ਤੋਂ ਫਿਰ ਨਾਨਕਸਾਈ ਸੰਮਤ ਆਪਾਂ ਗਿਣ ਸਕਦੇ ਹਾਂ। ਤੇ ਜਿਹੜਾ ਇਹ ਈਸਾਈ ਮਤ ਦਾ ਕੈਲੰਡਰ ਹੈ, ਇਹ ਈਸਾ ਜੀ ਦੇ ਸਾਧ ਸੰਗਤ ਜੀ ਜਨਮ ਤੋਂ ਉਹਨਾਂ ਨੇ ਇਸ ਦਿਨ ਨੂੰ ਮਿਥਿਆ ਹੋਇਆ ਹੈ। ਜਿਹੜਾ ਅਰਬ ਦੇਸ਼ਾਂ ਵਿੱਚ ਹਿਜਰੀ ਸੰਮਤ ਮੰਨਿਆ ਜਾਂਦਾ ਹੈ, ਮੁਹੰਮਦ ਸਾਹਿਬ ਨੇ ਜਦੋਂ ਮੱਕੇ ਤੋਂ ਵਿਯੋਗ ਹੋਇਆ ਸੀਗਾ, ਹਿਜਰ ਕੀਤਾ ਸੀਗਾ, ਉਦੋਂ ਦੀ ਗਿਣਤੀ ਰੱਖ ਕੇ ਉਹ ਹਿਜਰੀ ਸੰਮਤ ਦੇ ਅਨੁਸਾਰ ਆਪਣੇ ਸਾਰੇ ਦਿਨ ਜਿਹੜੇ ਆ ਮਨਾਉਂਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ, ਗਰੀਬ ਨਵਾਜ ਨੇ ਸਾਨੂੰ 12 ਮਾਹ ਦੀ ਬਖਸ਼ਿਸ਼ ਕੀਤੀ ਹੈ। ਇਹ ਸਾਧ ਸੰਗਤ ਜੀ ਜਦੋਂ ਚੇਤਰ ਦਾ ਮਹੀਨਾ ਚੜ੍ਹਦਾ ਹੈ, ਬਾਹਰੋਂ ਰੁੱਤ ਦੇ ਅਨੁਸਾਰ ਵੀ ਨਵਾਂ ਸਾਲ ਹੁਣ ਹੀ ਚੜ੍ਹਦਾ ਹੈ। ਜਿਹੜਾ ਈਸਾਈਆਂ ਦਾ ਜੋ ਕੈਲੰਡਰ ਹੈ, ਜਿਹਦੇ ਵਿੱਚ ਜਨਵਰੀ ਨੂੰ ਪਹਿਲਾ ਮਹੀਨਾ ਮੰਨਿਆ ਜਾਂਦਾ ਹੈ, ਕਈ ਸਾਲ ਪਹਿਲਾਂ ਇਹ ਜਨਵਰੀ ਨੂੰ ਜਿਹੜਾ ਸੀ ਉਹ 12ਵਾਂ ਮਹੀਨਾ ਸਾਧ ਸੰਗਤ ਜੀ ਮੰਨਿਆ ਜਾਂਦਾ ਸੀਗਾ। ਤੇ ਇਸ ਪ੍ਰਕਾਰ ਵਾਹਿਗੁਰੂ 11ਵਾਂ ਮਹੀਨਾ ਜਨਵਰੀ ਨੂੰ ਮੰਨਦੇ ਸੀਗੇ ਤੇ ਫਰਵਰੀ ਨੂੰ 12ਵਾਂ ਮਹੀਨਾ ਮੰਨਦੇ ਸੀਗੇ। ਮਾਰਚ ਇਹਨਾਂ ਦਾ ਪਹਿਲਾ ਹੀ ਮਹੀਨਾ ਹੁੰਦਾ ਸੀਗਾ। ਇਸ ਸਮੇਂ ਇਹ ਬਸੰਤ ਦੀ ਰੁੱਤ ਦੇ ਜਿਹੜੇ ਆ ਨਾ ਮਹੀਨੇ ਹਨ, ਚੇਤਰ ਤੇ ਵਿਸਾਖ। ਨਵੇਂ ਫੁੱਲ, ਨਵੀਂ ਸਬਜਾਈ ਧਰਤੀ ਦੇ ਉੱਤੇ ਖਿੜੀ ਹੁੰਦੀ ਹੈ। ਉਸ ਕੁਦਰਤ ਦੀ ਨਵੀਨਤਾ ਦੇ ਨਾਲ ਜਦੋਂ ਖੜਾਅ ਪ੍ਰਕਿਰਤੀ ਵਿੱਚ ਆਉਂਦਾ ਹੈ ਤੇ ਇਹ ਨਵੇਂ ਸਾਲ ਦੀ ਪ੍ਰਾਰੰਭਤਾ ਹੁੰਦੀ ਹੈ। ਇਹ 12 ਮਾਹ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜੋ ਸਾਨੂੰ ਮਹੀਨਿਆਂ ਦੁਆਰਾ ਫਲਾਦੇਸ਼ ਬਖਸ਼ਿਸ਼ ਕੀਤਾ ਹੈ, ਚੇਤਰ ਦੇ ਮਹੀਨੇ ਦੀ ਜਦੋਂ ਆਰੰਭਤਾ ਹੁੰਦੀ ਹੈ, ਉਹ ਤੋਂ ਨਵੇਂ ਸਾਲ ਦਾ ਆਗਾਜ਼ ਹੁੰਦਾ ਹੈ। ਸਤਿਗੁਰੂ ਜੀ ਨੇ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਾਨੂੰ ਆਪਣੇ ਦਿਹਾੜੇ ਉਹਨਾਂ ਦੇ ਮੁਤਾਬਕ ਹੀ, ਸਤਿਗੁਰੂ ਜੀ ਦੀਆਂ ਸਿੱਖਿਆਵਾਂ ਮੁਤਾਬਕ ਹੀ ਮਨਾਉਣੇ ਚਾਹੀਦੇ ਹੈ। ਸਤਿਗੁਰੂ ਜੀ ਦਾ ਨਾਮ ਤਾਂ ਸਮੇਂ ਦੇ ਸੂਚਕਾਂ ਨਾਲ ਜਪੋ, ਬਹੁਤ ਵੱਡਾ ਲਾਭ ਹੈ। ਪੂਰਨਮਾਸ਼ੀ ਆਉਂਦੀ ਹੈ, ਚੰਦਰਮਾ ਦੀ ਚਾਲ ਨਾਲ ਮੱਸਿਆ ਆਉਂਦੀ ਹੈ। ਇਹ ਜੋ ਸੰਗਰਾਂਦ ਹੈ, ਇਹਦਾ ਸੰਬੰਧ ਸੂਰਜ ਨਾਲ ਹੈ। ਸੂਰਜ ਦੀ ਤਬਦੀਲੀ ਕਰਕੇ ਇਹ ਜਿਹੜੇ ਬਦਲਾਵ ਆਉਂਦੇ ਹੈ, ਇਸ ਨੂੰ ਸੰਗਰਾਂਦ ਕਿਹਾ ਜਾਂਦਾ ਹੈ। ਸੰਕਰਾਂਤ ਸ਼ਬਦ ਤੋਂ ਬਦਲ ਕਰਕੇ ਸੰਗਰਾਂਦ ਸ਼ਬਦ ਬਣਿਆ ਹੈ। ਸੂਰਜ ਦਾ ਰਥ ਜਦੋਂ ਇੱਕ ਰਾਸ ਵਿੱਚੋਂ ਨਿਕਲ ਕੇ ਦੂਸਰੀ ਰਾਸ ਵਿੱਚ ਪ੍ਰਵੇਸ਼ ਕਰਦਾ ਹੈ, ਉਸ ਤਬਦੀਲੀ ਨੂੰ ਸੰਗਰਾਂਦ ਕਹਿੰਦੇ ਹੈ। ਤੇ ਸਾਧ ਸੰਗਤ ਜੀ, ਇਹ ਜਿਹੜੇ ਸਾਲ ਹਨ, ਮਹੀਨੇ ਹਨ, ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਦੱਸਿਆ ਕਿ ਆਪੋ ਆਪਣੇ ਤਰੀਕੇ ਨਾਲ ਉਹ ਸਾਰਿਆਂ ਨੇ ਮਿਥੇ ਹੋਏ ਆ, ਬਣਾਏ ਹੋਏ ਆ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕੁਦਰਤ ਦੇ ਨਿਯਮਾਂ ਨੂੰ ਗਰੀਬ ਨਵਾਜ ਜੀ ਨੇ ਮੁੱਖ ਰੱਖ ਕਰਕੇ ਇਹ ਸਤਿਗੁਰਾਂ ਜੀ ਨੇ 12 ਮਾਹ ਦੀ ਬਖਸ਼ਿਸ਼ ਕੀਤੀ। ਭਾਰਤ ਦੇ ਪੁਰਾਣੇ ਇਤਿਹਾਸ ਅੰਦਰ ਕਈ ਕਵੀਆਂ ਨੇ ਆਪਣੀ ਕਾਵ ਵਿੱਚ 12 ਮਾਹ ਲਿਖੇ ਸੀਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹਨਾਂ ਨੂੰ ਨਿਯਮਬੰਦ ਕੀਤਾ ਗਰੀਬ ਨਵਾਜ ਨੇ, ਤੇ ਉਹਨਾਂ ਕਾਵ ਰਚਨਾ ਵਿੱਚ ਕਈ ਪ੍ਰਕਾਰ ਦੇ ਹੋਰ ਪ੍ਰਕਰਨ ਤੇ ਭਾਵ ਸੀਗੇ। ਸਤਿਗੁਰੂ ਜੀ ਨੇ ਵਾਹਿਗੁਰੂ ਦਾ ਪਿਆਰ ਜਿਹੜਾ ਹੈ ਨਾ, ਤੇ ਸ਼ੁਭ ਉਪਦੇਸ਼ ਜਿਹੜਾ ਹੈ, ਜੀਵ ਦਾ ਜਨਮ ਸਫਲ ਹੋਵੇ, ਉਹ ਮਹਾਰਾਜ ਜੀ ਨੇ 12 ਮਾਹ ਵਿੱਚ ਭਰਨਾ ਕੀਤਾ। ਤੇ ਸਤਿਗੁਰੂ ਜੀ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ਵਿੱਚ 12 ਮਾਹ ਦੀ ਬਖਸ਼ਿਸ਼ ਕੀਤੀ। ਬਾਬਾ ਬੁੱਢਾ ਸਾਹਿਬ ਦੇ, ਧੰਨ ਗੁਰੂ ਅੰਗਦ ਸਾਹਿਬ ਜੀ ਦੇ ਬੇਨਤੀ ਕਰਨ ਤੋਂ ਤੁਖਾਰੀ ਰਾਗ ਵਿੱਚ ਸਤਿਗੁਰਾਂ ਜੀ ਨੇ 12 ਮਾਹ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ। ਵਾਹਿਗੁਰੂ ਦੇ ਮਿਲਣ ਦਾ ਵਿਯੋਗ ਸਤਿਗੁਰਾਂ ਜੀ ਨੇ ਪ੍ਰੀਤ ਦੀ ਤੜਫ ਉਸ ਬਾਣੀ ਦੇ ਅੰਦਰ ਸੱਚੇ ਪਾਤਸ਼ਾਹ ਨੇ ਭਰਨਾ ਕੀਤੀ। ਬਿਰਹਾ ਦੇ ਵਿੱਚ ਆਏ ਹੋਏ ਪਿਆਰ ਦਾ
ਜਿਹੜਾ ਹੈ ਉਹ ਕਿਹੋ ਜਿਹਾ ਪ੍ਰਗਟਾਵਾ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਸ ਬਿਰਹਾ ਦਾ ਜ਼ਿਕਰ ਕੀਤਾ ਹੈ ਤੇ ਉਸ ਬਾਣੀ ਦੇ ਅੰਦਰ ਅਨਉਕਤੀ ਅਲੰਕਾਰ ਮਹਾਰਾਜ ਜੀ ਨੇ ਰੱਖੇ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਇਹ ਮਾਝ ਰਾਗ ਵਿੱਚ 12 ਮਾਹ ਉਚਾਰਨ ਕੀਤਾ ਹੈ। ਜਿੱਥੇ ਭਾਈ ਸ਼ਾਲੋ ਜੀ ਦਾ ਟੋਭਾ ਹੈ, ਇੱਥੇ ਨਜ਼ਦੀਕ ਇੱਕ ਪੰਡਤ ਰਹਿੰਦਾ ਸੀ। ਉਸਨੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੈਂ ਵਿਦਿਆ ਬੜੀ ਪੜ੍ਹੀ ਹੈ, ਮੈਨੂੰ ਆਪਣੇ ਹਜ਼ੂਰ ਮਹਾਰਾਜ ਕਥਾ ਕਰਨ ਦੀ ਆਗਿਆ ਦਿਓ, ਜੋ ਸੰਗਤਾਂ ਭੇਟਾ ਦੇਣ ਮੈਂ ਉਹਦੇ ਨਾਲ ਗੁਜ਼ਾਰਾ ਚਲਾ ਲਾਂਗਾ। ਸਤਿਗੁਰਾਂ ਜੀ ਨੇ ਆਗਿਆ ਦੇ ਦਿੱਤੀ। ਮਾਇਆ ਪ੍ਰਾਪਤ ਕਰਕੇ ਪੰਡਤ ਦਾ ਮਨ ਹੰਕਾਰੀ ਹੋ ਗਿਆ। ਮਾਣ ਵਿੱਚ ਫਿਰ ਸਤਿਗੁਰਾਂ ਦੇ ਹਜ਼ੂਰ ਕਥਾ ਨਹੀਂ ਕਰਨ ਆਇਆ ਤੇ ਸਾਰੇ ਗੁਰਸਿੱਖਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ ਨੂੰ ਆਪ ਬੇਨਤੀ ਕਰੋ ਕਿ ਸੱਚੇ ਪਾਤਸ਼ਾਹ ਕੋਈ ਆਪ ਐਸੀ ਸੁਖੈਨ ਬਾਣੀ ਰਚੋ ਜਿਹਦੇ ਨਾਲ ਮਹੀਨੇ ਦਾ ਉਪਦੇਸ਼ ਫਲਾਦੇਸ਼ ਸਿੱਖਾਂ ਨੂੰ ਮਹਾਰਾਜ ਸਮਝ ਪਵੇ। ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀਆਂ ਸੰਗਤਾਂ ਸਮੇਤ ਹੋ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ। ਉਹ ਸਥਾਨ ਮੰਜੀ ਸਾਹਿਬ ਦੇ ਸਾਧ ਸੰਗਤ ਜੀ ਜਿੱਥੇ ਦੀਵਾਨ ਹਾਲ ਹੈ, ਉਸ ਤੋਂ ਬਿਲਕੁਲ ਜਦੋਂ ਪ੍ਰਵੇਸ਼ ਕਰੀਏ ਤੇ ਸੱਜੇ ਹੱਥ ਉਹ ਸੰਗਮਰਮਰ ਦਾ ਛਤਰੀ ਵਾਲਾ ਸੁੰਦਰ ਚਬੂਤਰਾ ਜਿਹੜਾ ਬਣਿਆ ਹੋਇਆ, ਮਹਾਰਾਜ ਜੀ ਉੱਥੇ ਸਜੇ ਹੋਏ ਸੀ। ਆਦਿ ਕਾਲ ਤੋਂ ਮਹਾਰਾਜ ਇੱਥੇ ਦੀਵਾਨ ਲਾਉਂਦੇ ਸੀ ਸੱਚੇ ਪਾਤਸ਼ਾਹ। ਤੇ ਗਰੀਬ ਨਵਾਜ ਸਤਿਗੁਰਾਂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਆਪ ਕਿਰਪਾ ਕਰੋ, ਕੋਈ 12 ਨਾਮੇ ਬਾਣੀ ਉਚਾਰੋ। ਮਹਾਰਾਜ ਕਦੋਂ ਤੱਕ ਆਪਾਂ ਪੰਡਤਾਂ ਤੋਂ ਹੀ ਉਪਦੇਸ਼ ਸੁਣਿਆ ਕਰਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ ਸੀ ਕਿ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਬਾਣੀ ਹੈ ਤੁਖਾਰੀ ਰਾਗ ਦੇ ਅੰਦਰ 12 ਮਾਹ ਆਖਿਆ, ਮਹਾਰਾਜ ਜੀ ਐਸੀ ਪਵਿੱਤਰ ਸਰਲ ਬਾਣੀ ਉਚਾਰੋ, ਕਿਉਂਕਿ ਉਹ ਬਾਣੀ ਮਹਿੰਗੀ ਹੈ ਮਹਾਰਾਜ। ਜਿਹੜੇ ਜੀਵ ਵਿਹਾਰਾਂ ਵਿੱਚ ਕੁਸ਼ਲ ਹੁੰਦੇ ਹੈ ਉਹਨਾਂ ਨੂੰ ਮਹਾਰਾਜ ਸਮਝ ਨਹੀਂ ਪੈਂਦੀ। ਇਸ ਤਰ੍ਹਾਂ ਮਹਾਰਾਜ ਆਪ ਕਿਰਪਾ ਕਰਕੇ ਸਰਲ ਉਪਦੇਸ਼ ਦਿਓ ਕਿ ਵਿਹਾਰਾਂ ਵਿੱਚ ਖੱਚਤ ਮਨ ਵੀ ਜਦੋਂ ਬਾਣੀ ਸੁਣੇ ਉਹਨੂੰ ਸਮਝ ਪਵੇ। ਸੱਚੇ ਪਾਤਸ਼ਾਹ ਜੀ ਨੇ ਫਿਰ ਇਹ ਸੰਗਤਾਂ ਦੀ ਬਾਬਾ ਬੁੱਢਾ ਸਾਹਿਬ ਦੀ ਬੇਨਤੀ ਹਜ਼ੂਰ ਨੇ ਮੰਨ ਕੇ ਮਾਝ ਰਾਗ ਦੇ ਅੰਦਰ ਸੱਚੇ ਪਾਤਸ਼ਾਹ ਨੇ ਇਹ 12 ਮਾਹ ਬਾਣੀ ਮਹਾਰਾਜ ਜੀ ਨੇ ਉਚਾਰਨ ਕੀਤੀ। ਸਾਧ ਸੰਗਤ ਜੀ ਕਈ ਪ੍ਰਕਾਰ ਦੇ ਲੋਕ ਕਰਮ ਕਾਂਡ ਕਰਦੇ ਐ, ਸਿਆਣਿਆਂ ਕੋਲੋਂ ਫਲਾਦੇਸ਼ ਸੁਣਦੇ ਐ, ਕੋਈ ਮਾੜੇ ਗ੍ਰਹਿਾਂ ਤੋਂ ਬਚਣ ਲਈ ਉਪਾਅ ਕਰਦਾ ਹੈ, ਕੋਈ ਚੰਗੇ ਗ੍ਰਹਿਾਂ ਵਾਸਤੇ ਬੜੇ ਯਤਨ ਕਰਦਾ ਏ। ਇਉਂ ਕਰਮਾਂ ਕਾਂਡਾਂ ਨੂੰ ਲੋਕ ਕਰਦੇ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਾਰੇ ਕਰਮਾਂ ਕਾਂਡਾਂ ਤੋਂ ਵਰਜਿਆ ਏ। ਹਜ਼ੂਰ ਨੇ ਆਖਿਆ, ਜਿਨ ਵਾਹਿਗੁਰੂ ਦਾ ਨਾਮ ਜਪਿਆ ਉਹਨੂੰ ਭਾਈ ਸਾਰੇ ਅਪਸਗਨ ਵੀ ਸਗਨ ਹੋ ਕਰਕੇ ਲੱਗਦੇ ਐ। ਤੇ ਜਿਹੜਾ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦਾ ਉਹਦੇ ਵਾਸਤੇ ਭਾਵੇਂ ਚੰਗੇ ਗ੍ਰਹਿ ਨਛੱਤਰ ਹੋਣ, ਉਹਨੂੰ ਸਾਰੇ ਸਾਧ ਸੰਗਤ ਜੀ ਅਪਸ਼ਗਨ ਰੂਪ ਵਿੱਚ ਹੀ ਆ ਕਰਕੇ ਲੱਗਦੇ ਐ। ਇਸ ਕਰਕੇ ਮਹਾਰਾਜ ਜੀ ਰੁੱਤਾਂ ਦੇ ਪ੍ਰਭਾਵ ਕਰਕੇ ਜਿੱਥੇ ਮਹਾਰਾਜ ਸਾਨੂੰ ਨਾਮ ਦਾ ਉਪਦੇਸ਼ ਦਿੱਤਾ ਏ, ਵਾਰਾਂ ਨਾਲ ਵੀ ਮਹਾਰਾਜ ਨੇ ਥਿੱਤਾਂ ਨਾਲ ਵੀ ਨਾਮ ਦੇ ਜਪਣ ਦੀ ਸਿੱਖਿਆ ਦ੍ਰਿੜ ਕੀਤੀ ਹੈ। ਸੱਚੇ ਪਾਤਸ਼ਾਹ ਇੱਥੇ 12 ਮਹੀਨਿਆਂ ਦੁਆਰਾ ਮਹਾਰਾਜ ਜੀ ਸਾਨੂੰ ਆਪਣਾ ਜਨਮ ਸਫਲਾ ਕਰਨ ਦੀ ਸਿੱਖਿਆ ਦਿੰਦੇ ਹੈ ਕਿ ਕਿਵੇਂ ਭਾਈ ਤੁਹਾਡਾ ਜਨਮ ਜਿਹੜਾ ਉਹ ਮਨੁੱਖਾ ਜਨਮ ਸਫਲਾ ਹੋ ਸਕਦਾ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਰਮਾਂ ਕਾਂਡਾਂ ਤੋਂ ਵਰਜਦਿਆਂ ਹੋਇਆਂ ਨਾਮ ਦ੍ਰਿੜ ਸੱਚੇ ਪਾਤਸ਼ਾਹ ਨੇ ਕਰਵਾਇਆ ਹੈ। ਗਰੀਬ ਨਵਾਜ ਸਤਿਗੁਰੂ ਜੀ ਪਹਿਲੀ ਪੌੜੀ ਮੰਗਲ ਰੂਪ ਹੈ, ਅਖੀਰਲੀ ਪੌੜੀ ਵੀ ਮੰਗਲ ਰੂਪ ਮਹਾਰਾਜ ਉਚਾਰੀ ਹੈ। ਤੇ ਜਦੋਂ ਫੱਗਣ ਦੇ ਮਹੀਨੇ ਦੀ ਕਥਾ ਹੋਈ ਸੀ, ਨਾਲ ਜਿਹੜਾ ਉਹ ਅਖੀਰਲੀ ਪੌੜੀ ਦਾ ਪਾਠ ਤੇ ਕਥਾ ਹੋਈ ਸੀਗੀ। ਇਸੇ ਤਰ੍ਹਾਂ ਹੁਣ ਆਰੰਭਤਾ ਹੋ ਰਹੀ ਹੈ। ਚੇਤਰ ਦਾ ਮਹੀਨਾ 12 ਮਹੀਨਿਆਂ ਵਿੱਚੋਂ ਪਹਿਲਾ ਮਹੀਨਾ ਨਵਾਂ ਸਾਲ ਚੜ੍ਹਿਆ ਹੈ। ਇਸ ਕਰਕੇ
ਪਹਿਲੀ ਪੌੜੀ ਜਿਹੜੀ ਆ ਉਹਦੀ ਨਾਲ ਕਥਾ ਹੁੰਦੀ ਹੈ ਤੇ ਪਾਠ ਵੀ ਜਿਵੇਂ ਆਪ ਜੀ ਨੇ ਸਰਵਣ ਕੀਤਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੋ ਸਾਡੇ ਤਾਈਂ ਸਿੱਖਿਆ ਦਿੰਦੇ ਐ, ਇਕਾਗਰ ਚੇਤਾ ਆਪਾਂ ਸਰਵਣ ਕਰੀਏ। ਜਿਹੜੇ ਕਈਆਂ ਵੱਲੋਂ ਭੁਲੇਖੇ ਪਾਏ ਜਾਂਦੇ ਐ ਕਿ ਸੰਗਰਾਂਦ ਮਨਾਉਣੀ ਬ੍ਰਾਹਮਣਾਂ ਦਾ ਕਰਮ ਹੈ। ਸਾਧ ਸੰਗਤ ਜੀ, ਪੂਰਨਮਾਸੀ ਤੇ ਮੱਸਿਆ ਤੇ ਸੰਗਰਾਂਦ ਤੇ ਗੁਰੂਦੁਆਰੇ ਆ ਕਰਕੇ ਗੁਰੂ ਜੀ ਦੇ ਅੱਗੇ ਨਮਸਕਾਰ ਕਰਨੀ, ਮਹਾਰਾਜ ਦਾ ਉਪਦੇਸ਼ ਸੁਣਨਾ, ਇਹ ਕੋਈ ਬ੍ਰਾਹਮਣਵਾਦ ਨਹੀਂ ਹੈ, ਇਹ ਕੋਈ ਮਨਮਤ ਨਹੀਂ ਹੈ, ਇਹ ਗੁਰਮਤ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਦਰ ਤੇ ਕਿਸੇ ਵੀ ਬਹਾਨੇ ਨਾਲ ਜੀਵ ਆਇਆ, ਉਹਦਾ ਸਾਧ ਸੰਗਤ ਜੀ ਕਦੇ ਵੀ ਬਿਰਥਾ ਨਹੀਂ ਜਾਂਦਾ ਏ ਆਉਣਾ, ਉਹਦੀ ਕਾਲਣਾ ਵਿਅਰਥ ਨਹੀਂ ਜਾਂਦੀ। ਜੇ ਕਰਕੇ ਉਹਨਾਂ ਦੇ ਮਨ ਦਾ ਇਹ ਖਿਆਲ ਹੁੰਦਾ ਹੈ ਕਿ ਮਹੀਨਾ ਚੰਗਾ ਲੰਘਦਾ ਹੈ ਗੁਰੂ ਜੀ ਦੇ ਦੁਆਰੇ ਜਾਣ ਕਰਕੇ, ਜੇ ਉਹਨਾਂ ਨੂੰ ਸਤਿਗੁਰੂ ਜੀ ਦੇ ਦਰ ਤੋਂ ਕਥਾ ਸੁਣ ਕੇ ਕੀਰਤਨ ਸੁਣ ਕੇ ਸੋਝੀ ਪੈਂਦੀ ਹੈ ਕਿ ਇੱਕ ਦਿਨ ਜਾਣ ਨਾਲ ਮਹੀਨਾ ਹੀ ਸਫਲ ਹੁੰਦਾ ਹੈ, ਰੋਜ਼ ਜਾਈਏ ਜ਼ਿੰਦਗੀ ਸਫਲ ਹੋ ਜਾਵੇ। ਸੱਚੇ ਪਾਤਸ਼ਾਹ ਦੀ ਸੰਗਤ ਕਰਕੇ ਫਿਰ ਉਹ ਲਾਭ ਉਠਾਉਂਦੇ ਹੈ। ਜਿਹੜੇ ਸਿੱਖਾਂ ਨੂੰ ਮਹਾਰਾਜ ਦੇ ਹਜੂਰ ਸੰਗਰਾਂਦ ਤੇ ਜਾਣ ਤੋਂ ਵਰਜਦੇ ਹੈ, ਉਹਨਾਂ ਦਾ ਲੁਕਵਾਂ ਮੰਤਵ ਇਹ ਹੈ ਕਿ ਜੇ ਗੁਰਦੁਆਰੇ ਜਾਣੋਂ ਹਟਣਗੇ ਆਪੇ ਹੀ ਪਖੰਡੀਆਂ ਕੋਲ ਜਾਣਗੇ, ਕਰਮਾਂ ਕਾਂਡਾਂ ਵਿੱਚ ਫਸਣਗੇ। ਇਸ ਕਰਕੇ ਸਿੱਖ ਨੇ ਕਿਸੇ ਪ੍ਰਕਾਰ ਦੇ ਕੋਈ ਕਰਮ ਕਾਂਡ ਦਾ ਆਸਰਾ ਨਹੀਂ ਲੈਣਾ। ਗ੍ਰਹਿ ਨਛੱਤਰ ਹਨ ਸਾਰੇ, ਸਮੇਂ ਦੇ ਸੂਚਕ ਹਨ ਸਾਰੇ, ਕੋਈ ਚੰਗੇ ਮਾੜੇ ਗ੍ਰਹਿ ਵੀ ਹੋਣਗੇ, ਪਰ ਵਾਹਿਗੁਰੂ ਦੇ ਨਾਮ ਜਪਣ ਵਾਲੇ ਨੂੰ ਸਾਰੇ ਸਾਧ ਸੰਗਤ ਜੀ ਸੁਖਦਾਈ ਹੋ ਕਰਕੇ ਲੱਗਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਉਹਨਾਂ ਲਈ ਸਾਰਾ ਹੀ ਸਮਾਂ ਸਫਲਾ ਹੋ ਜਾਂਦਾ। ਆਖਿਆ ਹੀ ਹੈ ਨਾ ਮਹਾਰਾਜ ਨੇ ਬਾਣੀ ਦੇ ਸੰਪੂਰਨ ਕਰਦਿਆਂ ਹੋਇਆਂ ਕਿ ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ। ਮਹਾਰਾਜ ਕਹਿੰਦੇ ਉਹਨਾਂ ਦੇ ਸਾਰੇ ਹੀ ਮਹੀਨੇ, 2 ਘੜੀਆਂ, ਮੂਰਤ, ਚਸਾ, ਪਲ ਸਭ ਮਹਾਰਾਜ ਕਹਿੰਦੇ ਸਫਲੇ। ਇੱਕੋ ਇੱਕ ਮਹਾਰਾਜ ਕਹਿੰਦੇ ਭਾਈ ਜਿਹੜੇ ਪ੍ਰੇਮੀ ਚਿੱਤ ਹੁੰਦੇ ਆ ਉਹਨਾਂ ਦੀ ਅਰਦਾਸ ਹੈ ਕਿ ਮਹਾਰਾਜ ਸਾਨੂੰ ਤਾਂ ਆਪਣੇ ਦਰਸ਼ਨ ਬਖਸ਼ੋ, ਆਪ ਦੇ ਦਰਸ਼ਨ ਬਖਸ਼ ਕੇ ਸਾਨੂੰ ਨਿਹਾਲ ਕਰੋ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਾਨੂੰ ਕਿਰਪਾ ਕੀਤੀ ਹੈ, ਦ੍ਰਿੜ ਕੀਤਾ ਹੈ ਮਹਾਰਾਜ ਜੀ ਨੇ ਉਪਦੇਸ਼। ਇਸ ਕਰਕੇ ਜਦੋਂ ਸੰਗਰਾਂਦ ਆਵੇ ਜਾਂ ਕੋਈ ਪੂਰਨਮਾਸੀ ਦਾ ਮਿਥਦਾ ਹੈ, ਕੋਈ ਮੱਸਿਆ ਤੇ ਆਉਂਦਾ ਹੈ, ਜ਼ਰੂਰ ਗੁਰੂ ਘਰ ਆਓ। ਸੱਚੇ ਪਾਤਸ਼ਾਹ ਦੇ ਹਜੂਰ ਮਹਾਰਾਜ ਜੀ ਨੇ 52 ਹੁਕਮਾਂ ਵਿੱਚ ਆਗਿਆ ਕੀਤੀ ਹੈ ਕਿ ਦੋਵੇਂ ਵਕਤ ਦਰਸ਼ਨ ਕਰੋ ਤੇ ਸਤਸੰਗਤ ਕਰਕੇ ਆਪਣਾ ਜਨਮ ਦਾ ਲਾਭ ਉਠਾਓ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸਿੱਖਿਆ ਹਜੂਰ ਸਾਨੂੰ ਜੋ ਕਿਰਪਾ ਕਰਦੇ ਹਨ ਇਸ ਪਵਿੱਤਰ ਬਾਣੀ ਦੇ ਅੰਦਰ। ਆਓ ਪਿਆਰ ਦੇ ਨਾਲ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 12 ਮਾਹਾ ਮਾਂਝ ਮਹੱਲਾ ਪੰਜਵਾ। 12 ਮਾਹ ਬਾਣੀ ਦਾ ਨਾਮ ਹੈ, 12 ਗਿਣਤੀ ਹੈ। ਇਹ 12 ਜਿੱਥੇ ਮਹੀਨੇ ਹੈ, 14 ਪੌੜੀਆਂ ਨੇ। 14 ਪੌੜੀਆਂ ਦੁਆਰਾ ਮਹਾਰਾਜ ਜੀ ਨੇ 14 ਅਵਸਥਾਵਾਂ ਹੀ ਕਥਨ ਕੀਤੀਆਂ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਮਹਾਰਾਜ ਨੇ ਪ੍ਰਕਰਨ ਰੱਖ ਕੇ ਗਰੀਬ ਨਵਾਜ ਜੀ ਨੇ ਸਿੱਖਿਆ ਦਰੜਾਈ ਹੈ। ਮਾਹ ਦਾ ਅਰਥ ਹੁੰਦਾ ਹੈ ਮਹੀਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਮਾਝ ਰਾਗ ਵਿੱਚ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ। ਮਹੱਲਾ ਦਾ ਅਰਥ ਹੁੰਦਾ ਹੈ ਸਰੂਪ। ਗੁਰੂ ਨਾਨਕ ਸਾਹਿਬ ਜੀ ਦਾ 5ਵਾਂ ਸਰੂਪ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਘਰ ਚੌਥਾ। ਚੌਥੇ ਘਰ ਸੁਰ ਤਾਲ ਦੇ ਵਿੱਚ ਸੱਚੇ ਪਾਤਸ਼ਾਹ ਨੇ ਪਵਿੱਤਰ ਬਾਣੀ ਉਚਾਰਨ ਕੀਤੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਦੁੱਤੀ ਪਰਮੇਸ਼ਰ ਇੱਕ ਹੈ, ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਏ। ਤਿੰਨਾਂ ਕਾਲਾਂ ਵਿੱਚ ਸਦਾ ਰਹਿਣ ਵਾਲਾ ਹੈ, ਅਸਥਿਤ ਰੂਪ ਹੈ, ਹੈਤਾ ਰੂਪ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਚੇਤਨ ਹੈ, ਜੜ ਨਹੀਂ ਹੈ।
ਜਿੱਥੇ ਯਾਦ ਕਰਦੇ ਆ ਭਗਤ ਉੱਥੇ ਹੀ ਹਾਜ਼ਰ ਹੋ ਜਾਂਦਾ ਹੈ ਤੇ ਫਿਰ ਉਹ ਆਨੰਦ ਦਾ ਸੋਮਾ ਹੈ। ਸਤ ਚਿੱਤ ਤੇ ਆਨੰਦ ਸਰੂਪ ਹੈ। ਐਸਾ ਜੋ ਵਾਹਿਗੁਰੂ ਹੈ ਨਾ, ਮਹਾਰਾਜ ਕਹਿੰਦੇ ਨੇ ਭਾਈ ਉਹ ਓੰਕਾਰ ਸ਼ਬਦ ਰੂਪ ਹੈ ਤੇ ਇੱਕੋ ਇੱਕ ਆ, ਉਹ ਆਪ ਉਹਦੇ ਵਰਗਾ ਕੋਈ ਹੋਰ ਹੈ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਦੇ ਨਾਲ ਸੁਰਤ ਜੋੜੀਏ ਤੇ ਫਿਰ ਉਹਦਾ ਸਪਰਸ਼ ਪ੍ਰਾਪਤ ਹੁੰਦਾ ਹੈ। ਗੁਰੂ ਸਾਹਿਬ ਦੀ ਪ੍ਰਸਾਦ ਕਿਰਪਾ ਨਾਲ ਇਹ ਕਲਾ ਵਰਤਦੀ ਹੈ। ਕੀਰਤ ਕਰਮ ਕੇ ਵਿਛੁੜੇ। ਮਹਾਰਾਜ ਬੇਨਤੀ ਰੂਪ ਸਤਿਗੁਰੂ ਜੀ ਪਹਿਲੀ ਪੌੜੀ ਸਤਿਗੁਰੂ ਜੀ ਕਹਿੰਦੇ ਹਨ, ਆਪਾਂ ਵੀ ਨਿਰੰਕਾਰ ਦੇ ਸਨਮੁਖ ਬਿਰਤੀ ਕਰੀਏ, ਵਾਹਿਗੁਰੂ ਦੇ ਅੱਗੇ ਅੰਦਰੋਂ ਆਪਣੇ ਮਨ ਤੇ ਬੁੱਧ ਰੂਪੀ ਹੱਥ ਜੋੜ ਲਈਏ, ਬਾਹਰੋਂ ਵੀ ਹੱਥ ਜੋੜ ਲਈਏ। ਆਖੀਏ ਸੱਚੇ ਪਾਤਸ਼ਾਹ ਕੀਤੇ ਹੋਏ ਕਰਮਾਂ ਦੇ ਕਰਕੇ ਹੀ, ਕਿਉਂਕਿ ਮਹਾਰਾਜ ਤੁਹਾਡੇ ਤੋਂ ਵਿਛੋੜਾ ਸਾਡਾ ਜਿਹੜਾ ਪਿਆ ਹੈ ਨਾ, ਉਹ ਸਾਡੀ ਕਰਤੂਤ ਮਾੜੀ ਹੈ। ਮਹਾਰਾਜ ਸਾਡੇ ਕਰਮ ਨਹੀਂ ਚੰਗੇ। ਸੱਚੇ ਪਾਤਸ਼ਾਹ ਹਜੂਰ ਫਰਮਾਉਂਦੇ ਹਨ, ਕੀਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲਹੁ ਰਾਮ। ਮਹਾਰਾਜ ਆਪ ਤੋਂ ਜਿਹੜੇ ਅਸੀਂ ਵਿਛੜ ਗਏ ਆ ਨਾ, ਸਾਡਾ ਵਿਛੋੜਾ ਪੈ ਗਿਆ ਹੈ। ਸਰੀਰ ਕਰਕੇ ਵਿਛੜੇ ਰਹਿੰਦੇ ਆ, ਮਨ ਕਰਕੇ ਵਿਛੜੇ ਰਹਿੰਦੇ ਆ। ਮਹਾਰਾਜ ਸਾਡੇ ਕਰਮ ਨਹੀਂ ਚੰਗੇ, ਅਸੀਂ ਕਰਤੂਤ ਨਹੀਂ ਚੰਗੀ ਕਰਦੇ। ਜਦੋਂ ਸਾਧ ਸੰਗਤ ਜੀ ਜੀਵ ਦੇ ਕਰਮ ਨਖਿੱਧ ਹੋ ਜਾਂਦੇ ਆ ਨਾ, ਉਹ ਵਾਹਿਗੁਰੂ ਨੂੰ ਦੂਰ ਸਮਝਦਾ ਹੈ, ਵਾਹਿਗੁਰੂ ਨੂੰ ਭੁੱਲ ਜਾਂਦਾ ਹੈ ਤੇ ਮਨ ਦੇ ਅੰਦਰ ਪਾਪ ਕਰਮ ਜਿਹੜੇ ਆ ਉਹ ਪ੍ਰਗਟ ਹੋ ਆਉਂਦੇ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿੰਨਿਆਂ ਜਨਮਾਂ ਵਿੱਚ ਕੀਤੇ ਹੋਏ ਕਰਮ ਨੇ ਉਹ ਸਾਰੇ ਪਿੱਛਾ ਕਰਦੇ ਰਹਿੰਦੇ ਆ। ਕਰਮਾਂ ਦੇ ਮੁਤਾਬਕ ਹੀ ਜੀਵ ਨੂੰ ਜਨਮ ਤੇ ਜੂਨਾਂ ਪ੍ਰਾਪਤ ਹੁੰਦੀਆਂ ਨੇ। ਜਿਹੋ ਜੇ ਕਰਮ ਕੀਤੇ ਐ ਉਹੋ ਜੇ ਸੁਭਾਅ ਅੱਗੋਂ ਪ੍ਰਾਪਤ ਹੋ ਜਾਂਦੇ ਐ। ਜੇ ਕਰਮ ਚੰਗੇ ਕਰੇ ਤੇ ਚੰਗੇ ਕਰਮਾਂ ਦਾ ਸਦਕਾ ਕੀ ਹੁੰਦਾ ਹੈ? ਸਾਧ ਸੰਗਤ ਜੀ, ਇਸ ਨੂੰ ਸੁਭਾਅ ਚੰਗਾ ਮਿਲਦਾ ਹੈ। ਫਿਰ ਜਦੋਂ ਹੋਰ ਭਲੇ ਕਰਮ ਕਰਦਾ ਹੈ, ਨਿਸ਼ਕਾਮ ਕਰਮ ਕਰਦਾ ਹੈ, ਮਹਾਰਾਜ ਮਸਤਕ ਤੇ ਸੰਗਤ ਦਾ ਕਿਸੇ ਜਨਮ ਦਾ ਲੇਖ ਫਿਰ ਪਾ ਦਿੰਦੇ ਆ। ਫਿਰ ਨਾਮ ਦਾ ਜਪਣ ਦਾ ਲੇਖ ਮਸਤਕ ਤੇ ਪੈ ਜਾਂਦਾ ਹੈ। ਜਦੋਂ ਮਹਾਰਾਜ ਸਤਸੰਗਤ ਦਾ ਨਾਮ ਦਾ ਲੇਖ ਪਾਉਂਦੇ ਆ, ਉਸ ਜਨਮ ਵਿੱਚ ਫਿਰ ਇਹਦਾ ਉਧਾਰ ਹੁੰਦਾ ਹੈ। ਉਦੋਂ ਜਾ ਕਰਕੇ ਇਹਦੀ ਕਲਿਆਣ ਹੁੰਦੀ ਹੈ। ਇਸੇ ਕਰਕੇ ਆ ਕਿ ਕਰਮ ਸਾਨੂੰ ਚੰਗਾ ਕਰਨਾ ਚਾਹੀਦਾ। ਜੇ ਕਰਕੇ ਬਾਹਰੋਂ ਆਪਾਂ ਕਰਮ ਚੰਗੇ ਕਰੀਏ, ਮਨ ਕਰਕੇ ਬੁਰਾ ਸੋਚੀ ਜਾਈਏ, ਉਹ ਸਾਧ ਸੰਗਤ ਜੀ ਸੋਚਣਾ ਵੀ ਬੁਰਾ ਜਿਹੜਾ ਨਾ, ਉਹ ਪਰਮੇਸ਼ਰ ਦੀ ਦਰਗਾਹ ਦੇ ਅੰਦਰ ਸਾਧ ਸੰਗਤ ਜੀ ਉਹਦਾ ਵੀ ਲੇਖਾ ਹੁੰਦਾ। ਇਸ ਕਰਕੇ ਕਿਸੇ ਦੀ ਬਾਬਤ ਮਾੜਾ ਤੱਕਣਾ, ਮਾੜਾ ਸੋਚਣਾ, ਮਾੜਾ ਬੋਲਣਾ, ਇਹ ਸਭ ਕਿਉਂਕਿ ਬੋਲਣਾ ਵੀ ਤਾਂ ਕਰਮ ਹੈ ਨਾ। ਇਹ ਰਸਨਾ ਜਿਹੜੀ ਹੈ ਕਰਮ ਇੰਦਰੀ ਵਿੱਚ ਆਉਂਦੀ ਹੈ। ਇਸ ਕਰਕੇ ਜੇ ਤੁਸੀਂ ਬੁਰੀ ਦ੍ਰਿਸ਼ਟੀ ਨਾਲ ਤੱਕਦੇ ਆ ਤਾਂ ਵੀ ਕਰਮ ਕਰ ਰਹੇ ਆ ਬੁਰਾ। ਇਸ ਕਰਕੇ ਮਨ ਦੇ ਅੰਦਰੋਂ ਵਾਹਿਗੁਰੂ ਜੀ ਤੋਂ ਵਿਛੜ ਜਾਈਦਾ, ਪਰਮੇਸ਼ਰ ਨਾਲੋਂ ਵਿਛੋੜਾ ਪੈ ਜਾਂਦਾ ਹੈ। ਜਿੰਨੇ ਪਿਛਲੇ ਜਨਮਾਂ ਵਿੱਚ ਮਾੜੇ ਕਰਮ ਕੀਤੇ ਆ, ਤਾਈਏ ਕਰਕੇ ਤੇ ਬੁੱਧੀ ਵਿੱਚ ਮੈਲ ਹੈ, ਤਾਈਏ ਕਰਕੇ ਤੇ ਮਨ ਵਿੱਚ ਮੈਲ ਹੈ ਤੇ ਵਾਹਿਗੁਰੂ ਨਾਲੋਂ ਵਿਛੋੜਾ ਪਿਆ ਹੋਇਆ। ਮਹਾਰਾਜ ਕਹਿੰਦੇ ਜਿਹੜੇ ਤਾਂ ਕੀਤੇ ਹੋਏ ਕੰਮ ਹੈ ਨਾ, ਪਿੱਛੇ ਜਿਹੜੀਆਂ ਕਰਤੂਤਾਂ ਕਰ ਲਈਆਂ ਨੇ, ਉਹਨਾਂ ਕਰਕੇ ਤੇਰਾ ਵਿਛੋੜਾ ਹੈ ਪਰਮੇਸ਼ਰ ਨਾਲੋਂ। ਤੇ ਫਿਰ ਜੇ ਤੂੰ ਕੰਮ ਚੰਗੇ ਕਰਨ ਲੱਗ ਜਾਵੇਂ, ਭਲੇ ਕਰਮ ਕਰਨ ਲੱਗ ਜਾਵੇਂ, ਤੇ ਹੌਲੀ ਹੌਲੀ ਤੁਰਨ ਲੱਗ ਜਾਏਗਾ। ਫਿਰ ਇਹਨਾਂ ਚੰਗੇ ਕਰਮਾਂ ਦਾ ਸਦਕਾ ਤੇਰੇ ਕਿਸੇ ਜਨਮ ਵਿੱਚ ਇਹੋ ਜੀ ਮਹਾਰਾਜ ਕਿਰਪਾ ਕਰਨਗੇ ਕਿ ਕਿਸੇ ਸਾਧੂ ਦਾ, ਪੂਰਨ ਪੁਰਖ ਦਾ ਤੈਨੂੰ ਸੰਗ ਮਿਲ ਜਾਵੇਗਾ, ਜਿਨ੍ਹਾਂ ਕਰਕੇ ਫਿਰ ਤੇਰੀ ਸਾਰੀ ਜਨਮਾਂ ਜਨਮਾਂਤਰਾਂ ਦੀ ਮੈਲ ਲੱਥ ਜਾਵੇਗੀ। ਵਾਹਿਗੁਰੂ ਜੀ ਦੇ ਅੱਗੇ ਆਪਾਂ ਅਰਦਾਸ ਕਰੀਏ, ਕਿਉਂਕਿ ਆਪਾਂ ਪਤੰਤਰ ਹਾਂ, ਸੁਤੰਤਰ ਨਹੀਂ ਹਾਂ। ਮਹਾਰਾਜ ਆਪ ਦੇ ਅਧੀਨ ਹੈ। ਸੱਚੇ ਪਾਤਸ਼ਾਹ, ਜਦੋਂ ਤੁਹਾਨੂੰ ਤਰਸ ਪਏਗਾ ਉਦੋਂ ਹੀ ਮਹਾਰਾਜ ਸਾਡਾ ਭਲਾ ਹੋਣਾ ਨਾ। ਕਿਰਪਾ ਕਰ, ਕਿਰਪਾ ਮਿਲਹੁ ਰਾਮ। ਹੇ ਰਾਮ ਰਮੇ ਹੋਏ ਪਰਮੇਸ਼ਰ, ਆਪਣੀ ਕਿਰਪਾ ਕਰਕੇ ਮਹਾਰਾਜ ਸਾਨੂੰ ਆਪਣੀ ਸਤ ਸੰਗਤ ਵਿੱਚ ਮੇਲ ਲਓ। ਮਹਾਰਾਜ ਆਪਣੇ ਨਾਮ ਦੀ ਪ੍ਰੀਤ ਵਿੱਚ ਸਾਨੂੰ ਕਿਰਪਾ ਕਰਕੇ ਮੇਲ ਲੈਣਾ ਕਰੋ। ਚਾਰ ਕੁੰਟ ਦਹ ਦਿਸ ਭ੍ਰਮੇ। ਮਹਾਰਾਜ ਅਸੀਂ ਤਾਂ ਚੌਹਾਂ ਪਾਸਿਆਂ ਤੋਂ 10 ਦਿਸ਼ਾਵਾਂ ਦੇ ਵਿੱਚ ਭਰਮ ਭਰਮ ਕੇ ਭਟਕ ਭਟਕ ਕੇ ਮਹਾਰਾਜ ਥੱਕ ਗਏ ਹਾਂ।
ਖੁਰੀਆਂ ਕਿੰਨੀਆਂ ਕੁ ਜੂਨਾਂ ਫਿਰ ਲਈਆਂ ਨੇ ਮਹਾਰਾਜ, ਕਿੰਨੇ ਕੁ ਜਨਮ ਜਿਹੜੇ ਇਸੇ ਤਰ੍ਹਾਂ ਹੀ ਇਹ ਰਸ ਤਾਂ ਸਾਰੇ ਹੀ ਜਨਮਾਂ 'ਚ ਭੋਗਦੇ ਆਏ ਆ, ਵਿਸ਼ੇ ਸੁੱਖ ਤਾਂ ਸਾਰੀਆਂ ਜੂਨਾਂ ਵਿੱਚ ਹੀ ਭੋਗਦੇ ਆਏ ਆ। ਜਦੋਂ ਮਨ ਜਾਗਦਾ ਨਾ ਉਦੋਂ ਹੀ ਪਤਾ ਲੱਗਦਾ ਕਿ ਮੈਂ ਤਾਂ ਭਰਮ 'ਚ ਫਸ ਗਿਆ ਹਾਂ। ਜਦੋਂ ਮਨੁੱਖ ਅਗਿਆਨ ਕਾਲ ਵਿੱਚ ਹੁੰਦਾ ਉਹਨੂੰ ਫਸੇ ਹੋਏ ਨੂੰ ਥੋੜ੍ਹਾ ਪਤਾ ਹੁੰਦਾ ਮੈਂ ਫਸਿਆ। ਫਸੇ ਹੋਏ ਹੀ ਉਸ ਰਸ ਵਿੱਚ ਆਨੰਦ ਮਾਣਦੇ ਆ, ਆਪਣੇ ਜੀ 'ਚ ਉਹਨੂੰ ਆਨੰਦ ਸਮਝਦੇ ਆ, ਪਰ ਦੁਖੀ ਹੋ ਕੇ ਬਹੁਤ ਖੱਪ ਕੇ ਮਰਦੇ ਆ। ਬੜੀ ਬੁਰੀ ਹਾਲਤ ਹੁੰਦੀ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਜਦੋਂ ਗਿਆਨ ਕਾਲ ਪ੍ਰਾਪਤ ਹੁੰਦਾ ਨਾ, ਜਦੋਂ ਸੋਝੀ ਆਉਂਦੀ ਹੈ, ਸੱਚੇ ਪਾਤਸ਼ਾਹ ਅਸੀਂ ਤਾਂ ਚੌਹਾਂ ਪਾਸਿਆਂ ਤੋਂ ਦਸਾਂ ਹੀ ਦਿਸ਼ਾਵਾਂ ਤੋਂ ਮਹਾਰਾਜ ਭਰਮ ਕੇ ਭਟਕ ਕੇ ਸੱਚੇ ਪਾਤਸ਼ਾਹ ਹੁਣ ਥੱਕ ਗਏ ਹਾਂ। ਥੱਕ ਆਏ ਪ੍ਰਭ ਕੀ ਸਾਮ, ਤੇ ਥੱਕ ਕਰਕੇ ਮਹਾਰਾਜ ਤੁਹਾਡੀ ਸ਼ਰਨ 'ਚ ਆ ਗਏ ਆ। ਮਹਾਰਾਜ ਹੋਰ ਕੋਈ ਥਾਂ ਨਹੀਂ, ਕਿਰਪਾ ਕਰੋ ਸੱਚੇ ਪਾਤਸ਼ਾਹ ਹੁਣ ਬਖਸ਼ ਲਓ। ਇਹ ਮਨੁੱਖਾ ਜਨਮ ਆਪ ਨੇ ਤਰਸ ਕਰਕੇ ਦਿੱਤਾ ਹੈ। ਮਹਾਰਾਜ ਭਟਕਦੇ ਹੋਏ ਜੂਨਾਂ 'ਚ ਫਿਰਦੇ ਹੋਏ, ਦਸਾਂ ਹੀ ਦਿਸ਼ਾਵਾਂ ਵਿੱਚ ਫਿਰਦੇ ਹੋਏ, ਚੌਹਾਂ ਕੁੰਟਾਂ ਵਿੱਚ ਵਿਚਰਦੇ ਹੋਏ ਮਹਾਰਾਜ ਤੁਹਾਡੀ ਸ਼ਰਨ 'ਚ ਆ ਗਏ ਆ। ਥੱਕ ਕੇ ਆਪਦੀ ਸ਼ਰਨ ਪੈ ਗਏ ਹਾਂ। ਧੇਨ ਦੁੱਧੈ ਤੇ ਬਾਹਰੀ, ਮਹਾਰਾਜ ਜੀ ਸਿੱਖਿਆ ਦਿੰਦੇ ਆ ਜਿਹੜੀ ਧੇਨ ਗਾਂ ਹੁੰਦੀ ਹੈ ਨਾ ਉਹ ਦੁੱਧ ਤੋਂ ਬਾਹਰੀ ਬਿਨਾ ਹੋਵੇ ਤਾਂ ਕਿਤੇ ਨਾ ਆਵੇ ਕਾਮ, ਉਹ ਕਿਸੇ ਕੰਮ ਨਹੀਂ ਆਉਂਦੀ। ਸਾਧ ਸੰਗਤ ਜੀ ਹਲ ਜੋੜਨ ਦੇ ਕੰਮ ਨਹੀਂ ਆਉਂਦੀ, ਹੋਰ ਕਿਸੇ ਵੀ ਉਹਨੂੰ ਜਿਹੜਾ ਵਰਤ ਨਹੀਂ ਸਕਦਾ ਜਦੋਂ ਦੁੱਧ ਹੀ ਨਹੀਂ ਉਹ ਦਿੰਦੀ ਹੈ। ਮਹਾਰਾਜ ਸਿੱਖਿਆ ਦਿੰਦੇ ਇਸੇ ਪ੍ਰਕਾਰ ਧੇਨ ਦੁੱਧੈ ਤੇ ਬਾਹਰੀ। ਸਾਧ ਸੰਗਤ ਜੀ ਇਹ ਜਿਹੜੀ ਧੇਨ ਹੈ ਨਾ ਇਹ ਦੇਹੀ ਹੈ ਸਾਡੀ, ਤੇ ਇਹਦੇ ਅੰਦਰ ਵਾਹਿਗੁਰੂ ਜੀ ਦਾ ਜੇ ਨਾਮ ਰੂਪੀ ਦੁੱਧ ਨਾ ਪ੍ਰਾਪਤ ਕੀਤਾ ਇਸ ਦੇਹ ਦੇ ਹੁੰਦਿਆਂ ਜੇ ਨਿਸ਼ਕਾਮ ਕਰਮਾਂ ਰੂਪੀ ਦੁੱਧ ਨਹੀਂ ਪ੍ਰਾਪਤ ਹੁੰਦਾ ਤਾਂ ਫਿਰ ਮਹਾਰਾਜ ਕਹਿੰਦੇ ਭਾਈ ਇਹ ਜਿਹੜੀ ਗਾਂ ਰੂਪੀ ਜਿਹੜੀ ਇਹ ਦੇਹ ਹੈ ਇਹ ਸਤਿਗੁਰੂ ਜੀ ਕਹਿੰਦੇ ਭਾਈ ਨਾਮ ਰੂਪੀ ਨਿਸ਼ਕਾਮ ਕਰਮਾਂ ਰੂਪੀ ਦੁੱਧ ਤੋਂ ਬਿਨਾ ਕਿਤੇ ਨਾ ਆਵੇ ਕਾਮ, ਕਿਸੇ ਵੀ ਕੰਮ ਨਹੀਂ ਆਉਂਦੀ। ਭੈੜੀ ਹੈ ਇਹ ਦੇਹੀ। ਫਿਰ ਜਿਸ ਦੇਹੀ ਨਾਲ ਨਾਮ ਨਹੀਂ ਜਪਿਆ, ਵਾਹਿਗੁਰੂ ਦਾ ਭਜਨ ਨਹੀਂ ਕੀਤਾ ਤੇ ਫਿਰ ਦੇਹ ਵਿਅਰਥ ਚਲੀ ਜਾਂਦੀ ਆ। ਜਲ ਬਿਨ ਸਾਖ ਕੁਮਲਾਵਤੀ, ਹੋਰ ਪ੍ਰਮਾਣ ਮਹਾਰਾਜ ਜੀ ਦਿੰਦੇ ਆ ਕਿ ਨਾਮ ਤੋਂ ਬਿਨਾ ਕੀ ਜੀਵ ਦੀ ਹਾਲਤ ਹੁੰਦੀ ਹੈ। ਜਲ ਨਾ ਮਿਲੇ ਪੌਦਿਆਂ ਨੂੰ, ਖੇਤੀ ਨੂੰ, ਤੇ ਹਜੂਰ ਕਹਿੰਦੇ ਉਹ ਸੁੱਕ ਜਾਂਦੀ ਹੈ, ਕੁਮਲਾ ਜਾਂਦੀ ਹੈ, ਪੱਤੇ ਝੜ ਜਾਂਦੇ ਹਨ। ਉਪਜਹਿ ਨਾਹੀ ਦਾਮ, ਤੇ ਫਿਰ ਉਹਦੇ ਵਿੱਚ ਦਾਣੇ ਨਹੀਂ ਪੈਦਾ ਹੁੰਦੇ, ਤੇ ਗਾਹ ਪਾ ਕਰਕੇ ਦਾਣੇ ਕੱਢਦੇ ਆ ਨਾ, ਤੇ ਜਦੋਂ ਫਿਰ ਫੋਕ ਹੀ ਹੈ ਦਾਣੇ ਹੈ ਹੀ ਨਹੀਂ, ਤੇ ਉਹਦੇ ਵਿੱਚੋਂ ਦਾਮ ਦਮੜੇ ਕਿੱਥੋਂ ਪੈਦਾ ਹੋਣੇ ਆ? ਫਿਰ ਤਾਂ ਦਮੜੇ ਨਹੀਂ ਨਾ ਪੈਦਾ ਹੋਣਗੇ। ਮਹਾਰਾਜ ਜੀ ਕਹਿੰਦੇ ਹਨ ਇਸੇ ਪ੍ਰਕਾਰ ਜਲ ਬਿਨ ਸਾਖ ਕੁਮਲਾਵਤੀ। ਸਾਧ ਸੰਗਤ ਜੀ ਇਹ ਜੀਵ ਦੀ ਬੁੱਧੀ ਰੂਪੀ ਸ਼ਾਖ ਖੇਤੀ ਹੈ, ਤੇ ਸੁਭ ਗੁਣਾ ਰੂਪੀ ਖੇਤੀ ਜਿਹੜੀ ਹੈ ਨਾ ਇਹ ਨਾਮ ਦੇ ਪਿਆਰ ਜਲ ਤੋਂ ਬਿਨਾ ਸੁੱਕਦੀ ਸੜਦੀ ਜਾ ਰਹੀ ਹੈ। ਵਾਹਿਗੁਰੂ ਦੇ ਪਿਆਰ ਤੋਂ ਬਿਨਾ ਇਹ ਜਵਾਨੀਆਂ ਸੁੱਕਦੀਆਂ ਜਾਂਦੀਆਂ ਨੇ, ਬੁਰੇ ਜੀਵ ਦੇ ਹਾਲਾਤ ਹੁੰਦੇ ਜਾਂਦੇ ਆ। ਸੱਚੇ ਪਾਤਸ਼ਾਹ ਕਹਿੰਦੇ ਐ ਜੀਵਨ ਸੁੱਕ ਜਾਂਦੇ ਜਿਵੇਂ ਪਾਣੀ ਤੋਂ ਬਿਨਾ ਖੇਤੀ ਸੁੱਕ ਜਾਂਦੀ ਹੈ, ਐਸੀ ਹਾਲਤ ਹੈ। ਤੇ ਮਹਾਰਾਜ ਕਹਿੰਦੇ ਜਦੋਂ ਸੁੱਕ ਹੀ ਗਿਆ ਭਾਈ, ਜੀਵਨ ਹੀ ਸੁੱਕ ਗਿਆ, ਸੁਭ ਗੁਣ ਅੰਦਰ ਹੈ ਹੀ ਨਹੀਂ, ਨਾ ਵਾਹਿਗੁਰੂ ਦਾ ਨਾਮ ਜਪਿਆ, ਭਲਾ ਕਰਮ ਨਹੀਂ ਕਦੇ ਕੀਤਾ, ਤੇ ਸਤਿਗੁਰੂ ਜੀ ਕਹਿੰਦੇ ਭਾਈ ਇਹ ਸਰੀਰ ਵੀ ਪ੍ਰਤੱਖ ਸੁੱਕ ਸੜ ਜਾਂਦੇ ਆ ਨਾਮ ਦੇ ਪਿਆਰ ਤੋਂ ਬਿਨਾ। ਤੇ ਸਤਿਗੁਰੂ ਜੀ ਕਹਿੰਦੇ ਭਾਈ ਸੁਭ ਗੁਣਾਂ ਦੀ ਖੇਤੀ ਵੀ ਅੰਦਰੋਂ ਸੁੱਕ ਜਾਂਦੀ ਹੈ। ਉਪਜਹਿ ਨਾਹੀ ਦਾਮ, ਤੇ ਫਿਰ ਸਾਧ ਸੰਗਤ ਜੀ ਜਦੋਂ ਕਣ ਨਾਹੀ ਤੁਹ ਗਾਹਣ ਲਾਗੇ, ਕਣ ਵਿੱਚ ਹੈ ਹੀ ਨਹੀਂ ਤੇ ਉੱਤੋਂ ਫੋਕ ਹੀ ਗਾਈ ਜਾਂਦੇ, ਵਿੱਚੋਂ ਦਾਣੇ ਕਿੱਥੋਂ ਨਿਕਲਣੇ? ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਨਾਮ ਜਪਿਆ ਨਹੀਂ ਤੇ ਪਦਾਰਥਾਂ ਦਾ ਹੀ ਗਾਹ ਪਾ ਛੱਡਿਆ ਹੈ, ਵਿਸ਼ੇ ਵਿਕਾਰਾਂ ਦੇ ਰਸ ਦਾ ਗਾਹ ਪਾ ਛੱਡਿਆ, ਰਾਤ ਦਿਨ ਹੀ ਉਹਨਾਂ ਵਿੱਚ ਹੀ ਭਟਕਦਾ ਹੋਇਆ ਸੁਖ ਲੱਭੀ ਜਾਣਾ ਹੈ। ਉਥੋਂ ਤਾਂ ਮਹਾਰਾਜ ਕਹਿੰਦੇ ਮੁਕਤੀ ਰੂਪੀ ਦਾਮ ਦਮੜੇ ਨਹੀਂ ਨਾ ਨਿਕਲਣੇ ਜਦੋਂ ਨਾਮ ਰੂਪੀ ਕਾਣੀ ਹੈ ਨਹੀਂ ਵਿੱਚ। ਨਾਮ ਜਪਿਆ ਹੀ ਸਵੇਰ ਤੋਂ ਉੱਠਦਾ ਸ਼ਾਮ ਤੱਕ, ਰਾਤ ਜੇ ਸੋਵੈ ਦਿਨ ਕਰਹਿ ਕਾਮ, ਇੱਕ ਖਿਨ ਲੇਹ ਨਾ ਹਰ ਕੋ ਨਾਮ। ਇਹੋ ਜੀ ਤੇ ਤੇਰੀ ਹਾਲਤ ਵੈ।
ਆਪਣੀ ਜ਼ਿੰਦਗੀ ਦੇ ਅੰਦਰ ਨਾਮ ਦਾ ਕਣ ਤਾਂ ਤੂੰ ਬੀਜਿਆ ਹੀ ਹੈ ਨਹੀਂ ਤੇ ਫੋਕ ਹੀ ਗਾਹੀ ਜਾਣਾ ਹੈ। ਸੁੱਕ ਗਈ ਹੈ ਤੇਰੇ ਅੰਦਰ ਸਾਰੀ ਖੇਤੀ। ਚਾਹੀਦਾ ਸੀ ਨਾ ਕਿ ਸੰਤੋਖੀ ਹੁੰਦਾ, ਪਰ ਤੇਰੇ ਅੰਦਰ ਤਾਂ ਲੋਭ ਛਾਲਾ ਮਾਰਦਾ, ਕਿਉਂਕਿ ਸੰਤੋਖ ਸੁੱਕ ਗਿਆ। ਤੂੰ ਨਾਮ ਦੀ ਖੇਤੀ ਨੂੰ ਪਾਲਿਆ ਹੀ ਨਹੀਂ, ਨਾਮ ਦਾ ਪਿਆਰ ਦਾ ਜਲ ਹੀ ਨਹੀਂ ਦਿੱਤਾ। ਕਿਵੇਂ ਸੰਤੋਖ ਰੂਪੀ ਖੇਤੀ ਅੰਦਰ ਹਰੀ ਹੁੰਦੀ? ਇਉਂ ਸ਼ੁਭ ਗੁਣਾਂ ਦੀ ਖੇਤੀ ਸੜ ਗਈ ਹੈ ਤੇਰੇ ਅੰਦਰ, ਸੁੱਕ ਗਈ ਹੈ। ਉਹਨੂੰ ਤੂੰ ਨਾਮ ਦਾ ਜਲ ਨਹੀਂ ਪਾਇਆ ਹੈ। ਤੇ ਸਤਿਗੁਰੂ ਜੀ ਕਹਿੰਦੇ ਭਾਈ ਜਦੋਂ ਜਲ ਹੀ ਨਾ ਪਾਓ, ਜਿਵੇਂ ਖੇਤੀ ਸੜ ਜਾਂਦੀ ਹੈ, ਸੁੱਕ ਜਾਂਦੀ ਹੈ, ਇਵੇਂ ਜੀਆਂ ਦੇ ਜਿਹੜੇ ਸਾਧ ਸੰਗਤ ਜੀ ਸ਼ੁਭ ਗੁਣ ਅੰਦਰ ਰਹਿੰਦੇ ਨਹੀਂ, ਸੁੱਕ ਸੜ ਜਾਂਦੇ ਆ ਉਹ ਜੀਵ। ਤੇ ਮਹਾਰਾਜ ਕਹਿੰਦੇ ਜਦੋਂ ਭਾਈ ਫਿਰ ਗੁਣਾ ਕਰਕੇ ਹੀ ਨਾਮ ਜਪਣਾ ਨਾ, ਵਿਣ ਗੁਣ ਕੀਤੇ ਭਗਤ ਨਾ ਹੋਏ। ਗੁਣ ਧਾਰਨ ਕਰਕੇ ਭਜਨ ਕਰੀਦਾ ਨਾ, ਤੇ ਜਦੋਂ ਭਜਨ ਰੂਪੀ ਕਾਣੀ ਹੈ ਨਹੀਂ ਵਿੱਚ, ਤੇ ਫਿਰ ਮਿਲਣਾ ਕੀ ਹੈ? ਕੁਛ ਵੀ ਨਹੀਂ। ਉਹਦਾ ਤਾਂ ਮਹਾਰਾਜ ਕਹਿੰਦੇ ਭਾਈ ਫਿਰ ਜਮਾਂ ਦੀਆਂ ਸਜ਼ਾਵਾਂ ਹੀ ਉਹਨਾਂ ਨੂੰ ਸਹਾਰਨੀਆਂ ਪੈਂਦੀਆਂ। ਮੁਕਤੀ ਰੂਪੀ ਦਾਮ ਦਮੜੇ ਜਿਹੜੇ ਆ ਨਾ, ਫਿਰ ਉਸ ਮਹਾਰਾਜ ਕਹਿੰਦੇ ਦੇਹ ਰੂਪੀ ਸ਼ਾਖਾ ਤੋਂ ਨਹੀਂ ਭਾਈ ਪ੍ਰਾਪਤ ਹੁੰਦੇ ਹਨ, ਬੁੱਧੀ ਰੂਪੀ ਸ਼ਾਖਾ ਤੋਂ ਨਹੀਂ ਪ੍ਰਾਪਤ ਹੁੰਦੇ, ਜਦੋਂ ਸ਼ੁਭ ਗੁਣ ਲੱਗੇ ਹੀ ਨਹੀਂ ਅੰਦਰ। ਹਰ ਨਾ ਮਿਲਿਆ ਸਾਜਨੈ। ਹੇ ਸੱਜਣ, ਹੇ ਗੁਰਸਿੱਖ, ਜੇ ਹਰੀ ਦਾ ਨਾਮ ਹੀ ਨਾ ਤੈਨੂੰ ਮਿਲਿਆ, ਜਾਂ ਜਿਹੜਾ ਲੋਕ ਪਰਲੋਕ ਦਾ ਸੱਜਣ ਹੈ ਵਾਹਿਗੁਰੂ ਤੇਰੇ ਨਾਮ ਨਾਲ ਨਿਭਣ ਵਾਲਾ, ਜੇ ਉਸ ਦਾ ਨਾਮ ਮਹਾਰਾਜ ਕਹਿੰਦੇ ਭਾਈ ਨਾ ਮਿਲਿਆ ਤਾਂ ਕਤ ਪਾਈਐ ਬਿਸਰਾਮ। ਦੱਸ ਫਿਰ ਕਤ ਕਿੱਥੇ ਸਥਿਤੀ ਪਾਵੇਂਗਾ? ਕਿਤੇ ਵੀ ਵਿਸ਼ਰਾਮ ਨਹੀਂ ਪਾ ਸਕੇਗਾ। ਜਿਸ ਵੀ ਜੂਨ ਵਿੱਚ ਜਾਏਗਾ ਉੱਥੋਂ ਹੀ ਕੱਢਿਆ ਜਾਏਗਾ। ਅਸਥਿਤੀ ਕਿਤੇ ਵੀ ਨਹੀਂ ਤੈਨੂੰ ਪ੍ਰਾਪਤ ਹੋਣੀ। ਟਿਕੇ ਰਹਿਣ ਵਾਲਾ ਜੇ ਕੋਈ ਹੈ ਤਾਂ ਵਾਹਿਗੁਰੂ ਆਪ ਹੈ। ਉਹਦੇ ਨਾਮ ਨਾਲ ਤੂੰ ਸੁਖ ਸਰੂਪ ਵਿੱਚ ਅਸਥਿਤੀ ਪਾ ਸਕਦਾ। ਨਹੀਂ ਤਾਂ ਮਹਾਰਾਜ ਕਹਿੰਦੇ ਜੇ ਤੂੰ ਪਾਇਆ ਹੀ ਨਹੀਂ ਉਹਦਾ ਨਾਮ, ਜਪਿਆ ਹੀ ਨਹੀਂ ਉਹਦਾ ਨਾਮ, ਦੱਸ ਫਿਰ ਟਿਕਾ ਕਿੱਥੋਂ ਪਾਵੇਂਗਾ? ਪ੍ਰਤੱਖ ਵੀ ਤੜਫਣਾ ਲੱਗੀ ਰਹਿੰਦੀ ਹੈ, ਭਟਕਣਾ ਲੱਗੀ ਰਹਿੰਦੀ ਹੈ। ਮਨ ਚੰਚਲ ਹੋਇਆ ਬਹੁਤ ਦੁੱਖ ਦਿੰਦਾ ਏ। ਤੇ ਸਾਧ ਸੰਗਤ ਜੀ, ਜੀਵ ਫਿਰ ਭਟਕਦੇ ਵੀ ਜੂਨਾਂ ਵਿੱਚ ਰਹਿੰਦੇ ਆ ਨਾਮ ਤੋਂ ਬਿਨਾਂ। ਮਹਾਰਾਜ ਕਹਿੰਦੇ ਭਾਈ ਕਿੱਥੇ ਕਿਵੇਂ ਵਿਸ਼ਰਾਮ ਪਾਵੇਂਗਾ? ਸਥਿਤੀ ਨਹੀਂ ਪਾ ਸਕੇਗਾ। ਜਿਤ ਘਰ ਹਰ ਕੰਤ ਨਾ ਪ੍ਰਗਟਈ। ਜਿਸ ਘਰ ਦੇ ਅੰਦਰ, ਭਾਵ ਹਿਰਦੇ ਰੂਪੀ ਘਰ ਦੇ ਅੰਦਰ, ਮਹਾਰਾਜ ਕਹਿੰਦੇ ਭਾਈ ਮੇਰਾ ਜੋ ਹਰੀ ਕੰਤਪਤੀ ਪਰਮਾਤਮਾ ਪਰਮੇਸ਼ਰ ਮਾਲਕ ਹੈ, ਉਹ ਸਾਖਿਆਤ ਨਹੀਂ ਹੁੰਦਾ ਹੈ। ਪਠ ਨਗਰ ਸੇ ਗ੍ਰਾਮ। ਮਹਾਰਾਜ ਕਹਿੰਦੇ ਭਾਵੇਂ ਉਹ ਸਾਧ ਸੰਗਤ ਜੀ ਵੱਡੇ ਨਗਰਾਂ ਦੀ ਨਿਆਈ ਕੀ ਹੈ ਕਿ ਰਾਜਿਆਂ ਦੀਆਂ ਦੇਹਾਂ ਹਨ, ਚਾਹੇ ਉਹ ਗ੍ਰਾਮ ਜਿਹੜੇ ਛੋਟੇ ਨਗਰਾਂ ਦੀ ਨਿਆਈ ਆਮ ਸਧਾਰਨ ਮਨੁੱਖ ਹਨ, ਚਾਹੇ ਵੱਡਾ ਅਮੀਰ ਹੈ ਚਾਹੇ ਗਰੀਬ ਹੈ, ਸਭ ਦੇ ਹੀ ਜਿਹੜੇ ਆ ਨਾ ਸਰੀਰ ਤੇ ਹਿਰਦੇ ਉਹ ਪੱਠ ਦੀ ਤਰ੍ਹਾਂ ਬਲਦੇ ਹੀ ਹੈ। ਪੱਠ ਭੱਖ ਲਾਉਂਦੇ ਆ ਨਾ, ਅੰਦਰ ਵਕਾਰਾਂ ਦੀ ਅਗਨੀ ਭਾਂਬੜੀ ਮਚਾਉਂਦੀ ਹੈ। ਬਹੁਤ ਜ਼ਿਆਦਾ ਜ਼ਹਿਰੀਲੇ ਮਨ ਹੁੰਦੇ ਹੈ, ਜ਼ਹਿਰ ਹੀ ਜ਼ਹਿਰ, ਈਰਖਾ ਹੀ ਈਰਖਾ, ਕ੍ਰੋਧ ਹੀ ਕ੍ਰੋਧ ਅੰਦਰ ਭਰਿਆ ਹੁੰਦਾ ਹੈ। ਮਹਾਰਾਜ ਕਹਿੰਦੇ ਪੱਠ ਨਗਰ ਸੇ ਗ੍ਰਾਮ। ਪ੍ਰਤੱਖ ਵੀ ਜਿਨ੍ਹਾਂ ਨਗਰਾਂ ਵਿੱਚ ਭਜਨ ਨਹੀਂ ਹੁੰਦਾ, ਜਿੱਥੇ ਸਤਸੰਗਤ ਨਹੀਂ ਹੁੰਦਾ, ਉਹ ਨਗਰ ਤੇ ਸ਼ਹਿਰ ਸਾਧ ਸੰਗਤ ਜੀ ਬਲਦੇ ਪੱਠ ਵਰਗੇ ਹੀ ਹੈ। ਉਹ ਸਰੀਰ ਵੀ ਜਿੱਥੇ ਵਾਹਿਗੁਰੂ ਦੀ ਬੰਦਗੀ ਨਹੀਂ ਹੁੰਦੀ, ਜਿਹੜੇ ਸਰੀਰ ਸਤਸੰਗਤ ਨਹੀਂ ਕਰਦੇ, ਮਹਾਰਾਜ ਕਹਿੰਦੇ ਪੱਠ ਵਾਂਗ ਭਖਦੇ ਰਹਿੰਦੇ ਆ, ਸਦਾ ਰਾਤ ਦਿਨ ਚਿੰਤਤ ਰਹਿੰਦੇ ਆ। ਤ੍ਰਿਸ਼ਨਾ ਦੀ ਚਿੰਤਾ ਦੀ ਅਗਨੀ ਅੰਦਰ ਪ੍ਰਜਵਲਿਤ ਰਹਿੰਦੀ ਹੈ। ਸਰਬ ਸਿਗਾਰ ਤੰਬੂਲ ਰਸ। ਜੇ ਕਰਕੇ ਮਹਾਰਾਜ ਜੀ ਹੁਣ ਪ੍ਰਮਾਣ ਦਿੰਦੇ ਆ ਕਿ ਕੋਈ ਇਸਤਰੀ ਪਤੀ ਤਾਂ ਉਹਨੂੰ ਪ੍ਰਾਪਤ ਨਾ ਹੋਵੇ, ਤੇ ਸਰਬ ਸਿੰਗਾਰ ਤੰਬੋਲ ਰਸ, ਸਾਰੇ ਸ਼ਿੰਗਾਰ ਲਾਏ ਹੋਣ ਉਹਨੇ 16 ਦੇ 16 ਸ਼ਿੰਗਾਰ, ਤੇ ਸਰਬ ਸਿੰਗਾਰ ਤੰਬੋਲ ਰਸ। ਤੰਬੋਲ ਕਹਿੰਦੇ ਆ ਪਾਨਾਂ ਦੇ ਬੀੜੇ ਨੂੰ ਚਬਾਉਣ ਨੂੰ। ਸਾਧ ਸੰਗਤ ਜੀ ਉਹ ਦਾਤਣ ਹੁੰਦੀ ਆ, ਉਹਨੂੰ ਕਰਕੇ ਤੇ ਬੁੱਲਾਂ ਆਦਿਕ ਨੂੰ ਰੰਗ ਲੈਂਦੇ। ਇਸ ਪ੍ਰਕਾਰ ਦਾ ਸ਼ਿੰਗਾਰ ਮੰਨਿਆ ਜਾਂਦਾ ਹੈ। ਤੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਸਾਰੇ ਰਸ ਜਿਹੜੇ ਆ ਉਹ ਵੀ ਭੋਗਣਾ ਕਰੇ, ਤੇ ਪਾਨਾਂ ਆਦਿਕ ਦਾ ਬੀੜਾ ਵੀ ਚਬਾਉਣਾ ਕਰੇ, ਤੇ ਸਾਰੇ ਸ਼ਿੰਗਾਰ ਵੀ ਆਪਣੇ ਸਰੀਰ ਤੇ ਲਾਉਣਾ ਕਰੇ। ਸਣ ਦੇਹੀ ਸਭ ਖਾਮ। ਮਹਾਰਾਜ ਕਹਿੰਦੇ ਸਮੇਤ ਦੇਹ ਦੇ ਸਾਰੇ ਵਿਅਰਥ ਚਲੇ ਜਾਂਦੇ ਆ ਜਦੋਂ ਪਤੀ ਦੀ ਪ੍ਰਾਪਤੀ ਨਹੀਂ ਹੈ। ਜਦੋਂ ਪਤੀ ਹੀ ਖੁਸ਼ ਨਹੀਂ ਹੋਇਆ
ਤੇ ਫਿਰ ਉਹ ਸਾਧਨ ਕੀਤੇ ਹੋਏ ਕੀ ਕਰਨਗੇ? ਇਸੇ ਪ੍ਰਕਾਰ ਹੀ ਸਰਬ ਸਿੰਗਾਰ ਤੰਬੋਲ ਰਸ। ਸਾਧ ਸੰਗਤ ਜੀ, ਜਿਹੜਾ ਸਿੰਗਾਰ ਕਰਨਾ ਕੀ ਹੈ? ਸਾਧਨ ਕਰਨੇ ਹਨ ਵਾਹਿਗੁਰੂ ਨੂੰ ਮਿਲਣ ਵਾਸਤੇ, ਪਰਮੇਸ਼ਰ ਦੇ ਮਿਲਣ ਲਈ ਜਦੋਂ ਆਪਾਂ ਸਾਧਨ ਕਰੀਏ ਇਹ ਸ਼ਿੰਗਾਰ ਕਰਨਾ ਹੁੰਦਾ ਹੈ। ਤੇ ਸਰਬ ਸਿੰਗਾਰ ਤੰਬੋਲ ਰਸ। ਤੰਬੋਲ ਹੁੰਦਾ ਜਿਵੇਂ ਪਾਨਾਂ ਦਾ ਬੀੜਾ ਚਪਾਉਂਦੇ ਐ, ਮੁਖ ਤੋਂ ਮਾਂ ਵਾਕਾਂ ਨੂੰ ਬੋਲਣ ਲੱਗ ਜਾਣਾ, ਗਿਆਨ ਦੀਆਂ ਗੱਲਾਂ ਮੁਖ ਤੋਂ ਬੋਲਣ ਲੱਗ ਜਾਣੀਆਂ, ਬੜਾ ਬੜਾ ਗਿਆਨ ਕਥਨ ਕਰਨ ਲੱਗ ਜਾਣਾ। ਇਹ ਵਾਲਾ ਜਿਹੜਾ ਨਾ ਮੁਖ ਤੋਂ ਸ਼ੁਭ ਬੋਲ ਬੋਲਣ ਦਾ ਵੀ, ਗਿਆਨ ਦੇ ਬੋਲ ਬੋਲਣ ਦਾ ਵੀ ਜਿਹੜਾ ਉਹ ਬਾਹਰੋਂ ਸ਼ਿੰਗਾਰ ਲਾ ਲਵੇ, ਤੇ ਫਿਰ ਸਾਰੇ ਇਸ ਪ੍ਰਕਾਰ ਜਿਹੜੇ ਰਸ ਹਨ, ਹਰ ਪ੍ਰਕਾਰ ਦੇ ਗਿਆਨ ਨੂੰ, ਚੰਗੀਆਂ ਗੱਲਾਂ ਨੂੰ ਜਿਹੜਾ ਉਹ ਬਾਹਰੀ ਤੌਰ ਤੇ ਧਾਰਨ ਕਰੇ, ਆਪ ਦੀ ਕਮਾਈ ਜੇ ਕਰਕੇ ਨਾ ਹੋਵੇ। ਸਣ ਦੇਹੀ ਸਭ ਖਾਮ। ਫਿਰ ਮਹਾਰਾਜ ਕਹਿੰਦੇ ਭਾਈ, ਜਦੋਂ ਵਾਹਿਗੁਰੂ ਦੀ ਸਾਖਿਆਤਾ ਨਹੀਂ ਹੋਈ, ਸਮੇਤ ਦੇਹ ਦੇ ਇਹ ਸਾਰੇ ਕੀਤੇ ਹੋਏ ਸਾਧਨ ਵੀ ਵਿਅਰਥ ਚਲੇ ਜਾਂਦੇ ਆ। ਬਾਹਰੀ ਸਾਧਨ ਤਾਂ ਕਰਦਾ, ਵਾਹਿਗੁਰੂ ਦਾ ਪਿਆਰ ਨਹੀਂ ਲੱਗਾ। ਕਦੇ ਇੰਨਾ ਚਿਰ ਹੋ ਗਿਆ ਯਤਨ ਕਰਦਿਆਂ, ਸਤ ਸੰਗਤ ਵਿੱਚ ਕਦੇ ਪ੍ਰੀਤ ਨਹੀਂ ਲੱਗੀ, ਕਦੇ ਮਨ ਵਿੱਚ ਬੈਰਾਗ ਨਹੀਂ ਆਇਆ, ਕਦੇ ਸੱਚਮੁੱਚ ਹੀ ਪਰਉਪਕਾਰ ਨਹੀਂ ਕੀਤਾ, ਆਪਣੇ ਜੀਵਨ ਦੇ ਅੰਦਰ ਢਾਲਿਆ ਨਹੀਂ ਗੁਰੂ ਜੀ ਦੇ ਉਪਦੇਸ਼ ਨੂੰ। ਤੇ ਫਿਰ ਮਹਾਰਾਜ ਕਹਿੰਦੇ ਨੇ ਸਾਰਾ ਕੁਝ ਇਹ ਕੀਤੇ ਹੋਏ ਸਾਧਨ ਜਿਹੜੇ ਐ ਉਹ ਦੇਹ ਦੇ ਸਮੇਤ ਹੀ ਸਾਰੇ ਵਿਅਰਥ ਚਲੇ ਜਾਂਦੇ ਐ, ਜੇ ਕਰਕੇ ਵਾਹਿਗੁਰੂ ਦੀ ਸਾਖਿਆਤਾ ਨਹੀਂ ਹੋਈ, ਜੇ ਕਰਕੇ ਹਿਰਦੇ ਵਿੱਚ ਆਨੰਦ ਹੀ ਸੁਖ ਹੀ ਨਹੀਂ ਆਇਆ। ਪ੍ਰਭ ਸੁਆਮੀ ਕੰਤ ਵਿਹੂਣੀਆਂ। ਜੋ ਪ੍ਰਭੂ ਸੁਧ ਭੂਮਾ ਰੂਪੀ ਬ੍ਰਹਮ ਹੈ, ਸੁਆਮੀ ਮਾਲਕ ਹੈ, ਉਸ ਕੰਤ ਤੋਂ ਪਤੀ ਤੋਂ ਵਿਹੂਣੀਆਂ ਜਿਹੜੀਆਂ ਸਖਣੀਆਂ ਹਨ ਜੀਵ ਰੂਪੀ ਇਸਤਰੀਆਂ। ਮੀਤ ਸੱਜਣ ਸਭ ਜਾਮ। ਮਹਾਰਾਜ ਕਹਿੰਦੇ ਭਾਈ, ਜਿਹੜੇ ਹੋਰ ਜਿੰਨੇ ਮਰਜੀ ਮਿੱਤਰ ਸੱਜਣ ਬਣਾਈ ਫਿਰੀਏ ਨਾ, ਉਹ ਜੰਮਵਤ ਦੁਖਦਾਈ ਹੀ ਸਾਬਤ ਹੁੰਦੇ ਆ। ਵਾਹਿਗੁਰੂ ਨਾਲ ਪਿਆਰ ਨਹੀਂ ਪਾਇਆ ਤਾਂ, ਜੇ ਪਰਮੇਸ਼ਰ ਤੋਂ ਜਿਹੜਾ ਪਿਆਰ ਤੋਂ ਮਨ ਜਿਹੜਾ ਵਿਹੂਣਾ ਹੈ, ਸਖਣਾ ਹੈ, ਤੇ ਕਿੰਨੇ ਸੰਸਾਰਤ ਰਿਸ਼ਤੇ ਨਾਤੇ ਹੋਣ, ਉਹ ਸਾਰੇ ਜੰਮਵਤ ਦੁਖਦਾਈ ਹੀ ਬਣ ਜਾਂਦੇ ਆ। ਇੱਕ ਦਿਨ ਉਹ ਸੁਖ ਸਰੂਪ ਨਹੀਂ ਰਹਿੰਦੇ ਹਨ। ਨਾਨਕ ਕੀ ਬੇਨੰਤਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਹੈ, ਵਾਹਿਗੁਰੂ ਜੀ ਸਾਡੀ ਤਾਂ ਆਪ ਦੇ ਚਰਨਾਂ ਵਿੱਚ ਮਹਾਰਾਜ ਇਹ ਬੇਨਤੀ ਹੈ, ਕਰ ਕਿਰਪਾ ਦੀਜੈ ਨਾਮ। ਮਹਾਰਾਜ ਕਿਰਪਾ ਕਰਕੇ ਸਾਨੂੰ ਆਪਣੇ ਨਾਮ ਦਾ ਦਾਨ ਦੇ ਦਿਓ, ਕਿਉਂਕਿ ਹੋਰ ਸਾਡੇ ਕੋਲ ਨਾਮ ਦੇ ਵੱਟੇ ਦੇਣ ਨੂੰ ਤਾਂ ਕੁਝ ਵੀ ਨਹੀਂ। ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਤਰਸ ਕਰਕੇ ਸਾਨੂੰ ਆਪਣੇ ਨਾਮ ਦੀ ਦਾਤ ਬਖਸ਼ ਦਿਓ। ਹਰ ਮੇਲੋ ਸੁਆਮੀ ਸੰਗ ਪ੍ਰਭ। ਹੇ ਪ੍ਰਭੂ ਕਿਰਪਾ ਕਰਕੇ ਆਪਣੇ ਨਾਲ ਮੇਲ ਲਵੋ, ਆਪਣੇ ਕੋਲ ਮਹਾਰਾਜ ਆਪਣੇ ਅਭੇਦ ਨਿਸ਼ਚੇ ਰੂਪੀ ਕੰਠ ਵਿੱਚ ਸਾਨੂੰ ਮਿਲਾ ਲਵੋ। ਜਿਸ ਕਾ ਨਿਹ ਚਲਤਾਮ। ਜਿਸ ਆਪ ਜੀ ਦਾ ਜਿਹੜਾ ਟਿਕੇ ਰਹਿਣ ਵਾਲਾ ਸਰੂਪ ਹੈ ਨਾ, ਉਸ ਸਰੂਪ ਵਿੱਚ ਮਹਾਰਾਜ ਸਾਨੂੰ ਅਭੇਦ ਕਰ ਲਵੋ। ਜਿਹੜਾ ਮਹਾਰਾਜ ਆਪ ਜੀ ਦਾ ਘਰ, ਜਿੱਥੇ ਮਹਾਰਾਜ ਨੇ ਕਿਹਾ ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ, ਉਸ ਮਹਾਰਾਜ ਸਰੂਪ ਰੂਪੀ ਘਰ ਵਿੱਚ ਸਾਨੂੰ ਮੇਲ ਲਵੋ, ਜੂਨਾ ਵਿੱਚ ਨਾ ਭਟਕਣਾ ਪਵੇ। ਸੱਚੇ ਪਾਤਸ਼ਾਹ ਬਾਹਰੋਂ ਇਹਨਾਂ ਇਹੋ ਜਿਹੇ ਸੰਸਾਰ ਦੇ ਅੰਦਰ ਆ ਕਰਕੇ ਫਿਰ ਦੁੰਦਵਾਦ ਵਿੱਚ ਨਾ ਫਸਣਾ ਪਵੇ। ਮਹਾਰਾਜ ਆਪਣੇ ਸਰੂਪ ਵਿੱਚ ਹੀ ਸਾਨੂੰ ਮੇਲ ਲਵੋ, ਅਭੇਦ ਕਰ ਲਵੋ, ਜਿਹੜਾ ਆਪ ਜੀ ਦਾ ਸਰੂਪ ਸਦਾ ਅਸਥਿਤ ਰਹਿਣ ਵਾਲਾ ਹੈ। ਚੇਤ ਗੋਵਿੰਦ ਆਰਾਧੀਐ। ਹੁਣ ਮਹਾਰਾਜ ਜੀ ਚੇਤਰ ਦਾ ਮਹੀਨਾ ਜਿਹੜਾ ਚੜ੍ਹਿਆ ਸਾਧ ਸੰਗਤ ਜੀ, ਹਜੂਰ ਹੁਣ ਇਸ ਮਹੀਨੇ ਦਾ ਮਹਾਰਾਜ ਉਪਦੇਸ਼ ਦਿੰਦੇ ਐ। ਬਸੰਤ ਦੀ ਰਿਤੂ ਹੈ, ਚਾਰ ਸ਼ਫੇਰਾ ਬਹੁਤ ਖਿੜਿਆ, ਫੁੱਲ ਵੀ ਐਨ ਰੰਗਾ ਰੰਗਾਂ ਦੇ ਖਿੜੇ ਹੋਏ, ਬਹੁਤ ਧਰਤੀ ਸੋਭਾ ਪਾਉਂਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਵੇਖ ਲੈ ਧਰਤੀ ਤੇ ਬਸੰਤ ਖਿੜ ਗਈ ਹੈ, ਤੇਰੇ ਅੰਦਰ ਬਸੰਤ ਨਹੀਂ ਖਿੜੀ। ਕਿਉਂ ਨਹੀਂ ਇਸ ਗੱਲ ਦਾ ਤੂੰ ਝੋਰਾ ਮੰਨਦਾ? ਤੇਰੇ ਅੰਦਰ ਵੀ ਬਸੰਤ ਦੀ ਰੁੱਤ ਖਿੜ ਜਾਵੇ। ਤੇਰੇ ਅੰਦਰ ਤਾਂ ਭੱਖ ਹੀ ਲੱਗਦੇ ਪਏ ਐ, ਤੱਤੀਆਂ ਲੂਆਂ ਹੀ ਵਗੀ ਜਾਂਦੀਆਂ ਹਨ। ਧਰਤੀ ਵੀ ਪੜਾਸ ਮਾਰਦੀ ਨਾ ਜਿਵੇਂ ਗਰਮੀ ਨਾਲ, ਇਵੇਂ ਤੇਰਾ ਹਿਰਦਾ ਜਿਹੜਾ ਨਾ ਵਕਾਰਾਂ ਦੀ ਪੜਾਸ ਹੀ ਮਾਰੀ ਜਾਂਦਾ ਹੈ। ਬੜੀ ਬੁਰੀ ਹਾਲਤ ਹੈ। ਵੇਖ ਤੇਰੇ ਅੰਦਰ ਬਸੰਤ ਦੀ ਰੁੱਤ ਨਹੀਂ ਲੱਗ ਰਹੀ, ਇਹ ਖੇੜੇ ਦੀ ਰੁੱਤ ਮੰਨੀ ਗਈ ਹੈ। ਖੁਸ਼ੀ ਦਾ ਵਾਚਕ ਹੈ ਬਸੰਤ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਐ, ਤੂੰ ਵੀ ਨਾਮ ਜਪ ਲੈ, ਤੇਰੇ ਅੰਦਰ ਵੀ ਖੇੜਾ ਪ੍ਰਗਟ ਹੋਵੇ, ਵਿਗਾਸ ਆ ਜਾਵੇ, ਵਿਸਮਾਦ ਦਾ ਸੁਖ ਪਾ ਕੇ ਨਿਹਾਲ ਹੋਵੇਂ।
ਸੱਚੇ ਪਾਤਸ਼ਾਹ ਉਹ ਕਿਵੇਂ ਹੋ ਸਕਦਾ ਹੈ? ਤੇ ਮਹਾਰਾਜ ਜੀ ਕਹਿੰਦੇ ਹਨ, ਚੇਤ ਗੋਵਿੰਦ ਆਰਾਧੀਐ। ਚੇਤਰ ਦੇ ਮਹੀਨੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਪ੍ਰਿਥਵੀ ਦਾ ਪਾਲਕ ਹੈ ਉਹਦੀ ਆਰਾਧਨਾ ਕਰੀਏ, ਵਾਹਿਗੁਰੂ ਨੂੰ ਚੇਤੇ ਕਰੀਏ। ਸੱਚੇ ਪਾਤਸ਼ਾਹ ਮਹਾਰਾਜ ਵੇਖੋ ਸਾਨੂੰ ਇੱਕ ਇੱਕ ਮਹਾਰਾਜ ਸੱਚੇ ਪਾਤਸ਼ਾਹ ਦਿਨ ਨਾਲ ਵੀ ਸਿੱਖਿਆ ਦਿੱਤੀ ਹੈ। ਹਜੂਰ ਨੇ ਸਵਾਸ ਸਵਾਸ ਇਹ ਦ੍ਰਿੜ ਕਰਾਇਆ ਹੈ ਕਿ ਨਾਮ ਤੋਂ ਬਿਨਾਂ ਕਦਾ ਵੀ ਕਲਿਆਣ ਨਹੀਂ। ਇਸ ਕਰਕੇ ਜਦੋਂ ਨਵਾਂ ਸਾਲ ਚੜ੍ਹਦਾ ਹੈ ਸਾਧ ਸੰਗਤ ਜੀ, ਜਦੋਂ ਮਨ ਜਾਗ ਪਏ ਉਦੋਂ ਹੀ ਨਵਾਂ ਦਿਨ ਹੈ। ਕਿਉਂਕਿ ਜਦੋਂ ਕੋਈ ਸੋਝੀ ਪੈ ਜਾਂਦੀ ਹੈ ਨਾ ਤੇ ਪਿਛਲੇ ਸਾਰੇ ਔਗਣ ਛੁੱਟ ਜਾਂਦੇ ਆ। ਵੇਖਣ ਵਾਲੇ ਵੀ ਸਿਆਣੇ ਕਹਿੰਦੇ ਭਾਈ ਇਹਦਾ ਤਾਂ ਨਵਾਂ ਹੀ ਜਨਮ ਹੋ ਗਿਆ। ਇੰਨੀ ਸ਼ਰਾਬ ਪੀਂਦਾ ਸੀ, ਇੰਨਾ ਕੁਕਰਮ ਕਰਦਾ ਸੀ, ਇੰਨਾ ਰੰਗ ਲੱਗ ਗਿਆ ਇਹਨੂੰ, ਇਹ ਸਤਸੰਗੀ ਬਣ ਗਿਆ, ਗੁਰੂ ਜੀ ਦਾ ਅੰਮ੍ਰਿਤ ਛਕ ਲਿਆ, ਇਹਦਾ ਨਵਾਂ ਹੀ ਜਨਮ ਹੋ ਗਿਆ। ਜਦੋਂ ਸਮਝ ਪੈ ਜੇ ਨਾ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ, ਉਦੋਂ ਹੀ ਸਾਧ ਸੰਗਤ ਜੀ ਪਿਛਲੀ ਸਾਰੀ ਝੂਠ ਧੋ ਕੇ ਆਪਣਾ ਮਹਾਰਾਜ ਚਰਨਾਂ ਦਾ ਪਿਆਰ ਬਖਸ਼ਿਸ਼ ਕਰ ਦਿੰਦੇ। ਜਦੋਂ ਗਿਆਨ ਕਾਲ ਦੇ ਵਿੱਚ ਜੀਵ ਜਾਗਦਾ ਹੈ ਉਦੋਂ ਹੀ ਸਾਰਾ ਹਨੇਰਾ ਟੁੱਟ ਜਾਂਦਾ ਹੈ। ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਵਰਤਦੀ ਹੈ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ, ਜੇ ਤੂੰ ਵੀ ਗਿਆਨ ਕਾਲ ਵਿੱਚ ਜਾਗਣਾ ਨਾ ਤੇ ਫਿਰ ਵੇਖ ਲੈ ਨਵਾਂ ਸਾਲ ਚੜਿਆ, ਚੇਤਰ ਦਾ ਮਹੀਨਾ ਚੜਿਆ, ਅੱਜ ਤੋਂ ਹੀ ਨਿਯਮ ਬਣਾ ਲੈ। ਕਿਉਂਕਿ ਇਹ ਸਮੇਂ ਦੇ ਸੂਚਕ ਤੈਨੂੰ ਜਗਾਉਂਦੇ ਐ ਕਿ ਸਾਲ ਲੰਘ ਗਿਆ ਹੀ, ਅਗਲਾ ਆ ਗਿਆ। ਹੁਣ ਤੂੰ ਸੋਚਦਾ ਕਿ ਪਿਛਲੇ ਵਰਗਾ ਹੀ ਹੈ, ਨਹੀਂ, ਦਿਨ ਤੇ ਪੈਰ ਪੈਰ ਤੇ ਘਰੀਆਂ, ਆਵ ਘਟੈ ਤਨ ਛੀਜੈ। ਇਹ ਤਾਂ ਵਹਿੰਦੀ ਜਾ ਰਹੀ ਹੈ, ਬਹਿਤੀ ਜਾਤ। ਕਦੇ ਮਹਾਰਾਜ ਕਹਿੰਦੇ ਦ੍ਰਿਸ਼ਟ ਨਾ ਧਾਰਤ, ਤੂੰ ਆਪਣੀ ਦ੍ਰਿਸ਼ਟੀ ਨਹੀਂ ਪਾਉਂਦਾ ਇੱਧਰ ਨੂੰ, ਅਗਿਆਤ ਭੁੱਲਿਆ ਹੋਇਆ ਹੈ। ਉਮਰਾਂ ਤਾਂ ਤੇਰੀ ਵਹਿੰਦੀ ਜਾ ਰਹੀ ਹੈ, ਲੰਘਦੀ ਜਾ ਰਹੀ ਹੈ। ਜੋ ਦਿਨ ਆਵਹਿ ਸੋ ਦਿਨ ਜਾਹੀ, ਜਿਹੜਾ ਦਿਨ ਆ ਰਿਹਾ ਉਹ ਲੰਘ ਰਿਹਾ ਹੈ। ਇਹ ਜਿਹੜਾ ਨਵਾਂ ਸਾਲ ਚੜਿਆ ਨਾ, ਇਹ ਤੈਨੂੰ ਸੂਚਨਾ ਦੇ ਰਿਹਾ ਹੈ ਕਿ ਤੂੰ ਆਪਣੀ ਜ਼ਿੰਦਗੀ ਦੇ ਅੰਦਰ ਨਵਾਂ ਸਾਲ ਚੜਾ ਲੈ। ਤੂੰ ਪਿਛਲੀਆਂ ਜਿਹੜੀਆਂ ਗਲਤੀਆਂ ਹੋ ਗਈਆਂ ਉਹਨਾਂ ਦਾ ਖਹਿੜਾ ਛੱਡ ਦੇ, ਉਹਨਾਂ ਦੇ ਝੋਰੇ ਛੱਡ ਦੇ। ਅੱਜ ਤੋਂ ਹੀ ਮਨ ਕਰਕੇ ਗੁਰੂ ਜੀ ਦੀ ਸਿੱਖੀ ਧਾਰਨ ਕਰ ਲੈ, ਚੰਗੇ ਕਰਮਾਂ ਦਾ ਸੰਕਲਪ ਕਰ ਲੈ। ਕਦੇ ਕਿਸੇ ਦਾ ਦਿਲ ਨਹੀਂ ਦਿਖਾਉਣਾ। ਅੱਜ ਤੋਂ ਨਾਮ ਜਪਿਆ ਕਰਨਾ, ਅੰਮ੍ਰਿਤ ਵੇਲੇ ਉੱਠ ਕੇ ਭਜਨ ਕਰਿਆ ਕਰਨਾ, ਅੰਮ੍ਰਿਤ ਛਕ ਲੈਣਾ, ਸਾਰੀ ਝੂਠ ਧੋ ਦੇਣੀ ਹੈ। ਤੇਰਾ ਨਵਾਂ ਹੀ ਸਾਲ ਚੜ ਜਾਣਾ, ਤੇਰਾ ਨਵਾਂ ਹੀ ਜਨਮ ਹੋ ਜਾਣਾ। ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਉਮਰ ਤਾਂ ਉਹੀ ਲੇਖੇ ਵਿੱਚ ਪੈਂਦੀ ਹੈ ਨਾ ਜੋ ਯਾਦ ਸਾਈਂ ਵਿੱਚ ਗੁਜਰੇ, ਪੈਂਦੀ ਮੁਜਰੇ। ਹੋਰ ਤਾਂ ਸਾਧ ਸੰਗਤ ਜੀ ਉਮਰ ਵਿਅਰਥ ਹੀ ਜਾਂਦੀ ਹੈ ਨਾ ਸਾਰੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਜੇ ਚੇਤਰ ਦਾ ਮਹੀਨਾ ਚੜਿਆ ਨਾ, ਇਹ ਤੇਰਾ ਜਨਮ ਹੀ ਚੇਤਰ ਦਾ ਮਹੀਨਾ ਹੈ। ਇਹ ਜਿਹੜਾ ਮਨੁੱਖਾ ਜਨਮ ਹੈ ਨਾ, ਇਹੀ ਚੇਤਰ ਦਾ ਮਹੀਨਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਮਨੁੱਖਾ ਜਨਮ ਦੇ ਵਿੱਚ ਕੀ ਕਰਨਾ ਹੈ? ਗੋਬਿੰਦ ਦੀ ਆਰਾਧਨਾ ਕਰ ਲੈ, ਵਾਹਿਗੁਰੂ ਨੂੰ ਚੇਤੇ ਕਰ ਲੈ। ਕਿਉਂਕਿ ਤੂੰ ਚੇਤੇ ਕੁਝ ਹੋਰ ਕਰੀ ਬੈਠਾ ਹੈ। ਮਹਾਰਾਜ ਜੀ ਨੇ ਕਿਹਾ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਆਉਦ ਵਿਹਾਤ ਹੈ, ਫੂਟੈ ਘਟ ਜਿਉ ਪਾਨੀ। ਜਿਵੇਂ ਟੁੱਟੇ ਘੜੇ ਚੋਂ ਪਾਣੀ ਨਿਕਲਦਾ ਹੈ ਨਾ, ਇਵੇਂ ਮਹਾਰਾਜ ਕਹਿੰਦੇ ਤੇਰੇ ਸਰੀਰ ਰੂਪੀ ਘੜੇ ਵਿੱਚੋਂ ਸਵਾਸਾਂ ਰੂਪੀ ਪਾਣੀ ਨਿਕਲਦਾ ਜਾ ਰਿਹਾ ਹੈ। ਤੇ ਤੂੰ ਸੋਚ ਰਿਹਾ ਹੈ ਕਿ ਉਮਰ ਮੇਰੀ ਵੱਡੀ ਹੋ ਰਹੀ ਹੈ, ਮੈਂ ਜਵਾਨ ਹੋ ਰਿਹਾ ਹਾਂ, ਮੈਂ ਤਗੜਾ ਹੋ ਰਿਹਾ ਹਾਂ। ਨਹੀਂ, ਇਹ ਸਭ ਕੁਝ ਘਟਦਾ ਜਾ ਰਿਹਾ ਹੈ। ਨਿਤਾ ਪ੍ਰਤੀ ਇਹ ਘਟ ਰਿਹਾ ਹੈ ਜੋ ਕੁਝ ਤੈਨੂੰ ਪ੍ਰਾਪਤ ਹੈ। ਇਸ ਕਰਕੇ ਵਾਹਿਗੁਰੂ ਦਾ ਨਾਮ ਚੇਤੇ ਕਰ ਲੈ। ਭਰਤਰੀ ਜੀ ਨੇ ਕਿਹਾ ਕਿ ਇਹ ਤਨ ਚੇਤਨ ਚੇਤਨ ਹੇਤ ਦਿਓ, ਨਹਿ ਭੋਗਨ ਹੇਤ ਜਗਦੀਸ਼ ਦਿਓ। ਇਹ ਤੈਨੂੰ ਚੇਤਾ ਕਰਨ ਵਾਸਤੇ ਵਾਹਿਗੁਰੂ ਨੇ ਸਰੀਰ ਦਿੱਤਾ ਹੈ, ਭੋਗਾਂ ਨੂੰ ਭੋਗਣ ਵਾਸਤੇ ਨਹੀਂ ਸਰੀਰ ਦਿੱਤਾ ਹੈ। ਤੂੰ ਭੋਗਾਂ ਦੇ ਭੋਗਣ ਵਿੱਚ ਹੀ ਆਨੰਦ ਮਾਣਿਆ ਹੋਇਆ ਹੈ। ਸਤਿਗੁਰੂ ਜੀ ਕਹਿੰਦੇ ਨੇ, ਚੇਤ ਗੋਬਿੰਦ ਆਰਾਧੀ ਹੈ। ਚੇਤਰ ਦਾ ਮਹੀਨਾ ਤੈਨੂੰ ਚੇਤੇ ਕਰਾ ਰਿਹਾ ਹੈ, ਤੈਨੂੰ ਸੰਕੇਤ ਦੇ ਰਿਹਾ ਹੈ, ਕੁਝ ਸਮਝਾ ਰਿਹਾ ਹੈ। ਇਹ ਚੜਿਆ ਹੋਇਆ ਸੰਗਰਾਮ ਦਾ ਪੁਰਬ ਤੈਨੂੰ ਕੋਈ ਸੰਦੇਸ਼ ਦਿੰਦਾ ਹੈ। ਚੇਤਰ ਦਾ ਮਹੀਨਾ ਤੈਨੂੰ ਕਹਿੰਦਾ ਚੇਤੇ ਕਰ, ਪਰਮੇਸ਼ਰ ਦਾ ਚੇਤਾ ਕਰ। ਜਿਨ ਤੈਨੂੰ ਪੈਦਾ ਕੀਤਾ ਉਸ ਨੂੰ ਆਪਣੇ ਜ਼ਿਹਨ ਵਿੱਚ ਯਾਦ ਕਰ। ਤੇ ਮਹਾਰਾਜ ਕਹਿੰਦੇ ਭਾਈ ਉਹਦੀ ਆਰਾਧਨਾ ਕਰ। ਬਾਰ-ਬਾਰ ਆਰਾਧੀਆ ਦਾ ਭਾਵ ਹੁੰਦਾ ਬਾਰ-ਬਾਰ ਜਪਣਾ, ਆਰਾਧਨਾ ਕਰਨੀ, ਪਰਮੇਸ਼ਰ ਦੇ ਅੱਗੇ ਹੱਥ ਜੋੜਨੇ, ਡੰਡੌਤ ਕਰਨੀ, ਸੱਚੇ ਪਾਤਸ਼ਾਹ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣਨਾ। ਇਉਂ ਮਹਾਰਾਜ ਕਹਿੰਦੇ ਭਾਈ ਉਹਦੀ ਆਰਾਧਨਾ ਕਰ।
ਹੋਵੇ ਆਨੰਦ ਘਣਾ। ਕਿੱਥੇ ਦੁੱਖਾਂ 'ਚ ਟੁੱਟ ਟੁੱਟ ਮਰਦਾ ਰਹਿਣਾ ਏ, ਜੇ ਤੂੰ ਚੇਤਰ ਦੇ ਮਹੀਨੇ 'ਚ ਵਾਹਿਗੁਰੂ ਨੂੰ ਯਾਦ ਕਰੇਂਗਾ ਨਾ, ਇੰਨਾ ਆਨੰਦ ਤੈਨੂੰ ਪ੍ਰਾਪਤ ਹੋਣਾ ਤੇਥੋਂ ਮਿਲਿਆ ਹੀ ਨਹੀਂ ਜਾਣਾ। ਘਣਾ ਆਨੰਦ ਮਿਲਣਾ, ਬਹੁਤਾ ਸੁੱਖ ਤੈਨੂੰ ਪ੍ਰਾਪਤ ਹੋਵੇਗਾ। ਫਿਰ ਤੈਨੂੰ ਪਤਾ ਲੱਗਣਾ ਕਿ ਵਾਕਿਆ ਹੀ ਨਵਾਂ ਸਾਲ ਚੜ੍ਹ ਗਿਆ। ਫਿਰ ਤੈਨੂੰ ਸਮਝ ਪੈ ਜਾਣੀ ਹੈ ਕਿ ਵਾਕਿਆ ਹੀ ਨਵੀਂ ਜ਼ਿੰਦਗੀ ਦਾ ਆਗਾਜ਼ ਹੋ ਗਿਆ। ਸੱਚੇ ਪਾਤਸ਼ਾਹ ਕਹਿੰਦੇ ਹੋਵੇ ਆਨੰਦ ਘਣਾ, ਹੋ ਜਾਵੇਗਾ ਤੈਨੂੰ ਘਣਾ ਆਨੰਦ, ਬਹੁਤਾ ਆਨੰਦ। ਜਿਵੇਂ ਬਾਹਰ ਸਾਰੀ ਧਰਤੀ ਸਰ ਸਬਜ਼ ਹੋ ਗਈ, ਤੇਰੇ ਅੰਦਰ ਵੀ ਸਾਰੀ ਇਉਂ ਗੁਣਾਂ ਨਾਲ ਸਰ ਸਬਜ਼ ਹੋ ਜਾਵੇਂਗਾ। ਹਰਿਆਵਲਤਾ ਛਾ ਜਾਵੇਗੀ ਸੁਭ ਗੁਣਾਂ ਦੀ ਤੇਰੇ ਅੰਦਰ। ਮਹਾਰਾਜ ਕਹਿੰਦੇ ਘਣਾ ਬਹੁਤਾ ਆਨੰਦ ਪ੍ਰਾਪਤ ਹੋਵੇਗਾ। ਫਲ ਵੀ ਬੜੇ ਰਸਦਾਇਕ ਹੋ ਕਰਕੇ ਬੜੇ ਆਨੰਦਮਈ ਹੁੰਦੇ ਐ। ਮਹਾਰਾਜ ਕਹਿੰਦੇ ਉਹ ਗਿਆਨ ਫਲ ਦੇ ਨਾਲ ਰਸ ਕੇ ਜਦੋਂ ਤੈਨੂੰ ਆਨੰਦ ਆਇਆ ਨਾ, ਫਿਰ ਨਿਹਾਲ ਹੋਵੇਂਗਾ ਕਿ ਇੰਨਾ ਆਨੰਦ ਹੈ। ਉਹ ਘਣਾ ਆਨੰਦ ਹੈ। ਮਹਾਰਾਜ ਕਹਿੰਦੇ ਉਹਦੀ ਬਾਬਤ ਦੱਸਿਆ ਨਹੀਂ ਜਾਂਦਾ ਕਿ ਕਿੰਨਾ ਕੁ ਆਨੰਦ ਹੈ। ਸੰਤ ਜਨਾ ਮਿਲ ਪਾਈ ਐ, ਸਤਪੁਰਸ਼ਾਂ ਦੀ ਸੰਗਤ ਕਰਕੇ ਮਹਾਰਾਜ ਕਹਿੰਦੇ ਮਿਲ ਕੇ ਉਹਨਾਂ ਨਾਲ ਭਾਈ ਇਸ ਆਨੰਦ ਨੂੰ ਪਾਈਦਾ ਹੈ। ਵਾਹਿਗੁਰੂ ਦੇ ਆਰਾਧਨਾ ਦੀ ਦਾਤ ਵੀ ਸੰਤਾਂ ਮਹਾਂਪੁਰਸ਼ਾਂ ਦੀ ਸਤ ਸੰਗਤ ਵਿੱਚ ਮਿਲ ਕਰਕੇ ਮਹਾਰਾਜ ਕਹਿੰਦੇ ਭਾਈ ਪਾਈ ਦੀ ਆ। ਰਸਨਾ ਨਾਮ ਭਾਣਾ, ਸੰਗਤ ਵਿੱਚ ਮਹਾਰਾਜ ਮਿਲੀਦਾ ਕਿਵੇਂ ਆ? ਹਜੂਰ ਕਹਿੰਦੇ ਜੇ ਭਾਈ ਰਸਨਾ ਦੇ ਨਾਲ ਨਾਮ ਨੂੰ ਭਣਾ ਉਚਾਰਨ ਕਰੀਏ, ਉੱਥੇ ਹੀ ਸਤ ਸੰਗਤ ਬਣ ਜਾਂਦੀ ਹੈ। ਵਾਹਿਗੁਰੂ ਜੀ ਦੇ ਨਾਮ ਨੂੰ ਆਪਣੀ ਰਸਨਾ ਤੋਂ ਭਣਾ ਉਚਾਰਨ ਕਰੀਏ, ਫਿਰ ਸਤ ਸੰਗਤ ਵਿੱਚ ਕੀਰਤਨ ਕਥਾ ਸੁਣੀਏ, ਨਾਲ ਗੁਪਤ ਰਸਨਾ ਨਾਲ ਅੰਦਰ ਅੰਦਰ ਬਿਰਤੀ ਨੂੰ ਇਕਾਗਰ ਰੱਖੀਏ। ਮਨ ਖਰੇ ਗਾਫਲ ਹੋਇਆ ਕਦੋਂ ਚਲਾਕੀ ਨਾਲ ਕਿੱਧਰ ਨੂੰ ਚਲਿਆ ਜਾਂਦਾ। ਬੈਠੇ ਸੰਗਤ ਕਰਦੇ ਆ ਸਰੀਰ ਕਰਕੇ, ਮਨ ਜਿਹੜਾ ਉਦਾਸ ਉਪਰਾਮ ਹੋਇਆ ਕਿਤੇ ਹੋਰ ਹੀ ਲੈ ਵੜਦਾ ਹੈ। ਇੰਨਾ ਉਪਦੇਸ਼ ਮਹਾਰਾਜ ਜੀ ਦਾ ਜੀਵਨ ਦੇ ਸਫਲ ਕਰਨ ਵਾਲਾ, ਮਨ ਗਾਫਲ ਸੁਣਨ ਹੀ ਨਹੀਂ ਦਿੰਦਾ, ਸੁਸਤੀ ਪਾ ਦਿੰਦਾ ਸਰੀਰ ਨੂੰ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸੰਗਤ ਵਿੱਚ ਜੁੜ, ਤੇ ਤੂੰ ਜਦੋਂ ਰਸਨਾ ਨਾਲ ਨਾਮ ਜਪੇਂਗਾ, ਇਹ ਨਾਮ ਤੇਰੇ ਚਿੱਤ ਨੂੰ ਇਕਾਗਰ ਕਰੀ ਰੱਖੇਗਾ, ਤੇ ਸੰਤਾਂ ਦੀ ਸੰਗਤ ਵਿੱਚ ਮਿਲ ਕੇ ਪਾ ਲਵੇਂਗਾ। ਰਸਨਾ ਤੋਂ ਨਾਮ ਨੂੰ ਭਣਾ ਉਚਾਰਨ ਕਰ ਸੰਗਤ ਕਰਦਿਆਂ। ਜਿਨ ਪਾਇਆ ਪ੍ਰਭ ਆਪਣਾ, ਜਿਨ੍ਹਾਂ ਨੇ ਪ੍ਰਭੂ ਨੂੰ ਪਾ ਲਿਆ ਤੇ ਆਪਣਾ ਜਾਣ ਕਰਕੇ ਕਿ ਇਹ ਤਾਂ ਮੇਰਾ ਆਪਾ ਹੀ ਹੈ, ਮੈਂ ਕਿੱਥੇ ਐਵੇਂ ਭਟਕਦਾ ਫਿਰਦਾ ਸੀ। ਵਾਹਿਗੁਰੂ ਨੂੰ ਆਪਣਾ ਜਾਣ ਕਰਕੇ ਜਿਨ੍ਹਾਂ ਨੇ ਭਾਈ ਪਾਇਆ ਏ, ਆਏ ਤਿਸ ਹੈ ਗਣਾ, ਉਹਨਾਂ ਦਾ ਆਇਆ ਹੋਇਆ ਇਸ ਸੰਸਾਰ ਵਿੱਚ ਗਿਣਤੀ 'ਚ ਪੈਂਦਾ ਹੈ। ਨਹੀਂ ਤੇ ਸਾਧ ਸੰਗਤ ਜੀ ਵੇਖ ਲਓ, ਮੱਛਰਾਂ ਦੀਆਂ ਜੂਨਾਂ ਇੱਕ ਇੱਕ ਪੈਰ 'ਚ ਕਿੰਨੀਆਂ ਮਰ ਜਾਂਦੀਆਂ ਹਨ, ਕਿੰਨੇ ਆਉਂਦੇ ਕਿੰਨੇ ਜਾਂਦੇ, ਕੀ ਪਤਾ ਲੱਗਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਨਾਂ ਦਾ ਆਉਣਾ ਗਿਣਤੀ 'ਚ ਨਹੀਂ ਪੈਂਦਾ ਹੈ। ਜਿਨ੍ਹਾਂ ਨੇ ਵਾਹਿਗੁਰੂ ਦੇ ਪਿਆਰ ਨੂੰ ਪਾ ਕਰਕੇ ਆਪਣੇ ਜੀਵਨ ਨੂੰ ਸਫਲਾ ਕੀਤਾ ਨਾ, ਉਹਨਾਂ ਦਾ ਆਇਆ ਹੋਇਆ ਮਹਾਰਾਜ ਕਹਿੰਦੇ ਲੇਖੇ ਵਿੱਚ ਪੈ ਜਾਂਦਾ ਹੈ, ਗਿਣਤੀ ਵਿੱਚ ਪੈ ਜਾਂਦਾ ਏ। ਇੱਕ ਖੇਣ ਤਿਸ ਬਿਨ ਜੀਵਣਾ, ਇੱਕ ਖਿਨ ਮਾਤਰ ਵੀ ਜਿਨ੍ਹਾਂ ਨੂੰ ਪ੍ਰੀਤ ਲੱਗਦੀ ਹੈ, ਕਹਿੰਦੇ ਤਿਸ ਵਾਹਿਗੁਰੂ ਤੋਂ ਬਿਨਾਂ ਜਿਹੜਾ ਜਿਉਣਾ ਹੈ ਬਿਰਥਾ ਜਨਮ ਜਣਾ, ਉਹ ਸਾਰਾ ਜਨਮ ਹੀ ਵਿਅਰਥ ਜਿਹੜਾ ਹੈ ਲੰਘ ਗਿਆ। ਜਾਣਦੇ ਕਿ ਜਦੋਂ ਉਹਨਾਂ ਨੂੰ ਪਰਮੇਸ਼ਰ ਭੁੱਲਦਾ ਹੈ ਨਾ, ਇਉਂ ਸੋਚਦੇ ਆ ਕਿ ਕਾਹਨੂੰ ਇਹ ਜਨਮ ਹੀ ਸਾਰਾ ਵਿਅਰਥ ਹੋ ਗਿਆ। ਇੱਕ ਖਿਨ ਮਾਤਰ ਵੀ ਵਾਹਿਗੁਰੂ ਦਾ ਨਾਮ ਨਹੀਂ ਵਿਸਰਦਾ ਉਹਨਾਂ ਨੂੰ। ਮਹਾਰਾਜ ਕਹਿੰਦੇ ਇੰਨੀ ਤਰ ਤੀਬਰ ਬਰਾਗ ਨਾਲ ਵਾਹਿਗੁਰੂ ਦਾ ਨਾਮ ਜਪਦੇ ਆ, ਬਿਰਥਾ ਜਨਮ ਜਣਾ, ਸਾਰਾ ਹੀ ਉਹਨਾਂ ਦਾ ਜਨਮ ਜਿਹੜਾ ਸੋਚਦੇ ਆ ਕਿ ਇੱਕ ਖਿਨ ਜਿਹੜਾ ਗੁਜ਼ਰ ਗਿਆ, ਇਹ ਜਨਮ ਹੀ ਵਿਅਰਥ ਜਿਹੜਾ ਹੈ, ਆਇਆ ਹੋਇਆ ਮਿਲਿਆ ਹੋਇਆ ਚਲਿਆ ਗਿਆ ਏ। ਜਲ ਥਲ ਮਹਿਲ ਪੂਰਿਆ, ਹਜੂਰ ਕਹਿੰਦੇ ਮੇਰਾ ਵਾਹਿਗੁਰੂ ਜਲਾਂ ਵਿੱਚ ਵੀ ਜਲ ਰੂਪ ਹੋ ਕਰਕੇ, ਥਲਾਂ ਵਿੱਚ ਥਲ ਰੂਪ ਹੋ ਕਰਕੇ, ਤੇ ਮਹੀ ਧਰਤੀ ਤੇ ਅਲ ਆਕਾਸ਼ ਦੇ ਅੰਦਰ ਪੂਰਿਆ ਹੋਇਆ ਸਮਾਇਆ ਹੋਇਆ ਏ। ਰਵਿਆ ਵਿੱਚ ਵਣਾ, ਤੇ ਵਣਾ ਜੰਗਲਾਂ ਦੇ ਵਿੱਚ ਵੀ ਮਹਾਰਾਜ ਕਹਿੰਦੇ ਭਾਈ ਉਹ ਰਵਿਆ ਹੋਇਆ ਮਿਲਿਆ ਹੋਇਆ ਇਸੇ ਪ੍ਰਕਾਰ ਹੀ। ਜਲ ਥਲ ਮਹਿਲ ਪੂਰਿਆ, ਜਲ ਦੀ ਨਿਆਈ ਜਿਹੜੇ ਪ੍ਰੇਮੀ ਆ ਉਹਨਾਂ ਦੇ ਅੰਦਰ ਵੀ ਪੂਰਿਆ ਹੋਇਆ ਹੈ। ਥਲ ਦੀ ਨਿਆਈ ਜਿਹੜੀ ਸਹਿਤ ਕਾਮਨਾ ਦੇ ਇੱਛਾ ਕਰਕੇ ਸਾਧ ਸੰਗਤ ਜੀ ਜਿਹੜਾ ਹੈ ਕਰਮ ਕਰਦੇ, ਉਹਨਾਂ ਵਿੱਚ ਵੀ ਵਾਹਿਗੁਰੂ ਜੀ ਪੂਰੇ ਹੋਏ ਹੈ। ਤੇ ਇਸ ਪ੍ਰਕਾਰ ਜਲ ਥਲ ਮਹੀਲ, ਮਈ ਧਰਤੀ ਦੀ ਨਿਆਈ ਸਾਧ ਸੰਗਤ ਜੀ ਜਿਨ੍ਹਾਂ ਦੇ ਨਿਮਰਤਾਵਾਨ ਚਿੱਤ ਹਨ। ਆਕਾਸ਼ ਦੀ ਨਿਆਈ ਜਿਨ੍ਹਾਂ ਦੀ ਬਿਰਤੀ ਉੱਚੀ ਉੱਠ ਗਈ ਹੈ ਪਦਾਰਥਾਂ ਤੋਂ। ਸੱਚੇ ਪਾਤਸ਼ਾਹ ਜੀ ਕਹਿੰਦੇ ਸਭ ਥਾਵਾਂ ਦੇ ਅੰਦਰ ਮੇਰਾ ਵਾਹਿਗੁਰੂ ਪੂਰਿਆ ਹੋਇਆ ਮਿਲਿਆ ਹੋਇਆ ਏ। ਰਵਿਆ ਵਿੱਚ ਵਣਾ, ਤੇ ਬਣਾ ਦੀ ਨਿਆਈ ਜਿਹੜੇ ਇੰਦਰੀਏ ਹਨ,
ਇੰਦਰੀਆਂ ਦੇ ਵਿੱਚ ਵੀ ਵਾਹਿਗੁਰੂ ਰਵਿਆ ਹੋਇਆ ਮਿਲਿਆ ਹੋਇਆ ਹੈ। ਸੋ ਪ੍ਰਭ ਚਿਤ ਨ ਆਵੇ। ਮਹਾਰਾਜ ਜੇ ਉਹ ਵਾਹਿਗੁਰੂ ਚੇਤੇ ਨਹੀਂ ਆਉਂਦਾ ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜੇ ਉਹ ਵਾਹਿਗੁਰੂ ਚਿੱਤ ਵਿੱਚ ਚੇਤੇ ਨਾ ਆਵੇ ਤਾਂ ਕਿਤੜਾ ਦੁੱਖ ਗਣਾ। ਕਿੱਡਾ ਕੁ ਵੱਡਾ ਦੁੱਖ ਲੱਗਦਾ ਹੈ। ਮਹਾਰਾਜ ਕਹਿੰਦੇ ਕੀ ਗਿਣ ਕੇ ਦਸੀਏ ਤੈਨੂੰ ਭਾਈ, ਇਹ ਤਾਂ ਬਹੁਤ ਵੱਡਾ ਦੁੱਖ ਲੱਗਦਾ ਹੈ। ਪਰਮੇਸ਼ਰ ਦਾ ਨਾਮ ਨਾ ਚੇਤੇ ਆਵੇ ਤਾਂ ਮਹਾਰਾਜ ਕਹਿੰਦੇ ਦੁੱਖਾਂ ਦੀਆਂ ਪੰਡਾਂ ਹੀ ਖੁੱਲ ਜਾਂਦੀਆਂ। ਫਿਰ ਦੁੱਖ ਹੀ ਦੁੱਖ ਹੈ, ਇੱਥੇ ਵੀ ਦੁਖੀ, ਪਰਲੋਕ 'ਚ ਜਮਾਂ ਦੀ ਮਾਰ। ਕਿੰਨਾ ਕੁ ਦੁੱਖ ਮਹਾਰਾਜ ਕਹਿੰਦੇ ਗਿਣ ਕੇ ਦਸੀਏ। ਜਿਹੜਾ ਜੀਵ ਨੂੰ ਸਹਾਰਨਾ ਪੈਂਦਾ, ਬੜੀ ਮਾਰ ਸਹਾਰਨੀ ਪੈਂਦੀ ਹੈ। ਦੁੱਖ ਨਹੀਂ ਖਹਿੜਾ ਛੱਡਦੇ, ਗਿਣੇ ਨਹੀਂ ਜਾਂਦੇ। ਜਿਨ੍ਹੀ ਰਾਵਿਆ ਸੋ ਪ੍ਰਭੂ। ਉਹ ਵਾਹਿਗੁਰੂ ਜਿਨ੍ਹਾਂ ਨੇ ਉਸ ਦਾ ਆਨੰਦ ਨੂੰ ਰਾਵਿਆ ਹੈ, ਮਾਣਿਆ ਹੈ, ਜਿਨ੍ਹਾਂ ਦੇ ਚਿੱਤ ਵਾਹਿਗੁਰੂ ਦੇ ਪਿਆਰ ਵਿੱਚ ਭਿੱਜ ਗਏ ਹਨ। ਤਿੰਨਾ ਭਾਗ ਮਣਾ। ਮਹਾਰਾਜ ਕਹਿੰਦੇ ਮਣਾ ਹੀ ਮੂੰਹ ਭਾਗ ਹਨ ਉਹਨਾਂ ਦੇ। ਸਭ ਤੋਂ ਉੱਚੇ ਭਾਗ ਹਨ, ਵੱਡੇ ਭਾਗ ਹਨ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਉਹਨਾਂ ਗੁਰਸਿੱਖਾਂ ਦੇ ਵੱਡੇ ਹੀ ਭਾਗ ਹਨ ਜੋ ਗੁਰ ਚਰਣੀ ਸਿੱਖ ਜਾਏ ਪਿਆ, ਜਿਹੜੇ ਸਤਿਗੁਰੂ ਜੀ ਦੇ ਚਰਨਾਂ 'ਚ ਜਾ ਕਰਕੇ ਡਿੱਗ ਗਏ। ਮਸਤਕ ਮਹਾਰਾਜ ਦੇ ਚਰਨਾਂ ਨਾਲ ਲੱਗ ਗਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਨਾਂ ਦੇ ਵੱਡੇ ਹੀ ਭਾਗ ਹੈ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦੀ ਪ੍ਰੀਤ ਨੂੰ ਪਾਇਆ ਏ। ਹਰ ਦਰਸ਼ਨ ਕਉ ਮਨ ਲੋਚਦਾ। ਇਹ ਹਰੀ ਆਪ ਦੇ ਦਰਸ਼ਨਾਂ ਨੂੰ ਸਾਡਾ ਮਨ ਲੋਚਦਾ ਏ, ਚਾਹੁੰਦਾ ਏ। ਜਦੋਂ ਤੜਫ ਉੱਠਦੀ ਹੈ ਨਾ ਪ੍ਰੀਤ ਨਾਲ, ਸਾਧ ਸੰਗਤ ਜੀ ਇਸ ਪ੍ਰੀਤ ਦੀ ਖਿੱਚ ਇਹੋ ਜੀ ਹੈ, ਜੇ ਭਗਤ ਆਪਣੇ ਵਾਹਿਗੁਰੂ ਨੂੰ ਚੇਤੇ ਕਰਦੇ ਆ ਨਾ ਤੇ ਵਾਹਿਗੁਰੂ ਵੀ ਆਪਣੇ ਭਗਤ ਨੂੰ ਬਹੁਤ ਪਿਆਰ ਨਾਲ ਚੇਤੇ ਕਰਦੇ ਆ। ਆਪਣੇ ਜਨ ਕੋ ਸਾਹ ਸਾਹ ਸੰਭਾਲੇ, ਸਵਾਸ ਸਵਾਸ ਆਪਣੇ ਜਨ ਪਿਆਰੇ ਨੂੰ ਚੇਤੇ ਕਰਦੇ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਹਰ ਦਰਸ਼ਨ ਕਉ ਮਨ ਲੋਚਦਾ। ਹੇ ਹਰੀ ਹੈ ਵਾਹਿਗੁਰੂ, ਆਪ ਦੇ ਦਰਸ਼ਨਾਂ ਨੂੰ ਮਹਾਰਾਜ ਸਾਡਾ ਮਨ ਲੋਚਦਾ ਹੈ, ਚਾਹੁੰਦਾ ਹੈ। ਨਾਨਕ ਪਿਆਸ ਮਨਾ। ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਮਹਾਰਾਜ ਸਾਡੇ ਮਨ ਵਿੱਚ ਇਹ ਪਿਆਸ ਲੱਗੀ ਹੈ, ਇਹ ਤ੍ਰੇਹ ਲੱਗੀ ਹੈ ਮਹਾਰਾਜ ਆਪ ਦੇ ਦਰਸ਼ਨਾਂ ਦੀ। ਚੇਤ ਮਿਲਾਏ ਸੋ ਪ੍ਰਭੂ। ਮਹਾਰਾਜ ਕਹਿੰਦੇ ਭਾਈ ਚੇਤਰ ਦੇ ਮਹੀਨੇ ਭਾਵ ਮਨੁੱਖਾ ਜਨਮ ਰੂਪੀ ਚੇਤਰ ਦੇ ਮਹੀਨੇ ਵਿੱਚ ਜਿਹੜਾ ਕੋਈ ਸਾਧੂ ਮਹਾਤਮਾ ਗੁਰਸਿੱਖ ਪਿਆਰ ਦੇ ਵਿੱਚ ਭਿੱਜਿਆ ਹੋਇਆ ਉਸ ਪ੍ਰਭੂ ਨਾਲ ਮਿਲਾ ਦੇਵੇ। ਤਿਸ ਕੈ ਪਾਏ ਲਗਾ। ਉਹਦੇ ਤਾਂ ਚਰਨੀ ਲੱਗ ਜਾਈਏ। ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਵਨਾਸੀ ਘਰ ਮਹਿ ਪਾਇਆ। ਫਿਰ ਕੀ ਕਰੀਏ, ਸੇਵ ਕਰੀ ਪਲ ਚਸਾ ਨਾ ਵਿਛੁੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਇਹ ਸੱਚੇ ਪਾਤਸ਼ਾਹ ਸੀ ਤਾਂ ਉਹਨਾਂ ਦੀ ਸੇਵਾ ਕਰੀਏ, ਚਰਨੀ ਲੱਗ ਕਰਕੇ ਸੇਵਾ ਕਰੀਏ। ਸੱਚੇ ਪਾਤਸ਼ਾਹ ਮਹਾਰਾਜ ਐਸੀ ਸਾਡੇ ਤੇ ਮਹਾਰਾਜ ਕਿਰਪਾ ਕਰੋ, ਜਿਨ੍ਹਾਂ ਦੇ ਉਪਦੇਸ਼ ਕਰਕੇ, ਜਿਨ੍ਹਾਂ ਦੀ ਸੰਗਤ ਕਰਕੇ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਨੂੰ ਪਾਈਦਾ ਨਾ, ਪਰਮੇਸ਼ਰ ਦਾ ਪਿਆਰ ਪ੍ਰਾਪਤ ਹੁੰਦਾ ਹੈ। ਚੇਤਰ ਦੇ ਮਹੀਨੇ ਵਿੱਚ ਮਹਾਰਾਜ ਕਹਿੰਦੇ ਉਹਨਾਂ ਦੇ ਚਰਨੀ ਲੱਗ ਜਾਈਏ, ਉਹਨਾਂ ਦੇ ਨਾਲ ਜੁੜ ਜਾਈਏ, ਜਿਨ੍ਹਾਂ ਦੀ ਸੰਗਤ ਕਰਕੇ ਵਾਹਿਗੁਰੂ ਦੀ ਪ੍ਰੀਤ ਪ੍ਰਾਪਤ ਹੁੰਦੀ ਹੈ। ਧੰਨ ਹਨ ਉਹ ਗੁਰਸਿੱਖ ਜਿਨ੍ਹਾਂ ਦੇ ਦਰਸ਼ਨ ਕਰਕੇ ਹੀ ਵਾਹਿਗੁਰੂ ਜੀ ਦਾ ਚੇਤਾ ਆ ਜਾਂਦਾ ਹੈ, ਜਿਨ੍ਹਾਂ ਦੀ ਸੰਗਤ ਕਰਕੇ ਦੁੱਖ ਤੇ ਪਾਪ ਔਗਣ ਕੱਟੇ ਜਾਂਦੇ ਐ। ਮਹਾਰਾਜ ਕਹਿੰਦੇ ਭਾਈ ਐਸੇ ਸਾਧੂ ਮਹਾਂਪੁਰਸ਼ਾਂ ਦੇ ਗੁਰਸਿੱਖਾਂ ਦੇ ਚਰਨੀ ਲੱਗਣਾ ਕਰੀਏ ਜੋ ਵਾਹਿਗੁਰੂ ਦੇ ਮਿਲਣ ਵਿੱਚ ਸਹਾਈ ਹੁੰਦੇ ਐ। ਇਸੇ ਹੀ ਪਵਿੱਤਰ ਬਾਣੀ ਵਿੱਚ ਕਿਹਾ ਨਾ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਉਹ ਸਹਾਇਤਾ ਕਰ ਦਿੰਦੇ ਐ, ਰਾਹ ਦਿਖਾ ਦਿੰਦੇ ਐ। ਐਸੋ ਜੇ ਸਤਿਪੁਰਸ਼ਾਂ ਦੇ ਚਰਨੀ ਲੱਗੀਏ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਚੇਤਰ ਦੇ ਮਹੀਨੇ ਦਾ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਨਵੇਂ ਸਾਲ ਦੀ ਆਮਦ ਤੇ ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਮਹਾਰਾਜ ਜੀ ਕਿਰਪਾ ਕਰਨ, ਸੱਚੇ ਪਾਤਸ਼ਾਹ ਜੀ ਦੀ ਸਿੱਖੀ ਕਮਾਈਏ। ਸਾਡੇ ਜ਼ਿੰਦਗੀ ਦੇ ਜਿੰਨੇ ਵੀ ਸਾਲ ਹਨ, ਕਿਉਂਕਿ ਇਹ ਜ਼ਿੰਦਗੀ ਮਹਾਰਾਜ ਆਖਿਆ ਨਦੀਆਂ ਵਾਹ ਵਿਛੁੰਨਿਆ, ਮੇਲਾ ਸੰਜੋਗੀ ਰਾਮ। ਖਬਰੇ ਕਦੋਂ ਕਿਸ ਦਾ ਸਾਥ ਛੁੱਟ ਜਾਣਾ। ਇਹ ਸੰਸਾਰ ਇੱਕ ਵਗਦੀ ਹੋਈ ਨਦੀ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਹੈ। ਇਸ ਕਰਕੇ ਸਭਨਾਂ ਨਾਲ ਪਿਆਰ ਕਰੀਏ, ਹਰੇਕ ਦੇ ਨਾਲ ਜਿਹੜਾ ਇਉਂ ਪਿਆਰ ਕਰੀਏ ਕਿ ਭਾਈ ਜਿਵੇਂ ਆਪਣੇ ਆਪ ਨੂੰ ਅਸੀਂ ਕੋਈ ਦੁੱਖ ਨਹੀਂ ਜਿਹੜਾ ਹੈ ਉਹ ਪਾਉਣਾ ਚਾਹੁੰਦੇ, ਇਉਂ ਕਿਸੇ ਨੂੰ ਦੁੱਖ ਨਾ ਦਈਏ, ਉਹਨੂੰ ਆਪਣਾ ਆਪ ਜਾਣ ਕਰਕੇ ਪਿਆਰ ਕਰੀਏ। ਜਿਹੋ ਜਿਹਾ ਆਪਣਾ ਮਨ ਹੈ ਉਹੋ ਜਿਹਾ ਪਰਾਏ ਦਾ ਮਨ ਵੀ ਸਮਝੀਏ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਤਾਂ ਹੀ ਇਹ ਸਾਡਾ ਮਨਾਇਆ ਹੋਇਆ ਨਵਾਂ ਸਾਲ ਸਫਲ ਹੈ, ਚੜਿਆ ਹੋਇਆ ਚੇਤਰ ਦਾ ਮਹੀਨਾ ਸਫਲ ਹੈ।
ਜਿਸ ਮਹੀਨੇ ਵਿੱਚ ਵਾਹਿਗੁਰੂ ਦੀ ਆਰਾਧਨਾ ਕਰੀਏ, ਪਰਮੇਸ਼ਰ ਦੀ ਯਾਦ ਵਿੱਚ ਜੁੜ ਜਾਈਏ, ਇਹ ਸੱਚੇ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ ਹੈ। ਤੋ ਸਾਧ ਸੰਗਤ ਜੀ, ਲੜੀਵਾਰ ਕਥਾ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ 3 ਪੌੜੀਆਂ ਰਹਿੰਦੀਆਂ ਹਨ ਤੇ 9ਵੀਂ ਅਸ਼ਟਪਦੀ ਸੰਪੂਰਨ ਹੋਵੇਗੀ। ਆਓ ਆਪਾਂ ਪਿਆਰ ਨਾਲ 10-15 ਮਿੰਟ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਫਿਰ ਸਮਾਪਤੀ ਹੋਵੇਗੀ। ਅੱਜ ਸੰਗਰਾਂਦ ਦਾ ਪੁਰਬ ਹੋਣ ਕਰਕੇ ਥੋੜਾ ਲੇਟ ਚੱਲ ਰਿਹਾ ਹੈ, ਇਸ ਕਰਕੇ ਤੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਪਿਆਰ ਨਾਲ ਸਰਵਣ ਕਰੀਏ। ਵਾਹਿਗੁਰੂ ਜੀ, ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ। ਸਾਧ ਸੰਗਤ ਜੀ, ਇੱਥੇ ਹੁਣ ਮਹਾਰਾਜ ਜੀ ਦਾਸ ਦੇ ਲੱਖਣ ਕਥਨ ਕਰਦੇ ਆ। ਮਹਾਰਾਜ ਜੀ ਨੇ ਇਸ ਅਸ਼ਟਪਦੀ ਦੇ ਅੰਦਰ ਅਪਰਸ ਦੇ ਲੱਖਣ ਕਹੇ ਆ, ਭਗਉਤੀ ਦੇ ਲੱਖਣ ਕਹੇ ਆ, ਪੰਡਤ ਦੇ ਲੱਖਣ ਕਹੇ ਆ, ਵੈਸ਼ਨਵ ਦੇ ਲੱਖਣ ਕਹੇ ਆ। ਨਾਮ ਦਾ ਜਿਹੜਾ ਪਿਆਰ ਹੈ ਇਹ ਕਿਸ ਧਰਮ ਨਾਲ ਪ੍ਰਾਪਤ ਹੁੰਦਾ ਹੈ, ਭਾਵ ਨਾਮ ਦਾ ਧਰਮ ਜਿਹੜਾ ਉਹ ਸਭ ਤੋਂ ਉੱਤਮ ਮਹਾਰਾਜ ਕਥਨ ਕੀਤਾ ਹੈ ਕਿ ਨਾਮ ਜਪਣ ਨਾਲ ਮਨੁੱਖ ਤਾਂ ਕੀ, ਉਹ ਸਾਧ ਸੰਗਤ ਜੀ ਪਸ਼ੂ ਪ੍ਰੇਤ ਪੱਥਰ ਮੁਗਧ ਸਭ ਤਰ ਜਾਂਦੇ। ਇਹ ਮਹਾਰਾਜ ਜੀ ਨੇ ਆਖਿਆ ਮਨੁੱਖ ਦੇ ਤਰਨ ਚ ਕੀ ਸ਼ੰਕਾ ਹੈ, ਪੱਥਰ ਤਰਦੇ ਆ ਜਦੋਂ ਐਡਾ ਨਾਮ ਦਾ ਪ੍ਰਤਾਪ ਮਹਾਰਾਜ ਜੀ ਦੱਸਦੇ ਆ। ਤੇ ਨਾਲੇ ਮਹਾਰਾਜ ਜੀ ਨੇ ਕਿਹਾ ਕਿ ਕਾਹੂ ਜੁਗਤ, ਕਿਸੇ ਵੀ ਤਰੀਕੇ ਨਾਲ ਇਹ ਨਾਮ ਧਰਮ ਨਹੀਂ ਪ੍ਰਾਪਤ ਹੁੰਦਾ। ਇੱਕੋ ਇੱਕ ਵਾਹਿਗੁਰੂ ਦੀ ਪ੍ਰੀਤ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਜਿਸ ਕਰਕੇ ਭਾਈ ਇਹ ਨਾਮ ਦਾ ਧਰਮ ਜਿਹੜਾ ਹੈ ਮਹਾਰਾਜ ਕਹਿੰਦੇ ਪ੍ਰਾਪਤ ਹੁੰਦਾ ਹੈ। ਇਹ ਸੱਚੇ ਪਾਤਸ਼ਾਹ ਕਹਿੰਦੇ ਸਤਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ। ਜਦੋਂ ਸਤਸੰਗਤ ਕਰੀਏ ਤੇ ਸਤਸੰਗਤ ਵਿੱਚੋਂ ਇਹ ਨਾਮ ਦਾ ਕਿਣਕਾ ਮਹਾਰਾਜ ਜੀ ਕਹਿੰਦੇ ਭਾਈ ਲੱਭਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਅੱਗੇ ਜਿਵੇਂ ਬਖਸ਼ਿਸ਼ ਕਰਦੇ ਹਨ, ਪਿਆਰ ਨਾਲ ਸਰਵਣ ਕਰੀਏ। ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ। ਦਾਸ ਦੇ ਲੱਖਣ ਕਹਿੰਦਿਆਂ ਹੋਇਆਂ ਮਹਾਰਾਜ ਕਹਿੰਦੇ ਨੇ ਜਿਸ ਦੇ ਮਨ ਦੇ ਅੰਦਰ ਜੋ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਬ੍ਰਹਮ ਸਰੂਪ ਵਾਹਿਗੁਰੂ ਹੈ, ਉਹਦਾ ਵਾਸ ਹੋ ਗਿਆ ਜਿਸ ਦੇ ਅੰਦਰ। ਤਿਸ ਕਾ ਨਾਮ ਸਤ ਰਾਮਦਾਸ। ਸਤ ਨਿਸ਼ਚੈ ਕਰਕੇ ਜਾਣੋ ਮਹਾਰਾਜ ਕਹਿੰਦੇ ਉਹ ਵਾਹਿਗੁਰੂ ਦਾ ਦਾਸ ਹੈ, ਪਰਮੇਸ਼ਰ ਦਾ ਸੇਵਕ ਉਹ ਬਣਿਆ, ਜਿਹਦੇ ਅੰਦਰ ਮਹਾਰਾਜ ਕਹਿੰਦੇ ਪਾਰ ਬ੍ਰਹਮ ਦਾ ਨਿਵਾਸ ਹੋ ਗਿਆ। ਵਿਸ਼ੇਸ਼ ਕਰਕੇ ਵਾਹਿਗੁਰੂ ਜੀ ਜਿਸ ਦੇ ਅੰਦਰ ਆ ਕਰਕੇ ਵਸ ਗਏ ਹੈ, ਸੱਚ ਭਾਵ ਸੱਚ ਜਾਣੋ ਉਹ ਰਾਮ ਦਾ ਦਾਸ ਹੈ, ਭਾਵ ਪਰਮੇਸ਼ਰ ਦਾ ਸੇਵਕ ਹੈ ਉਹ। ਆਤਮ ਰਾਮ ਤਿਸ ਨਦਰੀ ਆਇਆ। ਫਿਰ ਮਹਾਰਾਜ ਕਹਿੰਦੇ ਭਾਈ ਜੋ ਰਾਮ ਰਮਿਆ ਹੋਇਆ ਸਭ ਦਾ ਹੀ ਆਤਮਾ ਰੂਪ ਹੈ, ਸਭ ਦੇ ਅੰਦਰ ਚੇਤਨ ਸੱਤਾ ਰੂਪ ਹੋ ਕਰਕੇ ਸਮਾਇਆ ਹੋਇਆ ਹੈ, ਤੇ ਉਹਨੂੰ ਆਪਣੀ ਆਤਮਾ ਦੇ ਅੰਦਰ ਦ੍ਰਿਸ਼ਟੀ ਆ ਗਿਆ ਹੈ, ਵਾਹਿਗੁਰੂ ਜੀ ਨੂੰ ਵੇਖ ਲਿਆ ਹੈ। ਜਿਹੜਾ ਮਹਾਰਾਜ ਨੇ ਕਿਹਾ ਪਰਮਾਤਮ ਹੈ ਸਰਬਾਤਮ ਹੈ, ਤੂੰ ਸਾਰਿਆਂ ਦਾ ਆਤਮਾ ਰੂਪ ਹੈ। ਇਉਂ ਪਰਮੇਸ਼ਰ ਨੂੰ ਉਹਨਾਂ ਨੇ ਰਮੇ ਹੋਏ ਰਾਮ ਨੂੰ ਆਪਣਾ ਆਤਮਿਕ ਸਰੂਪ ਕਰਕੇ ਵੇਖ ਲਿਆ ਹੈ, ਦ੍ਰਿਸ਼ਟੀ ਵਿੱਚ ਆ ਗਿਆ ਹੈ ਵਾਹਿਗੁਰੂ। ਦਾਸ ਦਸੰਤਨ ਭਾਏ ਤਿਨ ਪਾਇਆ। ਮਹਾਰਾਜ ਉਹਨਾਂ ਪਾਇਆ ਕਿਵੇਂ, ਜਦੋਂ ਇਹ ਦ੍ਰਿਸ਼ਟੀ 'ਚ ਆਉਣ ਵਾਲੀ ਐਡੀ ਮਹਾਰਾਜ ਬਰਕਤ ਕਿਵੇਂ ਪਾ ਲਈ। ਸੱਚੇ ਪਾਤਸ਼ਾਹ ਕਹਿੰਦੇ ਦਾਸਾਂ ਦੇ ਵੀ ਅੱਗੋਂ ਦਸੰਤਨ, ਦਾਸਾ ਭਾਵ ਧਾਰਨ ਕਰਕੇ। ਜਿਹੜਾ ਸਾਧ ਸੰਗਤ ਜੀ ਦਾਸਾਂ ਦੇ ਦਾਸ ਤੇ ਉਹਨਾਂ ਦੇ ਅੱਗੇ ਦਾਸ ਬਣਨਾ ਨੂੰ ਦਸੰਤਨ ਕਹਿੰਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਭਾਈ ਉਹਨਾਂ ਨੇ ਵਾਹਿਗੁਰੂ ਦੇ ਸੇਵਕਾਂ ਦੇ ਅੱਗੇ ਸੇਵਕ, ਉਹਨਾਂ ਦੇ ਸੇਵਕ ਬਣ ਕਰਕੇ ਦਾਸ ਦਸੰਤਨ। ਫਿਰ ਪੜੋ ਦਾਸ ਦਸੰਤਨ ਭਾਏ ਤਿਨ ਪਾਇਆ। ਉਹਨਾਂ ਵਿੱਚ ਭਾਏ ਪ੍ਰੇਮ ਕਰਕੇ ਮਹਾਰਾਜ ਕਹਿੰਦੇ ਉਹਨਾਂ ਨੇ ਅਦਾਤ ਪਾਈ ਹੈ ਸੱਚੇ ਪਾਤਸ਼ਾਹ ਜੀ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਜਦੋਂ ਹਜੂਰ ਨੂੰ ਗੁਰਿਆਈ ਤਖਤ ਗੁਰੂ ਅਮਰਦਾਸ ਸਾਹਿਬ ਜੀ ਨੇ ਦਿੱਤਾ ਸੀ ਨਾ, ਤੇ ਬਾਬਾ ਮੋਹਨ ਜੀ ਨੇ ਕਿਹਾ ਸੀ ਸਾਡੀ ਇਹ ਵਸਤੂ ਤੁਸੀਂ ਇਹਨਾਂ ਨੂੰ ਦੇ ਦਿੱਤੀ ਹੈ। ਤੇ ਹਜੂਰ ਗੁਰੂ ਰਾਮਦਾਸ ਸਾਹਿਬ ਜੀ ਉਸੇ ਵੇਲੇ ਤਖਤ ਤੋਂ ਉੱਠ ਕੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਨਾਲ ਲਿਪਟ ਗਏ। ਆਖਿਆ ਮਹਾਰਾਜ ਜੀ ਜਿਵੇਂ ਅਸੀਂ ਤੁਹਾਡੇ ਅੱਗੇ ਪਾਣੀ ਭਰ ਕੇ ਸੇਵਾ ਕੀਤੀ ਹੈ ਸੱਚੇ ਪਾਤਸ਼ਾਹ, ਇਵੇਂ ਤੁਹਾਡੇ ਪੁੱਤਰ ਦੇ ਅੱਗੇ ਸਾਹ ਜ਼ਿੰਦਗੀ ਸੇਵਾ ਕਰਾਂਗੇ। ਇਹ ਗੁਰਿਆਈ ਤਖਤ ਆਪਣੇ ਪੁੱਤਰ ਨੂੰ ਬਖਸ਼ੋ। ਸਤਿਗੁਰੂ ਜੀ ਨੇ ਫਿਰ ਉਠਾ ਕੇ ਤਖਤ ਤੇ ਬਿਠਾਇਆ, ਆਖਿਆ ਕਿ ਭਾਈ ਇਹ ਤੁਹਾਡੀ ਜਿਹੜੀ ਹੈ ਨਾ ਵਸਤੂ ਹੈ, ਅਸੀਂ ਇਹ ਤੁਹਾਨੂੰ ਦੇਣੀ ਸੀ। ਇਸ ਕਰਕੇ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਜੀ ਕਹਿੰਦੇ ਤੁਸਾਂ ਸਾਥੋਂ ਲੈਣੀ ਸੀ, ਤੁਹਾਡੇ ਤੋਂ ਬਿਨਾਂ ਕੋਈ ਅਧਿਕਾਰੀ ਨਹੀਂ ਇਸ ਪਦਵੀ ਦਾ। ਇਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਆਖਿਆ ਗੁਰੂ ਪੁੱਤਰਾਂ ਦੇ ਵੀ ਅੱਗੇ ਦਾਸ ਬਣੇ ਸੱਚੇ ਪਾਤਸ਼ਾਹ। ਕਿਹਾ ਮਹਾਰਾਜ ਅਸੀਂ ਤੁਹਾਡੇ ਸੇਵਕਾਂ ਦੇ ਸੇਵਕਾਂ, ਜਿਸ ਨੂੰ ਵੀ ਮਾਣ ਦਿਓਗੇ ਉਹਦੇ ਅੱਗੇ ਅਸੀਂ ਸੇਵਾ ਕਰਨੀ ਖੁਸ਼ਕਿਸਮਤੀ ਸਮਝਾਂਗੇ। ਤੇ ਉਹਨਾਂ ਨੂੰ ਇਹ ਦਾਤ ਮਿਲਦੀ ਹੈ। ਫਿਰ
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੇ ਦਾਸਾਂ ਦੇ ਵੀ ਅੱਗੇ ਦਾਸ ਜਿਹੜੇ ਬਣੇ ਹੋਏ ਆ, ਉਹਨਾਂ ਦੇ ਜਿਹੜੇ ਅੱਗੇ ਦਾਸ ਬਣੇ ਹੋਏ ਆ, ਉਹਨਾਂ ਵਿੱਚ ਜਿਨ੍ਹਾਂ ਨੇ ਭਾਏ ਪ੍ਰੇਮ ਕੀਤਾ ਨਾ, ਗੁਰੂ ਕੇ ਸਿੱਖਾਂ ਨਾਲ ਪਿਆਰ ਕਰਨ ਨਾਲ ਹੀ ਇਹ ਦਾਤ ਮਿਲਦੀ ਹੈ। ਮਹਾਰਾਜ ਕਹਿੰਦੇ ਤਾਂ ਤਿੰਨਾਂ ਨੇ ਭਾਈ ਪਾਇਆ ਹੈ ਵਾਹਿਗੁਰੂ ਦਾ ਦੀਦਾਰ। ਸਦਾ ਨਿਕਟ ਨਿਕਟ ਹਰ ਜਾਨ, ਸਦਾ ਹੀ ਵਾਹਿਗੁਰੂ ਨੂੰ ਨੇੜੇ ਤੋਂ ਨੇੜੇ ਕਰਕੇ ਉਹਨਾਂ ਨੇ ਜਾਣਿਆ। ਸ਼ਾਹ ਰਗ ਤੋਂ ਵੀ ਨੇੜੇ ਵਾਹਿਗੁਰੂ ਨੂੰ ਵੇਖਿਆ ਹੈ। ਸੋ ਦਾਸ ਦਰਗਹਿ ਪਰਵਾਨ, ਉਹ ਦਾਸ ਸੇਵਕ ਮਹਾਰਾਜ ਕਹਿੰਦੇ ਮੇਰੇ ਵਾਹਿਗੁਰੂ ਦੀ ਦਰਗਾਹ ਦੇ ਅੰਦਰ ਪ੍ਰਵਾਨ ਚੜ੍ਹਦੇ ਆ, ਪ੍ਰਮਾਣਨੀਕ ਹੁੰਦੇ ਆ। ਆਪਣੇ ਦਾਸ ਕਉ ਆਪ ਕਿਰਪਾ ਕਰੈ, ਆਪਣੇ ਦਾਸ ਸੇਵਕ ਉਤੇ ਵਾਹਿਗੁਰੂ ਆਪ ਹੀ ਕਿਰਪਾ ਕਰਦੇ ਆ। ਸਦਾ ਹੀ ਆਪਣਾ ਆਪਾ ਹੀ ਨਿਸ਼ਾਵਰ ਕਰਦੇ ਰਹਿੰਦੇ ਆ। ਸੇਵਕ ਨੂੰ ਕਹਿੰਦੇ ਤੂੰ ਬੋਲੀ ਨਾ, ਤੂੰ ਸੰਕਲਪ ਕਰ, ਮੈਂ ਉਸੇ ਵੇਲੇ ਪੂਰਾ ਕਰ ਦਿਆਂਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸਾਰੀਆਂ ਰਿੱਧੀਆਂ ਸਿੱਧੀਆਂ ਠਾਕੁਰ ਨੇ ਉਹਦੇ ਹੱਥ ਤੇ ਹੀ ਧਰ ਛੱਡੀਆਂ ਹਨ ਕਿ ਤੈਨੂੰ ਬੋਲਣ ਦੀ ਲੋੜ ਨਹੀਂ, ਸ਼ਰਮਿੰਦਿਆ ਨਾ ਕਰੀ ਸਾਨੂੰ। ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸੇਵਕ ਨੂੰ ਬੋਲਣ ਦੀ ਲੋੜ ਹੀ ਨਹੀਂ ਮਹਾਰਾਜ ਰਹਿਣ ਦਿੰਦੇ। ਸੰਕਲਪ ਕੀਤਾ ਉਸੇ ਵੇਲੇ ਪੂਰਾ ਕਰ ਦਿੰਦੇ ਆ। ਹਜੂਰ ਫਰਮਾਉਂਦੇ ਹਨ ਆਪਣੇ ਦਾਸ ਕਉ ਆਪ ਕਿਰਪਾ ਕਰੈ, ਆਪ ਹੀ ਕਿਰਪਾ ਕਰਦਾ। ਕਿਸੇ ਬ੍ਰਹਮਾ ਵਿਸ਼ਨੂੰ ਨੂੰ ਨਹੀਂ ਕਹਿੰਦਾ ਕਿ ਜਾ ਕੇ ਮੇਰੇ ਸੇਵਕ ਨੂੰ ਆ ਸ਼ਕਤੀ ਪ੍ਰਗਟ ਕਰਕੇ ਦੇ। ਆਪ ਹੀ ਮਹਾਰਾਜ ਕਿਰਪਾ ਕਰਦੇ ਆਪਣੇ ਸੇਵਕ ਉੱਤੇ। ਤਿਸ ਦਾਸ ਕਉ ਸਭ ਸੋਝੀ ਪਰੈ, ਉਸ ਸੇਵਕ ਨੂੰ ਫਿਰ ਸਾਰੀ ਲੋਕ ਪਰਲੋਕ ਦੀ ਸੋਝੀ ਪੈ ਜਾਂਦੀ, ਸਾਰੀ ਦਿਵ ਦ੍ਰਿਸ਼ਟੀ ਖੁੱਲ ਜਾਂਦੀ ਹੈ। ਜਿੱਥੇ ਤੱਕ ਵੇਖਣਾ ਚਾਹੇ ਵੇਖ ਸਕਦਾ ਹੈ, ਇੰਨੀ ਉਹਦੀ ਦੂਰਅੰਦੇਸ਼ੀ ਹੁੰਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਨਾਂ ਨੂੰ ਭਾਈ ਸਾਰੀ ਸੋਝੀ ਪੈ ਜਾਂਦੀ ਉਸ ਸੇਵਕ ਨੂੰ। ਮਾਲਕ ਹੀ ਜਦੋਂ ਸਾਰੀਆਂ ਚੀਜ਼ਾਂ ਹੀ ਸਾਹਮਣੇ ਹਾਜ਼ਰ ਕਰ ਦਿੰਦਾ ਹੈ, ਹਜੂਰ ਕਹਿੰਦੇ ਉਹਨਾਂ ਦੀ ਦਿਵ ਦ੍ਰਿਸ਼ਟੀ ਖੁੱਲ ਜਾਂਦੀ ਹੈ, ਸਭ ਸੋਝੀ ਪੈ ਜਾਂਦੀ ਹੈ। ਸਗਲ ਸੰਗ ਆਤਮ ਉਦਾਸ, ਉਹਨਾਂ ਦਾ ਜੀਵਨ ਹਜੂਰ ਕਿਹੋ ਜਿਹਾ ਹੁੰਦਾ ਹੈ? ਮਹਾਰਾਜ ਕਹਿੰਦੇ ਸਾਰਿਆਂ ਦੇ ਨਾਲ ਰਹਿੰਦੇ ਆ, ਪਰ ਸਾਰਿਆਂ ਦੇ ਨਾਲ ਰਹਿੰਦੇ ਹੋਏ ਵੀ ਉਦਾਸ ਹੀ ਰਹਿੰਦੇ ਆ। ਸੋਨੇ ਦੇ ਤਖਤ ਤੇ ਬੈਠੇ ਹੋਏ ਵੀ ਜਨਕ ਰਾਜਾ ਜੀ ਉਦਾਸ ਹੀ ਰਹਿੰਦੇ ਸੀਗੇ। ਰਹਿੰਦੇ ਸਾਰਿਆਂ ਦੇ ਨਾਲ ਹੈ, ਤੇ ਉਹ ਵੀ ਸਾਧ ਸੰਗਤ ਜੀ ਰੱਬ ਦੇ ਪਿਆਰੇ ਦਾ ਨਿਸ਼ਾਨੀ ਹੁੰਦੀ ਹੈ। ਜਦੋਂ ਖੁਸ਼ੀਆਂ ਹੁੰਦੀਆਂ ਨਾ, ਬਹੁਤ ਲੋਕ ਖਿਲਬਲੀਆਂ ਕਰਦੇ ਹੁੰਦੇ ਆ, ਤਾਂ ਵੀ ਉਹ ਪ੍ਰੀਤ ਵਿੱਚ ਹੀ ਜੁੜੇ ਹੁੰਦੇ ਆ, ਕਿਉਂਕਿ ਉਦਾਸ ਹੁੰਦੇ। ਉਹਨਾਂ ਨੂੰ ਪਤਾ ਇਹ ਖੁਸ਼ੀਆਂ ਛਿਨ ਭੰਗਰ ਹੀ ਆ, ਹੁਣੇ ਇਹਨਾਂ ਨੇ ਰੋਣ ਲੱਗ ਜਾਣਾ ਜੇ ਕੋਈ ਦੁੱਖ ਆ ਕੇ ਪੈ ਗਿਆ ਤਾਂ। ਇਸ ਕਰਕੇ ਸਾਰਿਆਂ ਦੇ ਨਾਲ ਰਹਿੰਦੇ ਆ, ਪਰ ਮਹਾਰਾਜ ਕਹਿੰਦੇ ਸਭ ਦੇ ਵਿੱਚ ਰਹਿੰਦੇ ਹੋਏ ਸਾਰੇ ਰਸਾਂ ਵਿੱਚ, ਸਾਰੇ ਸੁੱਖਾਂ ਵਿੱਚ ਚਿੱਤ ਉਹਨਾਂ ਦਾ ਉਹਨਾਂ ਸੁੱਖਾਂ ਤੋਂ ਪਦਾਰਥਾਂ ਤੋਂ ਉਪਰਾਮ ਰਹਿੰਦਾ ਹੈ। ਉਦਾਸ ਬਿਰਤੀ ਰੱਖਦੇ ਆ ਸੰਸਾਰ ਤੋਂ ਤੇ ਨਾਮ ਵਿੱਚ ਜੁੜੇ ਰਹਿੰਦੇ ਹਨ। ਐਸੀ ਜੁਗਤ ਨਾਨਕ ਰਾਮਦਾਸ, ਐਸੀ ਜੁਗਤ ਮਹਾਰਾਜ ਕਹਿੰਦੇ ਜਿਹਦੇ ਕੋਲ ਹੈ ਨਾ, ਉਹ ਮੇਰੇ ਵਾਹਿਗੁਰੂ ਦਾ ਦਾਸ ਹੈ, ਉਹ ਸੇਵਕ ਹੈ। ਉਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਸੇਵਕ ਬਣ ਸਕਿਆ। ਐਸੀ ਜੁਗਤ ਜਿਹਦੇ ਕੋਲ ਇਹੋ ਜੀ ਜੁਗਤ ਹੈ। ਕਿਹੜੀ ਜੁਗਤ ਸਾਧ ਸੰਗਤ ਜੀ? ਜਿਵੇਂ ਮਹਾਰਾਜ ਨੇ ਕਿਹਾ ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈਸਾਣੈ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੈ। ਜਿਹਦੇ ਕੋਲ ਐਸੀ ਜੁਗਤ ਹੈ, ਭਿੱਜਦਾ ਹੀ ਨਹੀਂ ਪਦਾਰਥਾਂ 'ਚ ਚਿੱਤ। ਸਾਰੀ ਦੁਨੀਆ ਦਾ ਸੁੱਖ ਇਕੱਠਾ ਕਰਕੇ ਪਦਾਰਥਾਂ ਦੇ ਦੋ, ਕਹਿੰਦੇ ਕੀ ਕਰਨਾ ਹੈ? ਰਾਜ ਨਹੀਂ ਸਾਰੀ ਦੁਨੀਆ ਦਾ ਉਹਨਾਂ ਨੂੰ ਭਾਉਂਦਾ ਹੈ, ਕਿਉਂਕਿ ਉਹਨਾਂ ਨੇ ਸਾਰਾ ਕੁਝ ਨਾਸਵੰਤ ਜਾਣਿਆ ਹੋਇਆ। ਉਪਰਾਮ ਰਹਿੰਦਾ ਹੈ ਉਹਨਾਂ ਦਾ ਚਿੱਤ, ਵਾਹਿਗੁਰੂ ਵਿੱਚ ਜੁੜਿਆ ਰਹਿੰਦਾ ਹੈ। ਸੰਸਾਰ ਦੇ ਵਿਸ਼ੇ ਸੁੱਖਾਂ ਵਿੱਚ ਵੀ ਉਹਨਾਂ ਦਾ ਮਨ ਨਹੀਂ ਭਿੱਜਦਾ ਹੈ, ਜਿਵੇਂ ਮੁਰਗਾਬੀ ਦੇ ਖੰਭ ਨਹੀਂ ਪਾਣੀ 'ਚ ਭਿੱਜਦੇ। ਮਹਾਰਾਜ ਕਹਿੰਦੇ ਐਸੀ ਜੁਗਤ ਜਿਹਦੇ ਕੋਲ ਭਾਈ ਐਸੀ ਜੁਗਤ ਹੈ, ਮਹਾਰਾਜ ਫਰਮਾਉਂਦੇ ਆ ਐਸੀ ਜੁਗਤ ਨਾਨਕ ਰਾਮਦਾਸ। ਉਹ ਮਹਾਰਾਜ ਕਹਿੰਦੇ ਭਾਈ ਮੇਰੇ ਵਾਹਿਗੁਰੂ ਦਾ ਦਾਸ ਹੈ, ਰਮੇ ਹੋਏ ਰਾਮ ਦਾ, ਪਰਮੇਸ਼ਰ ਦਾ ਉਹ ਸੇਵਕ ਹੈ। ਪ੍ਰਭ ਕੀ ਆਗਿਆ ਆਤਮ ਹਿਤਾਵੈ। ਹੁਣ ਮਹਾਰਾਜ ਜੀਵਨ ਮੁਕਤ ਦੇ ਲੱਛਣ ਕਹਿੰਦੇ ਆ ਸੱਚੇ ਪਾਤਸ਼ਾਹ ਜੀ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜਿਹਨੂੰ ਆਤਮ ਮਨ ਦੇ ਅੰਦਰ ਵਾਹਿਗੁਰੂ ਦੀ ਆਗਿਆ ਬਹੁਤ ਹਿਤਾਵੈ, ਪਿਆਰੀ ਲੱਗਦੀ ਹੈ। ਵਾਹਿਗੁਰੂ ਦੀ ਰਜ਼ਾ ਇੰਨੀ ਮਿੱਠੀ ਲੱਗਦੀ, ਕਹਿੰਦੇ ਆਹਾ ਆਨੰਦ ਹੀ ਆ ਗਿਆ। ਮਹਾਰਾਜ ਜੋ ਕਰਦੇ ਹੈ, ਜੋ ਕੁਝ ਹੁਕਮ 'ਚ ਵਰਤਦਾ ਹੈ, ਭਾਣੇ ਨੂੰ ਬਾਹਲਾ ਮਿੱਠਾ ਕਰਕੇ ਮੰਨਦੇ ਹੈ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਵਾਹਿਗੁਰੂ ਦੀ ਆਗਿਆ, ਵਾਹਿਗੁਰੂ ਦੀ ਰਜ਼ਾ ਨੂੰ ਆਤਮ ਮਨ ਕਰਕੇ ਹਿਤ ਕਰਦੇ ਆ, ਪਿਆਰ ਕਰਦੇ ਹਨ। ਜੀਵਨ ਮੁਕਤ ਸੋ ਕਹਾਵੈ। ਉਹੋ ਹੀ ਪੁਰਖ ਜੀਵਨ ਮੁਕਤ ਮਹਾਰਾਜ ਕਹਿੰਦੇ ਭਾਈ ਕਹਾ ਸਕਦਾ ਹੈ।
ਤੇ ਜਿਹੜਾ ਵਰਤ ਰਿਹਾ ਹੈ ਤੇ ਉਹਦੇ ਤੇ ਕਿੰਤੂ ਕਰੇ ਕੀ ਹੋ ਗਿਆ, ਇਹ ਠੀਕ ਨਹੀਂ ਹੁੰਦਾ ਪਿਆ, ਇਸ ਤਰ੍ਹਾਂ ਕਰੇ ਜਿਹੜਾ ਮਹਾਰਾਜ ਕਹਿੰਦੇ ਭਾਈ ਉਹ ਨਹੀਂ ਜੀਵਨ ਮੁਕਤ ਕਹਾ ਸਕਦਾ ਹੈ। ਜਿਹਨੂੰ ਵਾਹਿਗੁਰੂ ਦਾ ਭਾਣਾ ਮਿੱਠਾ ਲੱਗਦਾ ਨਾ ਤਾਂ ਸਤਿਗੁਰੂ ਜੀ ਕਹਿੰਦੇ ਹਨ ਜੀਵਨ ਮੁਕਤ ਸੋ ਕਹਾਵੇ। ਉਹ ਪੁਰਖ ਜੀਵਨ ਮੁਕਤ ਮਹਾਰਾਜ ਕਹਿੰਦੇ ਭਾਈ ਕਹਾ ਸਕਦਾ ਏ। ਤੈਸਾ ਹਰਖ ਤੈਸਾ ਉਸ ਸੋਗ। ਉਹਨੂੰ ਮਹਾਰਾਜ ਕਹਿੰਦੇ ਹਰਖ ਖੁਸ਼ੀ ਵੀ ਉਹੋ ਜੀ ਹੈ ਤੇ ਸੋਗ ਗਮੀ ਵੀ ਉਹੋ ਜੀ ਹੈ। ਜਨਮ ਹੋਇਆ ਬੱਚੇ ਦਾ ਤੇ ਤਾਂ ਵੀ ਉਹੋ ਜਿਹਾ ਹੀ ਆਨੰਦ ਹੈ। ਘਰ 'ਚ ਕੋਈ ਚੜ੍ਹਾਈ ਕਰ ਗਿਆ, ਸਰੀਰ ਦਾ ਵਿਜੋਗ ਹੋ ਗਿਆ ਤਾਂ ਫਿਰ ਆਨੰਦ ਘਟ ਜਾਂਦਾ ਹੁਣ ਨਹੀਂ, ਜੀਵਨ ਮੁਕਤ ਦਾ ਆਨੰਦ ਨਹੀਂ ਘਟਦਾ। ਸੱਚੇ ਪਾਤਸ਼ਾਹ ਕਹਿੰਦੇ ਸਾਰੇ ਸੰਸਾਰ ਦੇ ਅੰਦਰ ਉਹਨਾਂ ਨੂੰ ਉਹੋ ਜਿਹੀ ਮਹਾਰਾਜ ਕਹਿੰਦੇ ਖੁਸ਼ੀ ਹੈ, ਉਹੋ ਜਿਹੀ ਮਹਾਰਾਜ ਕਹਿੰਦੇ ਭਾਈ ਉਹਨਾਂ ਵਾਸਤੇ ਸੋਗ ਗਮੀ ਹੈ। ਸਦਾ ਆਨੰਦ ਤਹਿ ਨਹੀਂ ਬਿਯੋਗ। ਸਦਾ ਆਨੰਦ ਵਿੱਚ ਬਿਰਤੀ ਚਿੱਤ ਦੀ ਟਿਕੀ ਰਹਿੰਦੀ ਹੈ, ਕਦੇ ਵਾਹਿਗੁਰੂ ਨਾਲੋਂ ਵਿਜੋਗ ਵਿਛੋੜਾ ਨਹੀਂ ਹੁੰਦਾ, ਸਦਾ ਹੀ ਵਾਹਿਗੁਰੂ ਦੇ ਵਿੱਚ ਅਸਥਿਤ ਰਹਿੰਦੇ ਐ। ਇਹ ਕਹਿਣਾ ਬੜਾ ਸੌਖਾ ਹੈ ਸਾਧ ਸੰਗਤ ਜੀ, ਕਮਾਉਣਾ ਬਹੁਤ ਔਖਾ ਹੈ। ਹਰਖ ਤੇ ਸੋਗ ਵਿੱਚ ਇੱਕ ਜਿਹਾ ਰਹਿ ਜਾਣਾ, ਇਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦਿਖਾਇਆ ਗਰੀਬ ਨਵਾਜ ਜੀ ਨੇ। ਸਤਿਗੁਰੂ ਜੀ ਦੇ ਸਿੱਖ ਜਿਨ੍ਹਾਂ ਦੀ ਨਾਮ ਵਿੱਚ ਲਿਵ ਲੱਗੀ ਹੁੰਦੀ ਹੈ ਉਹਨਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ, ਸਦਾ ਹੀ ਆਨੰਦ ਸਹਿਤ ਰਹਿੰਦੇ ਆ, ਸੁੱਖ ਦੇ ਸਹਿਤ ਰਹਿੰਦੇ ਆ। ਮਤੀ ਦਾਸ ਜੀ ਦਾ ਜਿਵੇਂ ਆਰੇ ਥੱਲੇ ਆਨੰਦ ਭੰਗ ਨਹੀਂ ਸੀ ਹੋਇਆ, ਨਹੀਂ ਵਿਯੋਗ ਹੁੰਦਾ, ਨਹੀਂ ਵਿਛੋੜਾ ਹੁੰਦਾ ਵਾਹਿਗੁਰੂ ਦੇ ਪ੍ਰੇਮ ਵਿੱਚੋਂ। ਤੈਸਾ ਸਵਰਨ ਤੈਸੀ ਉਸ ਮਾਟੀ। ਉਹਨਾਂ ਨੂੰ ਸੋਨਾ ਵੀ ਉਹੋ ਜਿਹਾ ਤੇ ਮਿੱਟੀ ਵੀ ਉਹੋ ਜਿਹੀ ਹੈ। ਤੇ ਵੇਖ ਲਓ ਮਨੁੱਖ ਵਾਸਤੇ ਮਿੱਟੀ ਮਿੱਟੀ ਹੈ, ਸੋਨਾ ਸੋਨਾ ਹੈ। ਸੋਨੇ ਨੂੰ ਤਾਂ ਤਿਜੋਰੀਆਂ 'ਚ ਰੱਖਦੇ, ਕਦੇ ਮਿੱਟੀ ਵੀ ਤਿਜੋਰੀ 'ਚ ਪਾ ਕੇ ਰੱਖੀ ਹੈ। ਰੱਬ ਦੇ ਪਿਆਰਿਆਂ ਨੂੰ ਸੋਨਾ ਤੇ ਮਿੱਟੀ ਇੱਕੋ ਜਿਹੀ ਹੈ। ਚਾਹੇ ਸਾਧ ਸੰਗਤ ਜੀ ਉਹਨਾਂ ਨੂੰ ਸੋਨਾ ਲਿਆ ਕੇ ਭੇਟ ਕਰਦੇ ਤੇ ਚਾਹੇ ਕੋਈ ਮਿੱਟੀ ਵਿੱਚ ਉਹਨਾਂ ਦੀ ਕੋਈ ਨਫ਼ਰਤ ਨਹੀਂ, ਸੋਨੇ ਵਿੱਚ ਉਹਨਾਂ ਦਾ ਕੋਈ ਲਗਾਵ ਨਹੀਂ। ਸੱਚੇ ਪਾਤਸ਼ਾਹ ਜੀ ਦੀਆਂ ਕਿੰਨੀਆਂ ਸਾਖੀਆਂ, ਨਗੀਨਾ ਮਹਾਰਾਜ ਨੇ ਪਾਣੀ ਵਿੱਚ ਕਿਉਂ ਸਿੱਟਿਆ, ਮਹਾਰਾਜ ਵਾਸਤੇ ਮਿੱਟੀ ਹੈ, ਪੱਥਰ ਹੈ, ਤੇ ਅਸੀਂ ਪੱਥਰ ਫੜੀਏ, ਪੱਥਰ ਹੈ, ਨਗੀਨਾ ਚੁੱਕ ਲਈਏ ਤੇ ਵੇਖ ਲਓ ਸਾਡੇ ਵਾਸਤੇ ਕੀ ਹੈ। ਪਰ ਸਤਿਗੁਰੂ ਜੀ ਕਹਿੰਦੇ ਜੀਵਨ ਮੁਕਤ ਜਿਹੜਾ ਪੁਰਖ ਹੁੰਦਾ ਹੈ ਉਹਦੇ ਲਈ ਭਾਈ ਸੋਨਾ ਤੇ ਮਿੱਟੀ ਇੱਕੋ ਜਿਹੀ ਹੈ। ਜੇ ਕਰਕੇ ਉਹ ਮਿੱਟੀ ਨੂੰ ਹੱਥ ਪਾਵੇ ਉਹਨੂੰ ਪਤਾ ਹੈ ਮਹਾਰਾਜ ਇਹਨੂੰ ਸੋਨਾ ਕਰ ਸਕਦੇ ਆ। ਸਾਧ ਸੰਗਤ ਜੀ ਉਹਨਾਂ ਨੂੰ ਇੱਕੋ ਜਿਹੀ ਹੈ ਮਿੱਟੀ ਤੇ ਸੋਨਾ, ਬਿਰਤੀ ਉਹਨਾਂ ਦੀ ਇੱਕੋ ਜਿਹੀ ਹੈ। ਸੋਨੇ ਨੂੰ ਮਿੱਟੀ ਜਾਣ ਕੇ ਤਿਆਗਿਆ ਹੁੰਦਾ ਹੈ। ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਤੇ ਜੇ ਕਰਕੇ ਉਹਨਾਂ ਕੋਈ ਦੇਵਤਿਆਂ ਦਾ ਅੰਮ੍ਰਿਤ ਲਿਆ ਕਰਕੇ ਪਿਆਵੇ, ਸਦਾ ਅਮਰ ਹੋਣ ਦੀ ਜਿਹੜੀ ਆ ਦਾਤ ਕਹਿੰਦੇ ਪ੍ਰਾਪਤ ਹੋ ਜਾਏਗੀ। ਦੇਹ ਰੱਖ ਲਓ ਕਹਿੰਦੇ ਉਹਨਾਂ ਨੂੰ ਉਹ ਦੇਵਤਿਆਂ ਦਾ ਅੰਮ੍ਰਿਤ ਤੇ ਜਿਹੜੀ ਸਾਧ ਸੰਗਤ ਜੀ ਖੱਟੀ ਟੀਟ ਜ਼ਹਿਰ ਹੈ, ਜਿਹੜੀ ਖਾਟੀ ਭਾਵ ਕੌੜੀ ਜਿਹੜੀ ਜ਼ਹਿਰ ਹੈ, ਤੇ ਇਸ ਪ੍ਰਕਾਰ ਖਾਟੀ ਜਿਹੜੀ ਪ੍ਰਾਪਤ ਕਰਨ ਵਾਲੀ ਭਾਵ ਲਿਆ ਕਰਕੇ ਕਿਸੇ ਨੇ ਦਿੱਤੀ ਹੋਈ ਜ਼ਹਿਰ ਤੇ ਦੇਵਤਿਆਂ ਦਾ ਅੰਮ੍ਰਿਤ ਉਹਨਾਂ ਲਈ ਇੱਕ ਬਰਾਬਰ ਹੈ। ਜ਼ਹਿਰ ਉਹਨਾਂ ਨੂੰ ਚੜ੍ਹਦੀ ਨਹੀਂ। ਬਾਬਾ ਆਇਆ ਸਿੰਘ ਜੀ ਹੋਤੀ ਵਾਲੇ ਹੋਏ ਮਹਾਂਪੁਰਖ, ਸੇਵਕ ਨੇ 3 ਵਾਰੀ ਜ਼ਹਿਰ ਦਿੱਤੀ ਉਹਨਾਂ ਨੂੰ ਮੰਤੀ ਦੇ ਲਾਲਚ 'ਚ ਕਿ ਮੈਂ ਮੰਤ ਬਣ ਜਾਵਾਂਗਾ। ਜਦੋਂ ਲੈ ਕੇ ਆਇਆ ਪਹਿਲੀ ਵਾਰੀ ਜ਼ਹਿਰ ਪਾ ਕੇ ਤੇ ਸੰਤ ਹੱਸ ਪਏ ਤੇ ਉਹਨੂੰ ਸ਼ੱਕ ਪੈ ਗਿਆ, ਜਿਵੇਂ ਮਹਾਂਪੁਰਖਾਂ ਨੂੰ ਕਹਿੰਦਾ ਜੀ ਤੁਹਾਡੇ ਵਾਸਤੇ ਲਿਆਇਆ। ਮਹਾਂਪੁਰਖ ਹੱਸ ਕੇ ਕਹਿੰਦੇ ਤੂੰ ਪੀ ਲੈ। ਨਹੀਂ ਜੀ ਤੁਹਾਡੇ ਵਾਸਤੇ ਲਿਆਂਦਾ, ਚਾਹੀਦਾ ਕਿ ਲਿਆ। ਫਿਰ ਪੀ ਗਏ, ਦੂਜੀ ਵਾਰੀ ਪੀ ਗਏ, ਤੀਜੀ ਵਾਰੀ ਪੀ ਗਏ। ਆਪਣੀ ਉਮਰ ਭੋਗ ਕੇ ਫਿਰ ਤੀਜੀ ਵਾਰੀ ਸੋਚਿਆ ਕਿ ਹਟਦਾ ਹੀ ਨਹੀਂ, ਲਾਲਚੀ ਸਰੀਰ ਤਿਆਗਣਾ ਹੀ ਹੈ, ਹੁਣ ਉਮਰ ਪੂਰੀ ਹੋ ਗਈ ਹੈ। ਫਿਰ ਮਹਾਂਪੁਰਖਾਂ ਨੇ ਸਾਧ ਸੰਗਤ ਜੀ ਸੱਚਖੰਡ ਚਾਲਾ ਮਾਰਿਆ ਸੀ, ਜ਼ਹਿਰ ਨਹੀਂ ਉਹਨਾਂ ਨੂੰ ਅਸਰ ਕਰਦੀ। ਚਾਹੇ ਦੇਵਤਿਆਂ ਦਾ ਕੋਈ ਅੰਮ੍ਰਿਤ ਪਿਆ ਦੇ, ਚਾਹੇ ਕੋਈ ਜ਼ਹਿਰ ਪਿਆ ਦੇ, ਉਹਨਾਂ ਵਾਸਤੇ ਇੱਕੋ ਜੀ ਹੈ। ਜ਼ਹਿਰ ਦੇ ਵਿੱਚ ਤੇ ਦੇਵਤਿਆਂ ਦੇ ਅੰਮ੍ਰਿਤ ਵਿੱਚ ਉਹਨਾਂ ਦੀ ਇੱਕੋ ਹੀ ਨਿਗਾਹ ਹੈ। ਖਾਟੀ ਡਲੀ ਨੂੰ ਵੀ ਕਹਿੰਦੇ ਆ, ਚਾਹੇ ਕੋਈ ਜ਼ਹਿਰ ਦੀ ਡਲੀ ਦੇ ਦੇ, ਜਿਵੇਂ ਮੀਰਾ ਬਾਈ ਨੂੰ ਉਹਦੇ ਜੇਠ ਨੇ ਦਿੱਤੀ ਸੀ, ਠਾਕਰਾਂ ਨੂੰ ਭੋਗ ਲਵਾ ਕੇ ਜ਼ਹਿਰ ਹੀ ਪੀ ਗਈ ਸੀ, ਅਸਰ ਨਹੀਂ ਸੀ ਹੋਇਆ ਜ਼ਹਿਰ ਦਾ। ਇਉਂ ਸੱਚੇ ਪਾਤਸ਼ਾਹ ਜੀ ਕਹਿੰਦੇ ਜੀਵਨ ਮੁਕਤ ਪੁਰਖ ਦੇ ਉੱਤੇ ਭਾਈ ਇਹ ਅਸਰ ਨਹੀਂ ਕਰਦੀਆਂ ਚੀਜ਼ਾਂ। ਤੈਸਾ ਮਾਨ ਤੈਸਾ ਅਭਿਮਾਨ। ਜੇ ਕਰਕੇ ਉਹਨਾਂ ਦਾ ਕੋਈ ਮਾਣ ਕਰੇ ਕਿ ਹਾਰ ਹੀ ਗਲਾਂ 'ਚ ਪਾ ਦੇ, ਇੰਨੇ ਜ਼ਿਆਦੇ ਜੈ ਜੈਕਾਰ ਦੀ ਧੁਨ ਲੱਗ ਜਾਵੇ, ਤੇ ਉਧਰੋਂ ਕੋਈ ਆਪਣੇ ਗੁਣਾਂ ਦਾ ਅਭਿਮਾਨ ਕਰਦਾ ਹੋਇਆ ਨਮਸਕਾਰ ਕਰਨ ਨੂੰ ਵੀ ਨਾ ਉੱਠੇ, ਫਤਿਹ ਵੀ ਨਾ ਬੁਲਾਵੇ, ਕਿਆ ਤੂੰ ਹੰਕਾਰੀ ਹੈ, ਤੈਨੂੰ ਕਿਉਂ ਮੈਂ ਬੁਲਾਵਾਂ। ਉਹਨਾਂ ਦੀ ਉਹਦੇ ਵਿੱਚ ਵੀ ਉਹੋ ਹੀ ਨਿਗਾਹ। ਤੇ ਜਿਹੜੇ ਸਤਿਕਾਰ ਕਰ ਰਹੇ ਐ, ਗੋਡੀ ਹੱਥ ਲਾ ਰਹੇ, ਚਰਨੀ ਹੱਥ ਲਾ ਰਹੇ, ਉਹਨਾਂ 'ਚ ਵੀ ਉਹੋ ਜੀ ਨਿਗਾਹ ਹੈ। ਤੈਸਾ ਮਾਨ
ਤੈਸਾ ਅਭਿਮਾਨ। ਜੇ ਕੋਈ ਮਾਣ ਕਰਦਾ ਨਾ, ਸਤਿਕਾਰ ਕਰਦਾ, ਉਹਦੇ ਵਿੱਚ ਉਹਨਾਂ ਦਾ ਨੇਹ ਨਹੀਂ, ਉਹਦੇ ਵਿੱਚ ਉਹਨਾਂ ਦਾ ਕੋਈ ਸਾਧ ਸੰਗਤ ਜੀ ਜਿਹੜਾ ਰਾਗ ਨਹੀਂ ਹੈ, ਮੋਹ ਨਹੀਂ ਹੈ। ਤੇ ਜੇ ਕੋਈ ਉਹਨਾਂ ਦੀ ਨਰਾਦਰੀ ਕਰਦਾ, ਅਭਿਮਾਨ ਕਰਕੇ ਹੰਕਾਰੀ ਹੁੰਦੇ ਹੀ ਹੈ ਨਾ ਵੱਡੇ ਵੱਡੇ ਲੀਡਰ, ਕਿ ਮੈਨੂੰ ਝੁਕੇ ਹਾਂ, ਮੈਂ ਕਿਉਂ ਝੁਕਾਂ, ਤੇ ਫਿਰ ਉਹਨਾਂ ਦੀ ਉਹਦੇ ਵਿੱਚ ਵੀ ਉਹੋ ਹੀ ਨਿਗਾਹ ਕਿ ਕੋਈ ਨਹੀਂ, ਪਰਮੇਸ਼ਰ ਨੇ ਇਹਨੂੰ ਭਾਈ ਮਾਤੀ ਨਹੀਂ ਪਾਈ, ਤੇ ਉਹ ਗੁੱਸਾ ਨਹੀਂ ਕਰਦੇ ਹਨ। ਜੀਵਨ ਮੁਕਤ ਨੂੰ ਜੇ ਕੋਈ ਆਪ ਮੱਥਾ ਟੇਕੇ ਤੇ ਉਹਦਾ ਭਲਾ ਹੋ ਜਾਂਦਾ ਹੈ। ਹੰਕਾਰੀ ਦਾ ਨੁਕਸਾਨ ਵਾਹਿਗੁਰੂ ਕਰਦੇ ਹੈ, ਪਰ ਜੀਵਨ ਮੁਕਤ ਦੇ ਉੱਤੇ ਕੋਈ ਅਸਰ ਨਹੀਂ, ਚਾਹੇ ਕੋਈ ਹਾਰ ਪਾਵੇ, ਚਾਹੇ ਕੋਈ ਗਾਲਾਂ ਕੱਢੇ। ਤੈਸਾ ਰੰਕ ਤੈਸਾ ਰਾਜਾ। ਉਹਨਾਂ ਲਈ ਰੰਕ ਕੰਗਾਲ ਤੇ ਰਾਜਾਨ। ਰਾਜਾ ਵੀ ਸਾਧ ਸੰਗਤ ਜੀ ਇੱਕੋ ਜਿਹਾ ਹੀ ਹੈ। ਰਾਜੇ ਤੇ ਕੰਗਾਲ ਵਿੱਚ ਇੱਕੋ ਜਿਹੀ ਬਿਰਤੀ ਰੱਖਦੇ ਹਨ, ਜੀਵ ਤੇ ਈਸ਼ ਵਿੱਚ ਇੱਕੋ ਜਿਹੀ ਬਿਰਤੀ ਹੈ, ਵਰਤਦਾ ਬ੍ਰਹਮ ਹੀ ਵੇਖਦੇ ਆ। ਜੋ ਵਰਤਾਏ ਸਾਈ ਜੁਗਤ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜੋ ਵੀ ਵਰਤਾਰਾ ਵਰਤਦਾ ਨਾ ਉਹਨਾਂ ਦਾ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਜੁਗਤੀ ਵਿੱਚ ਜਦੋਂ ਵਰਤਦੇ ਆ ਤੇ ਨਿਰਲੇਪ ਰਹਿੰਦੇ ਆ। ਇਸ ਜੁਗਤੀ ਵਿੱਚ ਵਰਤਦੇ ਆ, ਬ੍ਰਹਮ ਸਮਝਦੇ ਆ, ਸਭ ਦੇ ਅੰਦਰ ਸਮਾਇਆ ਹੋਇਆ। ਤੇ ਮਹਾਰਾਜ ਕਹਿੰਦੇ ਜੋ ਵਰਤਾਏ ਸਾਈ ਜੁਗਤ। ਉਹ ਕਹਿੰਦੇ ਜੋ ਵਾਹਿਗੁਰੂ ਵਰਤਾ ਰਿਹਾ ਹੈ ਉਹੋ ਹੀ ਢੰਗ ਤਰੀਕਾ ਚੰਗਾ ਹੈ। ਵਾਹਿਗੁਰੂ ਦੇ ਹੁਕਮ ਵਿੱਚ ਹੀ ਵਰਤਦੇ ਆ। ਉਹ ਨਹੀਂ ਸਮਝਦੇ ਕਿ ਅਸੀਂ ਜੀਵਨ ਮੁਕਤ ਹਾਂ, ਉਹ ਕਹਿੰਦੇ ਵਾਹਿਗੁਰੂ ਨੇ ਸਾਨੂੰ ਬਣਾਇਆ, ਇਹ ਤਾਂ ਪਰਮੇਸ਼ਰ ਦੀ ਦਿੱਤੀ ਦਾਤ ਹੈ। ਇਸ ਪ੍ਰਕਾਰ ਮਹਾਰਾਜ ਫਰਮਾਉਂਦੇ ਆ ਜੋ ਵਰਤਾਏ ਸਾਈ ਜੁਗਤ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਮੇਰਾ ਵਾਹਿਗੁਰੂ ਉਹਨਾਂ ਨੂੰ ਵਰਤਾਏ ਵਰਤਾਉਂਦਾ ਏ, ਚਲਾਉਂਦਾ ਹੈ, ਉਸੇ ਤਰ੍ਹਾਂ ਦੀ ਜੁਗਤ ਵਿੱਚ ਉਹ ਚੱਲਦੇ ਹਨ। ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਉਹ ਪੁਰਖ ਮਹਾਰਾਜ ਕਹਿੰਦੇ ਜੀਵਨ ਮੁਕਤ ਫਿਰ ਕਿਹਾ ਜਾਂਦਾ ਹੈ, ਉਸ ਨੂੰ ਜੀਵਨ ਮੁਕਤ ਕਹਿੰਦੇ ਹਨ। ਪਾਰ ਬ੍ਰਹਮ ਕੇ ਸਗਲੇ ਠਾਰ। ਹੁਣ ਮਹਾਰਾਜ ਜੀ ਇਸ ਅਸ਼ਟਪਦੀ ਦੀ ਸੰਪੂਰਨਤਾ ਕਰਦੇ ਹੋਏ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਪਾਰ ਬ੍ਰਹਮ ਕੇ ਸਗਲੇ ਠਾਰ। ਮਹਾਰਾਜ ਇਹ ਵੱਖਰੇ ਵੱਖਰੇ ਨਾਂ ਕਿਉਂ ਪੈ ਗਏ? ਕੋਈ ਜੀਵਨ ਮੁਕਤ ਵੈ, ਕੋਈ ਇਸ ਪ੍ਰਕਾਰ ਵੈਸ਼ਨਵ ਹੈ, ਕੋਈ ਪੰਡਤ ਵੈ, ਕੋਈ ਅਪਰਸ ਵੈ। ਇਹ ਮਹਾਰਾਜ ਵੱਖਰੇ ਵੱਖਰੇ ਨਾਂ ਕਿਉਂ ਪੈ ਗਏ? ਜਿਵੇਂ ਕਈ ਸ਼ੰਕਾ ਕਰਦੇ, ਕਹਿੰਦੇ ਜੀ ਬ੍ਰਹਮ ਗਿਆਨੀ ਚ ਤੇ ਸੰਤ ਚ ਕੀ ਫਰਕ ਹੁੰਦਾ, ਸਾਧੂ ਚ ਕੀ ਫਰਕ ਹੁੰਦਾ? ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਪਾਰ ਬ੍ਰਹਮ ਕੇ ਸਗਲੇ ਠਾਰ। ਮਹਾਰਾਜ ਕਹਿੰਦੇ ਜਿਹੜਾ ਪਾਪਾ ਪੁੰਨਾ ਤੋਂ ਪਰੇ ਆ ਨਾ ਪਰਮੇਸ਼ਰ, ਇਹ ਸਾਰੇ ਥਾਂ ਭਾਈ ਮੇਰੇ ਵਾਹਿਗੁਰੂ ਦੇ ਵਸਣ ਵਾਲੇ ਹਨ। ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਮ। ਜਿਸ ਜਿਸ ਘਰ ਦੇ ਅੰਦਰ ਵਾਹਿਗੁਰੂ ਜੀ ਰੱਖਦੇ ਆ ਨਾ, ਤੈਸਾ ਤੈਸਾ ਮਹਾਰਾਜ ਕਹਿੰਦੇ ਭਾਈ ਉਹਨਾਂ ਦਾ ਨਾਮ ਪੈ ਜਾਂਦਾ ਹੈ। ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜੀਵਨ ਮੁਕਤੀ ਦੀ ਵਾਹਿਗੁਰੂ ਮੇਰਾ ਦਾਤ ਦਿੰਦਾ, ਉਹਨੂੰ ਜੀਵਨ ਮੁਕਤ ਨਾਮ ਪੈ ਜਾਂਦਾ। ਜਿਹਨੂੰ ਵਿਦਵਤਾ ਦੇ ਘਰ ਵਿੱਚ ਰੱਖਦਾ ਉਹਦਾ ਨਾਮ ਪੰਡਤ ਪੈ ਜਾਂਦਾ ਹੈ। ਜਿਹੜਾ ਸਾਧ ਸੰਗਤ ਜੀ ਵਾਹਿਗੁਰੂ ਨੂੰ ਸਭ ਥਾਵਾਂ ਤੇ ਵੇਖਦਾ ਉਹਦਾ ਨਾਮ ਵੈਸ਼ਨਵ ਪੈ ਜਾਂਦਾ ਹੈ। ਜਿਹੜਾ ਵਿਕਾਰਾਂ ਤੋਂ ਅਸੰਗ ਹੋ ਜਾਂਦਾ ਉਹਦਾ ਨਾਮ ਅਪਰਸ ਪੈ ਜਾਂਦਾ ਹੈ। ਜਿਹਦੇ ਅੰਦਰੋਂ ਸੰਸਿਆਂ ਦਾ ਅੰਤ ਹੋ ਗਿਆ ਉਹਦਾ ਨਾਮ ਸੰਤ ਪੈ ਜਾਂਦਾ। ਜਿਹਨੇ ਆਪਣੇ ਮਨ ਨੂੰ ਸਾਧ ਲਿਆ ਹੈ, ਜਿਹਨੂੰ ਸਾਧਨਾ ਦੇ ਘਰ ਵਿੱਚ ਵਾਹਿਗੁਰੂ ਜੀ ਰੱਖਦੇ ਉਹਦਾ ਨਾਮ ਸਾਧੂ ਪੈ ਜਾਂਦਾ। ਜਿਹੜਾ ਬ੍ਰਹਮ ਰੂਪ ਹੀ ਹੋ ਜਾਂਦਾ ਉਹਦਾ ਨਾਮ ਬ੍ਰਹਮ ਗਿਆਨੀ ਪੈ ਜਾਂਦਾ। ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਹੈ ਤਾਂ ਸਾਰੇ ਘਰ ਮੇਰੇ ਵਾਹਿਗੁਰੂ ਦੇ ਰਹਿਣ ਵਾਲੇ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਜਿਤ ਜਿਤ ਕਰ ਰਾਖੈ ਤੈਸਾ ਤਿਨ ਨਾਮ। ਜਿਸ ਜਿਸ ਘਰ ਦੇ ਅੰਦਰ ਵਾਹਿਗੁਰੂ ਜੀ ਉਹਨਾਂ ਨੂੰ ਰੱਖਦੇ ਨਾ, ਜਿਹੋ ਜਿਹੋ ਜੀ ਅਵਸਥਾ ਰੂਪੀ ਘਰ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਰੱਖਦੇ ਆ ਸਾਧ ਸੰਗਤ ਜੀ, ਉਹ ਜੇ ਉਹਨਾਂ ਦੇ ਜਿਹੜੇ ਆ ਨਾ ਨਾਮ ਪੈ ਜਾਂਦੇ ਹਨ, ਹੈਨ ਸਾਰੇ ਵਾਹਿਗੁਰੂ ਦੇ ਨਾਲ ਹੀ ਜੁੜੇ ਹੋਏ। ਇਹ ਤਾਂ ਪਰਮੇਸ਼ਰ ਦੀ ਅਚਰਜਤਾਈ ਹੈ। ਜਿਸ ਜਿਸ ਤਰ੍ਹਾਂ ਦੇ ਘਰ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਰੱਖਦੇ ਆ, ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਤੈਸੇ ਤੈਸੇ ਭਾਈ ਉਹਨਾਂ ਦੇ ਭਗਤਾਂ ਦੇ ਨਾਮ ਪੈ ਜਾਂਦੇ ਆ। ਕੋਈ ਵਿਦਿਆ ਕਮਾਉਂਦਾ ਹੋਇਆ ਗਿਆਨ ਨੂੰ ਪ੍ਰਾਪਤ ਹੋ ਜਾਂਦਾ ਹੈ, ਕੋਈ ਸਾਧਨਾ ਕਰਦਾ ਨਾਮ ਨੂੰ ਪ੍ਰਾਪਤ ਹੋ ਜਾਂਦਾ ਹੈ, ਤੇ ਕੋਈ ਸਾਧ ਸੰਗਤ ਜੀ ਇਉਂ ਆਪਣੇ ਸਰੂਪ ਨੂੰ ਦ੍ਰਿੜ ਕਰਦਾ ਹੋਇਆ ਜਿਹੜਾ ਨਾ ਨਿਸ਼ਚੇ ਦੇ ਨਾਲ ਉਸ ਜਿਹੜਾ ਲਕਸ਼ ਨੂੰ ਪ੍ਰਾਪਤ ਹੋ ਜਾਂਦਾ। ਜਿਸ ਤਰ੍ਹਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਘਰ ਵਿੱਚ ਰੱਖਦੇ ਆ, ਜਿਹੋ ਜਿਹੋ ਜੀ ਸੁਰਤ ਬਖਸ਼ਿਸ਼ ਕਰਦੇ ਆ,
ਤਿਸ ਤਰ੍ਹਾਂ ਦੇ ਮਹਾਰਾਜ ਕਹਿੰਦੇ ਨਾਮ ਭਾਈ ਪੈ ਜਾਂਦੇ ਆ। ਆਪੇ ਕਰਨ ਕਰਾਵਨ ਜੋਗ, ਆਪ ਹੀ ਸਾਰੇ ਕਾਰਨਾਂ ਨੂੰ ਕਰਨ ਵਾਲਾ ਤੇ ਕਰਾਉਣ ਦੇ ਯੋਗ ਵੀ ਵਾਹਿਗੁਰੂ ਆਪ ਹੀ ਹੈ। ਪ੍ਰਭ ਭਾਵੈ ਸੋਈ ਫੁਨ ਹੋ, ਜੋ ਮੇਰੇ ਵਾਹਿਗੁਰੂ ਨੂੰ ਭਾਉਂਦਾ ਨਾ ਮਹਾਰਾਜ ਕਹਿੰਦੇ ਹੁੰਦਾ ਤਾਂ ਭਾਈ ਉਹੋ ਹੀ ਹੈ। ਪਹਿਲੋਂ ਵੀ ਉਹ ਹੁੰਦਾ ਸੀ, ਹੁਣ ਵੀ ਉਹ ਹੋ ਰਿਹਾ ਜੋ ਵਾਹਿਗੁਰੂ ਨੂੰ ਭਾਉਂਦਾ ਹੈ। ਅੱਗੇ ਆਉਣ ਵਾਲੇ ਸਮੇਂ ਵਿੱਚ ਉਹੋ ਹੀ ਹੋਊਗਾ ਜੋ ਮੇਰੇ ਵਾਹਿਗੁਰੂ ਨੂੰ ਭਾਵੇਗਾ। ਪਸਰਿਓ ਆਪ ਹੋਏ ਅਨੰਤ ਤਰੰਗ, ਅਨੇਕਾਂ ਲਹਿਰਾਂ ਹੋ ਕਰਕੇ ਮਹਾਰਾਜ ਕਹਿੰਦੇ ਵਾਹਿਗੁਰੂ ਆਪ ਹੀ ਪਸਰਿਆ ਹੋਇਆ ਹੈ, ਆਪ ਹੀ ਫੈਲਿਆ ਹੋਇਆ। ਵਾਹਿਗੁਰੂ ਸਭ ਥਾਵਾਂ ਦੇ ਉੱਤੇ ਮਿਲਿਆ ਹੋਇਆ ਹੈ। ਵੱਖਰਾਪੁਣਾ ਜਿਹੜਾ ਦਿਸ ਰਿਹਾ ਤਰੰਗਾਂ ਕਰਕੇ ਮਹਾਰਾਜ ਕਹਿੰਦੇ ਦਿਸ ਰਿਹਾ ਹੈ। ਜੇ ਤਰੰਗ ਦੀ ਸਚਾਈ ਵੇਖੀਏ ਤੇ ਉਹਦੇ ਵਿੱਚ ਪਾਣੀ ਹੁੰਦਾ ਹੈ। ਮਹਾਰਾਜ ਕਹਿੰਦੇ ਸਭ ਥਾਵਾਂ ਤੇ ਬ੍ਰਹਮ ਆਪ ਹੀ, ਪਰ ਤਰੰਗਾਂ ਦੀ ਨਿਆਈ ਮਹਾਰਾਜ ਕਹਿੰਦੇ ਭਾਈ ਇਹ ਦਿਖਾਈ ਦੇ ਰਿਹਾ ਹੈ। ਪਸਰਿਆ ਹੋਇਆ ਵਾਹਿਗੁਰੂ ਸਭ ਥਾਵਾਂ ਦੇ ਉੱਤੇ ਵਿਆਪਕ ਹੈ। ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ, ਜੋ ਮਹਾਰਾਜ ਕਹਿੰਦੇ ਪਾਰ ਬ੍ਰਹਮ ਪਰਮੇਸ਼ਰ ਉਹਦੇ ਰੰਗ ਜਿਹੜੇ ਕੌਤਕ ਹਨ, ਢੰਗ ਤਰੀਕੇ, ਇਹ ਲਖੇ ਨਹੀਂ ਜਾ ਸਕਦੇ, ਜਾਣੇ ਨਹੀਂ ਜਾ ਸਕਦੇ। ਜੇ ਕੋਈ ਕਹੇ ਕਿ ਕਿਉਂ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦੇ ਅਸਚਰਜ ਕੌਤਕ ਹੈ, ਇਹ ਲਖੇ ਹੀ ਨਹੀਂ ਜਾ ਸਕਦੇ। ਕਿਉਂ ਸੰਤ ਹਨ, ਕਿਉਂ ਸਾਧੂ ਹਨ, ਕਿਉਂ ਬ੍ਰਹਮ ਗਿਆਨੀ ਹੈ, ਵੱਖਰਾਪੁਣਾ ਕੀ ਹੈ। ਮਹਾਰਾਜ ਕਹਿੰਦੇ ਲਹਿਰਾਂ ਵੱਖਰੀਆਂ ਪ੍ਰਤੀਤ ਹੋ ਰਹੀਆਂ, ਪਰ ਲਹਿਰਾਂ ਦੇ ਵਿੱਚ ਹੈ ਤਾਂ ਸਚਾਈ ਪਾਣੀ ਨਾ। ਇਹ ਸਾਰੇ ਅਵਸਥਾਵਾਂ ਕਰਕੇ ਪ੍ਰਤੀਤ ਹੋ ਰਹੇ ਆ, ਪਰ ਸਭ ਦੇ ਅੰਦਰ ਬ੍ਰਹਮ ਸੂਤਰ ਰੂਪ ਇੱਕ ਆਪ ਹੀ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਬ੍ਰਹਮ ਆਪ ਸਮਾਇਆ ਹੋਇਆ, ਉਹਦੇ ਕੌਤਕਾਂ ਨੂੰ ਮਹਾਰਾਜ ਕਹਿੰਦੇ ਭਾਈ ਲਖਿਆ ਨਹੀਂ ਜਾ ਸਕਦਾ ਸ਼ਕਤੀ ਬਿਰਤੀ ਕਰਕੇ। ਜੈਸੀ ਮਤ ਦੇ ਤੈਸਾ ਪ੍ਰਗਾਸ, ਜਿਸ ਤਰ੍ਹਾਂ ਦੀ ਮਹਾਰਾਜ ਮਤ ਦਿੰਦੇ ਆ ਨਾ, ਉਸੇ ਤਰ੍ਹਾਂ ਦਾ ਹੀ ਅੰਦਰ ਜੀਵ ਦੇ ਪ੍ਰਕਾਸ਼ ਹੁੰਦਾ ਹੈ। ਜਿਹੜੇ ਜੀਵ ਹੈ ਇਹਨਾਂ ਨੂੰ ਸਾਧ ਸੰਗਤ ਜੀ ਰਾਜਸੀ ਮਤ ਜਦੋਂ ਆਉਂਦੀ ਹੈ ਤੇ ਚਲਾਕੀ ਵਾਲੀ ਮਤ ਅੰਦਰ ਪ੍ਰਕਾਸ਼ਦੀ ਹੈ। ਜੇ ਇਸ ਪ੍ਰਕਾਰ ਸਤੋਗੁਣੀ ਮਤ ਮਹਾਰਾਜ ਪਾਉਂਦੇ ਹੈ ਤੇ ਫਿਰ ਸ਼ੁਭ ਗੁਣਾ ਵਾਲੀ ਅੰਦਰ ਮਤ ਪ੍ਰਕਾਸ਼ਦੀ ਹੈ। ਚੰਗਾ ਨਰਮਾਈ ਵਾਲਾ ਸੁਭਾਅ ਪ੍ਰਗਟ ਹੁੰਦਾ ਹੈ। ਤੇ ਜੇ ਤਮੋ ਗੁਣੀ ਵਾਲੀ ਬਿਰਤੀ ਪ੍ਰਕਾਸ਼ਦੀ ਹੈ ਤੇ ਫਿਰ ਸਾਧ ਸੰਗਤ ਜੀ ਕੀ ਹੁੰਦਾ, ਤਿੱਖਾ ਸੁਭਾਅ ਇਹਦਾ ਹੁੰਦਾ, ਕ੍ਰੋਧੀ ਹੁੰਦਾ, ਝੱਟ ਹੀ ਲੜ ਪੈਂਦਾ ਹੈ। ਇਸ ਤਰ੍ਹਾਂ ਜਿਹੋ ਜੀ ਮਹਾਰਾਜ ਸੱਚੇ ਪਾਤਸ਼ਾਹ ਅੰਦਰ ਮਤ ਪਾਉਂਦੇ ਹਨ, ਰਜੋ ਗੁਣੀ ਪਾਉਣ ਤਾਂ ਚਲਾਕੀਆਂ ਕਰਦਾ ਫਿਰਦਾ, ਤਮੋ ਗੁਣੀ ਪਾਉਣ ਤੇ ਕ੍ਰੋਧ 'ਚ ਹੀ ਸੜਿਆ ਰਹਿੰਦਾ ਹੈ, ਸਤੋ ਗੁਣੀ ਪਾਉਣ ਤੇ ਫਿਰ ਇਹਨੂੰ ਜਿਹੜੀ ਹੈ ਸ਼ੁਭ ਬਿਰਤੀ ਧਾਰਨ ਕਰਕੇ ਫਿਰ ਚੰਗੀਆਂ ਗਿਆਨ ਦੀਆਂ ਗੱਲਾਂ ਕਰਨ ਲੱਗ ਜਾਂਦਾ ਹੈ। ਜੈਸੀ ਮਤ ਦੇ ਤੈਸਾ ਪ੍ਰਗਾਸ਼, ਜਿਸ ਤਰ੍ਹਾਂ ਦੀ ਮਤ ਮਹਾਰਾਜ ਸੱਚੇ ਪਾਤਸ਼ਾਹ ਦਿੰਦੇ ਆ ਨਾ, ਉਸੇ ਤਰ੍ਹਾਂ ਦਾ ਹੀ ਸਾਧ ਸੰਗਤ ਜੀ ਦੇ ਅੰਦਰ ਪ੍ਰਕਾਸ਼ ਹੁੰਦਾ, ਉਸੇ ਤਰ੍ਹਾਂ ਦੀ ਇਹਨੂੰ ਸੋਝੀ ਆਉਂਦੀ ਹੈ। ਜਿਹੜੇ ਪਤਾਲ ਦੇ ਉਹ ਦੈਂਤ ਕਹੇ ਜਾਂਦੇ ਆ, ਸਵਰਗ ਦੇ ਦੇਵਤੇ ਕਹੇ ਜਾਂਦੇ ਆ, ਧਰਤੀ ਤੇ ਮਨੁੱਖ ਕਹੇ ਜਾਂਦੇ ਆ। ਇਹ ਜਿਹੜੇ ਦੈਂਤ ਹਨ ਇਹ ਤਮੋ ਗੁਣੀ ਹੈ, ਜਿਹੜੇ ਦੇਵਤੇ ਸਤੋ ਗੁਣੀ ਹੈ। ਮਨੁੱਖ ਜਿਹੜਾ ਮਾਣ ਦਾ ਖਾਧਾ ਹੋਇਆ ਸਾਧ ਸੰਗਤ ਜੀ ਇਹਨੂੰ ਰਜੋ ਗੁਣੀ ਕਹਿੰਦੇ ਆ। ਜੈਸੀ ਮਤ ਦੇ ਤੈਸਾ ਪ੍ਰਗਾਸ਼, ਜਿਸ ਤਰ੍ਹਾਂ ਦੀ ਮਹਾਰਾਜ ਸੱਚੇ ਪਾਤਸ਼ਾਹ ਪ੍ਰੇਰਨਾ ਕਰਦੇ ਆ ਨਾ, ਮਤ ਦਿੰਦੇ ਆ, ਉਸੇ ਤਰ੍ਹਾਂ ਦਾ ਹੀ ਜੀਆਂ ਦੇ ਅੰਦਰ ਸਾਧ ਸੰਗਤ ਜੀ ਪ੍ਰਕਾਸ਼ ਹੁੰਦਾ, ਸੋਝੀ ਪੈਂਦੀ ਆ। ਪਾਰ ਬ੍ਰਹਮ ਕਰਤਾ ਅਬਿਨਾਸ਼, ਉਹ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਜੋ ਬ੍ਰਹਮ ਵਿਆਪਕ ਸਰੂਪ ਹੈ ਉਹ ਆਪ ਮਹਾਰਾਜ ਕਹਿੰਦੇ ਅਬਿਨਾਸ਼, ਨਾਸ਼ ਤੋਂ ਰਹਿਤ ਹੈ, ਸਦਾ ਸਲਾਮਤ ਰਹਿਣ ਵਾਲਾ ਹੈ। ਸਦਾ 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 ਦਇਆਲ, ਸਦਾ ਸਦਾ ਹਮੇਸ਼ਾ ਲਈ ਮਹਾਰਾਜ ਕਹਿੰਦੇ ਪਹਿਲੋਂ ਵੀ ਦਿਆਲੂ ਸੀ, ਹੁਣ ਵੀ ਦਿਆਲੂ ਹੈ, ਆਉਣ ਵਾਲੇ ਸਮੇਂ 'ਚ ਵੀ ਸਦਾ ਦਇਆ ਹੀ ਕਰੇਗਾ। ਸਦਾ ਸਦਾ ਵਾਸਤੇ ਮਿਹਰਬਾਨ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ। ਉਹ ਤਾਂ ਸਦਾ ਹੀ ਮਹਾਰਾਜ ਕਹਿੰਦੇ ਦਿਆਲਤਾ ਕਰਦਾ, ਪਹਿਲੋਂ ਵੀ ਕਰਦਾ, ਹੁਣ ਵੀ ਕਰਦਾ, ਅੱਗੇ ਵੀ ਕਰੇਗਾ। ਸਿਮਰ ਸਿਮਰ ਨਾਨਕ ਭਏ ਨਿਹਾਲ, ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਭਗਤ ਸੇਵਕ ਹਨ, ਹਜੂਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਅਸੀਂ ਤਾਂ ਭਾਈ ਸਿਮਰ ਸਿਮਰ ਕੇ ਚੇਤੇ ਕਰ ਕਰਕੇ ਵਾਹਿਗੁਰੂ ਦੀ ਅਸਚਰਜਤਾਈ ਵੇਖ ਵੇਖ ਕੇ ਨਿਹਾਲ ਹੋ ਰਹੇ ਆ। ਸੇਵਕ ਨਿਹਾਲ ਹੀ ਹੋਈ ਜਾਂਦੇ ਆ, ਉਹ ਸਦਕੇ ਹੀ ਜਾਈ ਜਾਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਐਸੀ ਕਿਰਪਾ ਕਰਦੇ ਆ, ਨਿਹਾਲ ਤੋਂ ਸਾਧ ਸੰਗਤ ਜੀ ਅੱਗੇ ਕੋਈ ਸੁੱਖ ਦਾ ਵਾਚਕ ਹੀ ਹੈ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਨਾਂ ਦੇ ਚਿੱਤ ਦੀ ਬਿਰਤੀ ਭਈ ਨਿਹਾਲ 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 ਨਿਹਾਲ। ਮਹਾਰਾਜ ਸਾਹਿਬ ਜੀ ਨੇ ਚਾਰ ਚਾਰ ਵਾਰੀ ਇਉਂ ਨਟ ਨਾਰਾਇਣ ਰਾਗ ਦੇ ਅੰਦਰ ਕਹਿ ਕੇ ਵਾਚਕ ਦਿੱਤਾ। ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਨਿਹਾਲ ਹੋ ਗਏ, ਨਿਹਾਲ ਹੋ ਗਏ ਉਹ ਜਿਨ੍ਹਾਂ ਨੇ ਵਾਹਿਗੁਰੂ ਨੂੰ ਸਿਮਰਿਆ।
ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕੀਤੀ। ਅੱਜ 9ਵੀਂ ਅਸ਼ਟਪਦੀ ਸੰਪੂਰਨ ਹੋਈ ਹੈ। ਸੰਗਰਾਂਦ ਦਾ ਦਿਹਾੜਾ ਹੈ, ਆਪ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਚੇਤਰ ਦਾ ਮਹੀਨਾ ਚੜ੍ਹਿਆ। ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਗਰੀਬ ਨਵਾਜ਼ ਸਤਿਗੁਰਾਂ ਦੇ ਚਰਨਾਂ ਨਾਲ ਸਾਡੀ ਪ੍ਰੀਤ ਹੋਵੇ, ਮਹਾਰਾਜ ਸਾਹਿਬ ਜੀ ਨਾਲ ਬਣ ਆਵੇ, ਸੰਸਾਰ ਦੇ ਝੂਠੇ ਰਸ ਛੁੱਟ ਜਾਣ, ਗੁਰੂ ਜੀ ਦੀ ਸੰਗਤ ਕਰਦਿਆਂ ਹੋਇਆਂ ਅਨੁਭਵੀ ਸੁੱਖ ਨੂੰ ਪਾਈਏ, ਜੀਵਨ ਸਾਡਾ ਸਫਲਾ ਹੋ ਜਾਵੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਸਦਾ 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 ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।